ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੈਨੇਡਾ ਦੀ ਇਕਾਈ ਹੈ ਜਿਹੜੀ ਕਿ ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈ, ਜਿਹਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਖੱਕ ਨੇ, ਸੀਨੀਅਰ ਵਾਈਸ ਪ੍ਰਧਾਨ ਨੇ ਨੌਜਵਾਨ ਬਹੁਤ ਚੜ੍ਹਦੀਆਂ ਕਲਾਂ ਵਾਲੇ ਨੇ ਕਿਰਨਦੀਪ ਸਿੰਘ ਢੁੱਡੀਕੇ। ਉਹ ਕਈ ਵਾਰੀ ਜਦੋਂ ਵੀ ਕੋਈ ਗੱਲਬਾਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੋਣੀ ਤੇ ਉਹਨਾਂ ਨੇ ਹਮੇਸ਼ਾ ਹੀ ਥੱਲੇ ਲਿਖਣਾ YouTube ਤੇ ਕਮੈਂਟਸ ਦੇ ਵਿੱਚ ਜਾਂ ਜ਼ਿਕਰ ਕਰਨਾ ਕਿ ਸਾਨੂੰ ਟਾਈਮ ਦਿਓ। ਮੈਂ ਕਈ ਦਿਨਾਂ ਤੋਂ ਕੋਸ਼ਿਸ਼ ਕਰ ਰਿਹਾ ਕਿ ਕੋਈ ਨਾ ਕੋਈ ਟਾਈਮ ਕੱਢ ਕੇ, ਕਿਉਂਕਿ ਜਿਹੜਾ ਸਾਂਝਾ ਟੀਵੀ ਹੈ ਇਹ ਸਾਂਝਾ ਹੈ। ਮੈਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਸਾਰੀਆਂ ਕਮਿਊਨਿਟੀਜ਼ ਦਾ, ਹਰ ਵਰਗ ਦਾ, ਹਰ ਧਰਮ ਦਾ ਤੁਹਾਡਾ ਆਪਣਾ ਸਾਂਝਾ ਪਲੇਟਫਾਰਮ ਹੈ, ਜਿੱਥੇ ਹਰੇਕ ਵਿਅਕਤੀ ਆ ਕੇ ਆਪਣੀ ਪਾਰਟੀ ਦੀ, ਆਪਣੀ ਧਰਮ ਦੀ, ਆਪਣੇ ਫਿਰਕੇ ਦੀ ਰਾਜਨੀਤਿਕ ਤੇ ਧਾਰਮਿਕ ਗੱਲਬਾਤ ਤੇ ਸੱਭਿਆਚਾਰਕ ਤੇ ਸਮਾਜਿਕ ਗੱਲਬਾਤ ਜੇ ਸੱਭਿਅਕ ਭਾਸ਼ਾ ਦੇ ਵਿੱਚ ਹੈ ਤਾਂ ਜ਼ਰੂਰ ਕਰ ਸਕਦਾ, ਉਹਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਸੋ ਮੇਰੀ ਸਤਿਕਾਰਯੋਗ ਵੀਰ ਕਿਰਨਦੀਪ ਸਿੰਘ ਨਾਲ ਗੱਲਬਾਤ ਹੋਈ ਸੀ ਤੇ ਕਿ ਤੁਹਾਨੂੰ ਮੈਂ ਟਾਈਮ ਦੇਣਾ ਚਾਹੁੰਦਾ, ਤੁਸੀਂ ਦੱਸੋ ਵੀ ਜੇ ਵੀਰਵਾਰ ਦਾ ਟਾਈਮ ਤੁਹਾਡੇ ਲਈ ਬੈਟਰ ਹੈ ਤੇ ਉਹ ਮਿਹਨਤ ਕਰਕੇ ਤਿਆਰ ਕਰਕੇ ਸਾਰੇ ਕੰਮ ਛੱਡ ਕੇ ਅੱਜ ਤੁਹਾਡੇ ਨਾਲ ਸ਼ਾਮਲ ਹੋ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੇ ਮੈਂ ਯਤਨ ਕਰਾਂਗਾ ਕਿ ਹੋਰ ਸਾਡੇ ਮਹਿਮਾਨ, ਕਿਉਂਕਿ ਸਮਾਂ ਕਾਫੀ ਹੋ ਗਿਆ ਸੀ, ਟਾਈਮ ਥੋੜ੍ਹਾ ਸੀ, ਮੈਂ ਉਹਨਾਂ ਦੀ ਪਰਮਿਸ਼ਨ ਲੈ ਕੇ ਉਹਨਾਂ ਨੂੰ ਪੁੱਛਿਆ ਸੀ ਕਿ ਜੇ ਹੋਰ ਕੋਈ ਨਾਲ ਆਉਣਾ ਚਾਹਣ ਹੋਰ ਪਾਰਟੀ ਤੋਂ ਤੇ ਕੀ ਉਹ ਵੀ ਆ ਸਕਦੇ। ਕਹਿੰਦੇ ਜ਼ਰੂਰ, ਜੇ ਭਾਸ਼ਾ ਸੱਭਿਅਕ ਹੈ ਤੇ ਉਹਨਾਂ ਨੂੰ ਵੀ ਲਿਆ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਕਿਰਨਦੀਪ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਕਿਰਨਦੀਪ ਸਿੰਘ ਉਹਨਾਂ ਨੂੰ ਕਨੈਕਟ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਕਈ ਵਾਰੀ ਸਕਾਈਪ ਦੇ ਉੱਤੇ ਫਰੇਮ ਵਗੈਰਾ ਬਣਾਉਣਾ, ਸਕਾਈਪ ਦੇ ਉੱਤੇ ਲੈਣਾ ਹੁੰਦਾ ਹੈ। ਕੋਵਿਡ ਦੀਆਂ ਰਿਸਟ੍ਰਿਕਸ਼ਨਾਂ ਹੋਣ ਕਰਕੇ ਯਤਨ ਹੁੰਦਾ ਹੈ ਕਿ ਅਸੀਂ ਸਟੂਡੀਓ ਦੇ ਵਿੱਚ ਬਹੁਤ ਘੱਟ ਮਹਿਮਾਨ ਹੈ ਜਿਹੜੇ ਉਹਨਾਂ ਦੇ ਲਿਆਈਦਾ। ਯਤਨ ਇਹੀ ਹੁੰਦਾ ਹੈ ਕਿ ਸਕਾਈਪ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਲਿਆ ਕੇ ਜਿਹੜੇ ਮਹਿਮਾਨ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ। ਸੋ ਸਾਡਾ ਯਤਨ ਹੈ ਕਿ ਜਿਹੜੇ ਕਿਰਨਦੀਪ ਸਿੰਘ ਰੂਬੀ ਵੀ ਕਹਿੰਦੇ ਆ, ਢੁੱਡੀਕੇ ਵੀ ਕਹਿੰਦੇ ਆ, ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇੱਥੋਂ ਦੇ ਸੀਨੀਅਰ ਵਾਈਸ ਪ੍ਰਧਾਨ ਨੇ। ਸਾਡੀ ਟੀਮ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੂੰ ਸਕਾਈਪ 'ਤੇ ਲੈਣ ਦੀ, ਅਤੇ ਜਿਉਂ ਹੀ ਉਹ ਤਿਆਰ ਹੁੰਦੇ ਆ ਅਤੇ ਤੁਹਾਨੂੰ ਲੈ ਕੇ ਆਉਂਦੇ ਉਹਨਾਂ ਨਾਲ ਗੱਲਬਾਤ ਕਰਾਂਗੇ। ਕਿਉਂਕਿ ਪਿਛਲੇ ਦਿਨੀ ਜਦੋਂ ਗੱਲਬਾਤ ਚੱਲ ਰਹੀ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋਈ ਬੇਅਦਬੀ ਦੀ, ਅਤੇ ਉਹ ਕਹਿੰਦੇ ਵੀ ਨਹੀਂ, ਕਿਉਂਕਿ ਜਿਉਂ ਹੀ ਹਾਈ ਕੋਰਟ ਦਾ ਰਿਜ਼ਲਟ ਆਇਆ, ਉਸ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਜਿਹੜੀ ਸਿੱਟ ਸੀ, ਉਸ ਸਿੱਟ ਦੀ ਗੱਲਬਾਤ ਨਾ ਬਣ ਸਕੀ। ਉਸ ਸਿੱਟ ਦੇ ਵਿੱਚ ਮੁਸ਼ਕਲ ਇਹ ਆ ਗਈ ਕਿ ਉਸ ਸਿੱਟ ਨੇ, ਜਦੋਂ ਵੀ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹ ਸਿੱਟ ਕਹਿਣ ਲੱਗੇ ਕਿ ਇਹ ਸਿੱਟ ਹਾਈ ਕੋਰਟ ਨੇ ਕੈਂਸਲ ਕਰ ਦਿੱਤੀ ਹੈ, ਅਤੇ ਇਹ ਸਿੱਟ ਦੇ ਵਿੱਚ ਪੈਂਡਿੰਗ ਪਾ ਦਿੱਤੀ ਹੈ। ਮੈਨੂੰ ਅੱਜ ਪਤਾ ਲੱਗਾ ਕਿ ਕੈਂਸਲ ਨਹੀਂ ਹੋਈ ਬਲਕਿ ਪੈਂਡਿੰਗ ਪੈ ਗਈ। ਉਹਦੇ ਉੱਤੇ ਕੋਈ ਹੋਰ ਕਾਰਵਾਈ ਦੀ ਗੱਲਬਾਤ ਨਾ ਕੈਪਟਨ ਸਰਕਾਰ ਨੇ ਕੀਤੀ ਹੈ, ਨਾ ਕਿਸੇ ਹੋਰ ਨੇ ਕੀਤੀ ਹੈ, ਬਲਕਿ ਉਹਦੇ ਉੱਤੇ ਇੱਕ ਪਟੀਸ਼ਨਰ ਵੱਲੋਂ ਪਟੀਸ਼ਨ ਪਾਈ ਗਈ ਸੀ, ਜਿਹੜਾ ਸਬ ਇੰਸਪੈਕਟਰ ਸੀ, ਉਹਦੇ ਕਰਕੇ ਉਹ ਜਿਹੜੀ ਸਿੱਟ ਸੀ ਉਹਨੂੰ ਪੈਂਡਿੰਗ 'ਤੇ ਪਾ ਦਿੱਤਾ। ਕੈਪਟਨ ਸਾਹਿਬ ਨੇ ਨਵੀਂ ਸਿੱਟ ਬਣਾ ਦਿੱਤੀ ਹੈ। ਉਸ ਨਵੀਂ ਸਿੱਟ ਨੂੰ ਖਾਸ ਕਰਕੇ ਜਿਹੜੇ ਪੀੜਤ ਪਰਿਵਾਰ ਨੇ ਉਹ ਬਿਲਕੁਲ ਸਾਥ ਨਹੀਂ ਦੇ ਰਿਹਾ। ਉਹ ਕਹਿੰਦੇ ਨੋ, ਅਸੀਂ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਸਾਥ ਨਹੀਂ ਦੇਣਾ। ਇੱਕ ਨਹੀਂ, 5 ਸਿੱਟਾਂ ਆ ਕੇ ਬਹਿ ਗਈਆਂ ਨੇ। 5 ਸਿੱਟਾਂ ਨੇ ਆ ਕੇ ਜਿਹੜਾ ਫੈਸਲਾ ਕੀਤਾ ਹੈ, ਕੀ ਉਹ ਫੈਸਲਾ ਪ੍ਰਵਾਨ ਕਰ ਲਿਆ? ਕਿਹੜੇ ਵਿਅਕਤੀ ਨੂੰ ਪਤਾ ਨਹੀਂ ਕਿ ਇਹਦਾ ਦੋਸ਼ੀ ਕੌਣ ਹੈ? ਕਿਹੜੇ ਵਿਅਕਤੀ ਨੂੰ ਪਤਾ ਨਹੀਂ ਕਿ ਇਹਦਾ ਦੋਸ਼ੀ ਕੌਣ ਹੈ? ਫਿਰ ਇਹ ਕਿਉਂ ਇਸ ਤਰ੍ਹਾਂ ਹੋ ਰਿਹਾ? ਸੋ ਇਸ ਕਰਕੇ ਉਹਨਾਂ ਨੇ ਯਤਨ ਕੀਤਾ ਕਿ ਅਸੀਂ ਉਹਨਾਂ ਦਾ ਬਿਲਕੁਲ ਸਾਥ ਨਹੀਂ ਦੇਵਾਂਗੇ। ਪਿਛਲੇ ਦਿਨ ਹੀ ਤੁਹਾਨੂੰ ਯਾਦ ਹੋਏਗਾ ਕ੍ਰਿਸ਼ਨ ਭਗਵਾਨ ਸਿੰਘ ਉਹਨਾਂ ਦਾ ਬੇਟਾ ਏਅਰ ਦੇ ਉੱਤੇ ਆਇਆ ਸੀ, ਜਦੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਸਿੱਟ ਇਹਨਾਂ ਨੇ ਕੈਂਸਲ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਹੁਣ ਕੋਈ ਮਰਜ਼ੀ ਸਿੱਟ ਬਣ ਜਾਵੇ, ਇਸ ਤੋਂ ਬਾਅਦ ਅਸੀਂ ਕਿਸੇ ਦਾ ਸਾਥ ਨਹੀਂ ਦੇਣਾ। ਔਰ ਬਹੁਤੇ ਲੋਕ ਇਸ ਤਰ੍ਹਾਂ ਕਰ ਰਹੇ ਨੇ। ਉਹ ਕਹਿੰਦੇ ਨੇ ਅਸੀਂ ਬਿਲਕੁਲ ਇਹਨਾਂ ਦਾ ਕੋਈ ਵੀ ਸਾਥ ਨਹੀਂ ਦੇਵਾਂਗੇ। ਉਹਦਾ ਕਾਰਨ ਇਹ ਹੈ ਕਿ ਇਹਨਾਂ ਨੇ ਕੋਈ ਵੀ ਸਿੱਟ, ਕੋਈ ਵੀ ਕਮਿਸ਼ਨ ਰਿਪੋਰਟ ਹੈ ਜਿਨ੍ਹਾਂ ਨੂੰ ਅਸੀਂ ਦੋਸ਼ੀ ਮੰਨ ਰਹੇ ਹਾਂ ਕਿ ਦੋਸ਼ੀ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਉਸ ਵੇਲੇ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਨੇ, ਜਿਨ੍ਹਾਂ ਕਰਕੇ ਇਹ ਵੱਡੀ ਮੁਸ਼ਕਲ ਆ ਰਹੀ ਹੈ। ਸੋ ਇਸ ਕਰਕੇ ਆਪਾਂ ਇਸ ਸਿੱਟ ਨੂੰ ਹੁਣ ਪ੍ਰਵਾਨ ਨਹੀਂ ਕਰਨਾ ਤੇ ਨਾ ਹੀ ਕੋਈ ਸਾਥ ਦੇ ਰਹੇ ਨੇ। 6 ਮਹੀਨਿਆਂ ਤੋਂ ਘੱਟ ਦਾ ਸਮਾਂ ਰਹਿ ਗਿਆ ਹੈ ਕੈਪਟਨ ਸਾਹਿਬ ਲਈ ਰਾਜਨੀਤੀ ਕਰਨ ਦਾ। ਕਿ 6 ਮਹੀਨਿਆਂ ਦੇ ਵਿੱਚ ਇਹ ਨਵੀਂ ਬਣੀ ਜਿਹੜੀ ਸਿੱਟ ਹੈ ਇਹ ਸਾਰੀਆਂ ਰਿਪੋਰਟਾਂ ਤਿਆਰ ਕਰਕੇ ਸਰਕਾਰ ਤੱਕ ਦੇ ਦੇਗੀ, ਚਲਾਨ ਪੇਸ਼ ਹੋਏਗਾ, ਅਦਾਲਤੀ ਕਾਰਵਾਈ ਹੋਏਗੀ, ਉਸ ਤੋਂ ਬਾਅਦ ਜਾ ਕੇ ਫੈਸਲਾ ਹੋਣਾ ਹੈ ਕਿ ਇਹ ਵਾਕਈ ਹੀ ਨਵੀਂ ਸਿੱਟ ਬਣਾਉਣ ਪਿੱਛੇ ਕੈਪਟਨ ਸਾਹਿਬ ਦੀ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ। ਉਸ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਬਾਈਬਲ ਕਲਾ ਦਾ ਗੋਲੀकांड ਬਰਗਾੜੀ ਦੇ ਵਿੱਚ ਸ਼ਰੇਆਮ ਬਾਦਲਾਂ ਦਾ ਹੱਥ ਹੈ, ਜਿਉਂ ਹੀ ਮੇਰੀ ਸਰਕਾਰ ਆਉਂਦੀ ਹੈ ਇਹਨਾਂ ਨੂੰ ਅੰਦਰ ਕਰਾਂਗਾ। ਬਾਅਦ ਦੀ ਜਿਹੜੀ ਵੀਡੀਓ ਆਉਂਦੀ ਹੈ, ਇੱਕ ਬੀਬੀ ਜਰਨਲਿਸਟ ਸਾਡੇ ਪੰਜਾਬ ਤੋਂ ਜਦੋਂ ਉਹਦੀ ਇੰਟਰਵਿਊ ਲੈਣ ਜਾਂਦੀ ਹੈ ਤੇ ਉਹ ਕਹਿੰਦੇ ਕਿ ਮੇਰੇ ਇੱਦਾਂ ਥੋੜ੍ਹਾ ਮੈਂ ਹਰੇਕ ਨੂੰ ਚੱਕ ਕੇ ਜਿਹਨੂੰ ਮਰਜ਼ੀ ਜੇਲ੍ਹ 'ਚ ਭੇਜ ਦਿਆਂ। ਨੋ, ਇਹ ਤਾਂ ਫੈਸਲਾ ਜੋ ਅਦਾਲਤਾਂ ਕਰਨਗੀਆਂ ਮੈਂ ਉੱਦਾਂ ਕਰਾਂਗਾ। ਯਾਨੀ ਕਿ ਰਾਜਨੀਤਿਕ ਲੋਕ ਆਪਣੇ ਪੈਂਤੜੇ ਤੁਹਾਡੀਆਂ ਵੋਟਾਂ ਲੈਣ ਦੀ ਖਾਤਰ ਕਿਵੇਂ ਬਦਲਦੇ ਨੇ, ਇਹ ਉਹਨਾਂ 'ਤੇ ਡਿਪੈਂਡ ਕਰਦਾ ਹੈ, ਉਹਨਾਂ ਨੂੰ ਕਿਵੇਂ ਚੰਗਾ ਲੱਗਦਾ ਹੈ। ਇਸ ਕਰਕੇ ਜਸਟਿਸ ਜੋਰਾ ਸਿੰਘ ਦੀ ਰਿਪੋਰਟ, ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਿਹੜੀ ਵਿਸ਼ੇਸ਼ ਕਰਕੇ ਬਣੀ ਸੀ ਤੇ ਉਸ ਤੋਂ ਬਾਅਦ ਫੈਸਲੇ ਕੋਈ ਵੀ ਨਹੀਂ ਹੋ ਪਾਏ। ਹੁਣ ਜਿਹੜੀ ਨਵੀਂ ਸਿੱਟ ਬਣਾਈ ਹੈ ਉਹਦੇ ਬਾਬਤ ਜਿਵੇਂ ਮੈਂ ਤੁਹਾਨੂੰ ਜ਼ਿਕਰ ਕੀਤਾ ਸੀ ਕਿ ਕਿਰਨਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਇੱਥੇ ਸੀਨੀਅਰ ਵਾਈਸ ਪ੍ਰਧਾਨ ਨੇ, ਉਹ ਮੇਰੇ ਨਾਲ ਸ਼ਾਮਲ ਹੋ ਰਹੇ ਨੇ। ਸਰ ਕਿਰਨਦੀਪ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਸਮਾਂ ਥੋੜ੍ਹਾ ਜਿਹਾ ਲੱਗ ਗਿਆ, ਕਈ ਵਾਰੀ ਤਕਨੀਕੀ ਮੁਸ਼ਕਲਾਂ ਹੁੰਦੀਆਂ ਨੇ ਕਿਉਂਕਿ ਇਹ ਤੁਹਾਡਾ ਹਮੇਸ਼ਾ ਲਾਂਭਾ ਰਹਿੰਦਾ ਸੀ ਕਿ ਸਾਡੇ ਨਾਲ ਗੱਲਬਾਤ ਨਹੀਂ ਕਰਦੇ। ਮੈਂ ਹੁਣ ਸਿੱਟ ਦੀ ਗੱਲਬਾਤ ਕਰ ਰਿਹਾ ਸੀ। ਸਿੱਟ ਦੇ ਉੱਤੇ ਥੋੜ੍ਹਾ ਜਿਹਾ ਇਹ ਲੋਕਾਂ ਵੱਲੋਂ ਦੋਸ਼ ਲੱਗਦਾ ਆ ਰਿਹਾ ਕਿ ਜਿੰਨੀਆਂ ਸਿੱਟ ਪਹਿਲਾਂ ਬਣੀਆਂ ਨੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਹੈ, ਇਹਦੇ ਬਾਰੇ ਸਿੱਧੇ ਤੌਰ 'ਤੇ ਦੋਸ਼ੀ ਮੰਨਿਆ ਜਾ ਰਿਹਾ ਕਿ ਉਸ ਵੇਲੇ ਦੇ ਮੁੱਖ ਮੰਤਰੀ, ਉਸ ਵੇਲੇ ਦੇ ਗ੍ਰਹਿ ਮੰਤਰੀ ਤੇ ਉਸ ਵੇਲੇ ਦਾ DGP ਬਕਾਇਦਾ ਉਹਦੇ ਵਿੱਚ ਸ਼ਾਮਲ ਸੀ, ਉਹਨਾਂ ਦਾ ਪੂਰਾ ਦੋਸ਼ ਹੈ। ਇਸ ਕਰਕੇ ਕਿਉਂ ਨਾ ਉਹਨਾਂ ਨੂੰ ਦੋਸ਼ੀ ਮੰਨਿਆ ਜਾਵੇ। ਤੁਹਾਡਾ ਇਹਦੇ ਤੇ ਕੀ ਪ੍ਰਤੀਕਰਮ ਹੈ ਜੀ? ਇਹਦੇ ਚ ਸਰਦਾਰ ਸਾਹਿਬ ਇੱਕ ਸਿੰਪਲ ਜੀ ਗੱਲ ਆ ਵੀ ਜਿਹਦੀ ਸਰਕਾਰ ਆ, ਜੇ ਉਹਦੀ ਸਰਕਾਰ ਦੇ ਸਮੇਂ ਕੋਈ ਘਟਨਾ ਵਾਪਰਦੀ ਆ ਤੇ ਜੇ ਸਿਰਫ ਇੱਕੋ ਇੱਕ ਇਹੀ ਗਰਾਊਂਡ ਦੇ ਆਪਾਂ ਆਧਾਰ ਦੇ ਉੱਤੇ ਆਪਾਂ ਕਿਸੇ ਨੂੰ ਦੋਸ਼ੀ ਠਹਿਰਾਉਣਾ, ਫੇਰ ਤਾਂ ਬਹੁਤ ਅਨੇਕਾਂ ਘਟਨਾਵਾਂ ਆ ਇਹਨਾਂ ਦੇਸ਼ਾਂ 'ਚ ਵੀ ਵਾਪਰਦੀਆਂ, ਉੱਥੇ ਵੀ ਵਾਪਰਦੀਆਂ। ਇਸ ਤੋਂ ਬਿਨਾਂ ਕੋਈ ਵੀ ਗੱਲ ਜਿਹੜੀ ਲੱਗਦਾ ਹੋਵੇ ਉਧਰ ਨੂੰ ਇਸ਼ਾਰਾ ਕਰਦੀ ਹੋਵੇ ਕਿ ਉਹ ਦੋਸ਼ੀ ਆ, ਮੈਨੂੰ ਨਹੀਂ ਲੱਗਦਾ ਕਿ ਕੋਈ ਕਿਸੇ ਤਰ੍ਹਾਂ ਦਾ ਸਬੂਤ ਹੋਵੇ, ਕੋਈ ਕਿਸੇ ਤਰ੍ਹਾਂ ਦੀ ਕੋਈ ਵੀ ਚੀਜ਼ ਹੋਵੇ ਵੀ ਜਿਹੜੀ ਕਵੇ ਕਿ ਵੀ ਸਰਦਾਰ ਬਾਦਲ ਹੋਣਾ ਦਾ ਹੱਥ ਆ। ਕਿਉਂਕਿ ਚੰਗੀ ਭਲੀ ਤੁਹਾਡੀ ਸਰਕਾਰ ਚੱਲ ਰਹੀ ਹੈ 10 ਸਾਲਾਂ ਤੋਂ। ਤੁਸੀਂ ਜਿਵੇਂ ਅਸੀਂ ਸਾਰੇ ਇਹ ਆਸ ਕਰਦੇ ਹਾਂ ਕਿ ਵੀ ਹਰੇਕ ਰਾਜਨੀਤਿਕ ਬੰਦਾ ਚਾਹੁੰਦਾ ਕਿ ਅੱਗੇ ਸਰਕਾਰ ਆਵੇ, ਉਹ ਇਹ ਵੀ ਚਾਹੁੰਦੇ ਆ ਅਗਲੇ 5 ਸਾਲ ਆਉਣ, ਉਹਨਾਂ ਦੇ ਆਉਣ। ਔਰ ਉਸ ਸਮੇਂ ਜਦੋਂ ਸਿਚੁਏਸ਼ਨ ਇਹ ਬਣੀ ਸੀ, ਕਾਂਗਰਸ ਦੀ ਕਿਤੇ ਕੋਈ ਨਾਮ ਨਿਸ਼ਾਨ ਨਹੀਂ ਸੀ ਵੀ ਉਹਨਾਂ ਦੀ ਸਰਕਾਰ ਬਣ ਸਕਦੀ ਹੈ। ਸੋ ਬੈਨੀਫਿਟ ਕਾਂਗਰਸ ਨੇ ਲਿਆ ਤੇ ਅਕਾਲੀ ਦਲ ਚੰਗਾ ਭਲਾ ਚੱਲਦੇ ਹੋਏ ਕੰਮ ਨੂੰ ਕਿਉਂ ਖਰਾਬ ਕਰੂਗਾ? ਮੈਨੂੰ ਇਹਦਾ ਕੋਈ ਕਾਰਨ ਨਹੀਂ ਦਿਖਦਾ ਵੀ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਆ। ਹੁਣ ਕਿਹੜੀਆਂ ਗੱਲਾਂ ਕਰਕੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ, ਕੌਣ ਬੰਦੇ ਠਹਿਰਾਉਂਦੇ ਆ? ਕਿਉਂਕਿ ਨਾ ਤਾਂ ਕਿਸੇ ਜਾਂਚ ਦੇ ਵਿੱਚ, ਨਾ ਕਿਸੇ ਰਿਪੋਰਟ ਦੇ ਵਿੱਚ ਜਿਹੜੇ 9 ਜਿਮਨੀਆਂ ਪੇਸ਼ ਕੀਤੀਆਂ ਗਈਆਂ ਕੁੰਵਰ ਵਿਜੇ ਪ੍ਰਤਾਪ ਵੱਲੋਂ, ਈਵਨ 10ਵੀਂ ਦੇ ਵਿੱਚ ਵੀ ਸਰਦਾਰ ਬਾਦਲ ਦਾ ਉਹਨਾਂ ਨੇ ਨਾਂ ਨਹੀਂ ਕਿਤੇ ਦਿੱਤਾ। ਜਿਹੜੀਆਂ ਇੱਕ ਹੋਰ ਚਰਚਾ ਕੀਤੀ ਜਾਂਦੀ ਆ ਜਸਟਿਸ ਰਣਜੀਤ ਸਿੰਘ ਜੀ ਦੇ ਉਹਨਾਂ ਦੀ ਰਿਪੋਰਟ ਦੇ ਵਿੱਚ ਵੀ ਇੱਕ ਵੀ ਇਹੋ ਜਿਹੀ ਗੱਲ ਨਹੀਂ ਹੈਗੀ ਜਿਹਦੇ ਚ ਸਰਦਾਰ ਬਾਦਲ ਨੂੰ ਕਟਹਿਰੇ 'ਚ ਖੜਾ ਕੀਤਾ ਜਾ ਸਕੇ। ਤਾਂ ਮੈਨੂੰ ਇਹਦਾ ਆਧਾਰ ਨਹੀਂ ਪਤਾ ਵੀ ਕੀ ਆਧਾਰ ਆ ਇਸ ਗੱਲ ਦਾ ਵੀ ਜੇ ਕੋਈ ਕਵੇ, ਕਿਉਂਕਿ ਪ੍ਰੋਪੋਗੰਡਾ ਤਾਂ ਏਦਾਂ ਬਹੁਤ ਕੀਤਾ ਜਾਂਦਾ, ਹਾਈਲਾਈਟ ਤਾਂ ਬਹੁਤ ਅਸੀਂ ਕਹਿੰਦੇ ਆਏ ਆ ਲੰਮਿਆਂ ਸਮਾਂ ਤੋਂ ਕਿ ਵੀ ਬਹੁਤ ਏਜੰਸੀਆਂ ਜਾਂ ਬਹੁਤ ਇਹੋ ਜਿਹੇ ਕੰਮ ਕਰਦੇ ਆ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਕਦੇ ਵੀ ਕਹਿੰਦੀਆਂ ਵੀ ਸਿੱਖਾਂ ਦੀ ਆਵਾਜ਼ ਬੁਲੰਦ ਨਾ ਹੋਵੇ, ਸਿੱਖਾਂ ਦਾ ਕੋਈ ਵੀ ਜਾਂ ਸਾਡੀ ਗੱਲ ਕਿਸੇ ਉੱਚੇ ਲੈਵਲ ਤੇ ਨਾ ਪਹੁੰਚੇ। ਤੇ ਸਾਡੇ ਜੇ ਹੁਣ ਅਕਾਲੀ ਦਲ ਇੱਕੋ ਇੱਕ ਪਾਰਟੀ ਜੇ ਆਪਣੀ ਆਵਾਜ਼ ਚੱਕਦੀ ਸੀ
ਤੇ ਜੇ ਹੁਣ ਲੋਕ ਉਹਦੇ ਵਿਰੁੱਧ ਹੋ ਜਾਣ ਇਸ ਪ੍ਰੋਪੇਗੈਂਡੇ ਦੇ ਆਧਾਰ ਤੇ, ਤਾਂ ਆਟੋਮੈਟਿਕਲੀ ਫਿਰ ਸਾਰਾ ਕੁਝ ਵਧੀਆ ਉਹਨਾਂ ਵਾਸਤੇ, ਕਿਉਂਕਿ ਬੈਨੀਫਿਟ ਤਾਂ ਕਾਂਗਰਸ ਨੂੰ ਹੋ ਰਿਹਾ ਇਹਦੇ ਵਿੱਚ। ਜੀ ਓਕੇ, ਕਿਰਨਦੀਪ ਸਿੰਘ ਜੀ, ਤੁਸੀਂ ਜਿਵੇਂ ਜ਼ਿਕਰ ਕੀਤਾ ਹੈ ਕਿ ਕੋਈ ਸਰਕਾਰ ਨਹੀਂ ਚਾਹੁੰਦੀ ਕਿ ਮੇਰੇ ਸਰਕਾਰ ਦੇ ਰਾਜਕਾਲ ਦੇ ਦੌਰਾਨ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੇ ਜਿਹਦੇ ਕਰਕੇ ਸਾਡੀ ਬਦਨਾਮੀ ਹੋਵੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਜਿਹੜੀ ਬੇਅਦਬੀ ਹੋਈ ਹੈ, ਬਰਗਾੜੀ, ਬਹਿਬਲ ਕਲਾਂ, ਕੋਟਕਪੂਰਾ, ਸਾਰੇ ਕਾਂਡ ਸਾਰੇ ਇਕੱਠੇ ਵਾਪਰੇ ਨੇ। ਇਹਦੇ ਵਿੱਚ ਉਸ ਵੇਲੇ ਦੀ ਮੌਜੂਦਾ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਉਂ ਨਾ ਲੱਭ ਸਕੀ ਕਿ ਦੋਸ਼ੀ ਕੌਣ ਨੇ? ਇਦਾਂ ਜੀ ਸਰਦਾਰ ਸਾਹਿਬ, ਸਿਚੁਏਸ਼ਨ ਜਿਹੜੀ ਬਣੀ ਆ, ਕਈ ਵਾਰੀ ਕ੍ਰਾਈਮ ਇਹੋ ਜਿਹੇ ਹੋ ਜਾਂਦੇ ਆ ਕਿ ਤੁਹਾਨੂੰ ਨਹੀਂ ਪਤਾ ਲੱਗਦਾ। ਉਹਨਾਂ ਨੇ ਕਿਉਂਕਿ ਇੱਕ ਮਸਲਾ ਧਾਰਮਿਕ ਸੀਗਾ, ਇਹਦੇ ਚ ਬਿਨਾਂ ਕਿਸੇ ਗੱਲੋਂ, ਜਿਵੇਂ ਹੁਣ ਇਹ ਸਿਚੁਏਸ਼ਨ ਵਾਪਰ ਰਹੀ ਆ, ਕਿਸੇ ਵੱਲ ਉਂਗਲ ਕੀਤੀ ਜਾਣੀ ਉਹ ਬਹੁਤ ਵੱਡਾ ਕੁਛ ਹਾਲਾਤ ਖਰਾਬ ਕਰ ਸਕਦੀ ਸੀਗੀ। ਸੋ ਉਹਨਾਂ ਨੇ ਜ਼ਿੰਮੇਵਾਰੀ ਦੇ ਨਾਲ ਸਟੈਪ ਆਪਣੇ ਚੱਕੇ। ਮੈਂ ਈਵਨ ਇਹਨਾਂ ਦੇਸ਼ਾਂ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ, ਲੈ ਹੁਣ ਕਿੱਡਾ ਵੱਡਾ ਕਾਂਡ ਹੋਇਆ ਸੀਗਾ 에ਅਰ ਇੰਡੀਆ ਦਾ, ਮਤਲਬ ਇਹੋ ਜਿਹੇ ਬਹੁਤ ਕੇਸ ਹੁੰਦੇ ਆ ਜਿਹੜੇ ਏਡਾ ਸੌਖਾ ਨਹੀਂ ਕਿ ਵੀ ਹਾਂ ਵੀ ਬਹੁਤ ਜਲਦੀ ਐ ਅੱਖ ਮੀਚੀ ਤੇ ਵੀ ਹਾਂ ਵੀ ਕੇਸ ਆਇਆ ਕਿਉਂ ਨਹੀਂ, ਜੇ ਨਹੀਂ ਆਇਆ ਤਾਂ ਇਹਦਾ ਮਤਲਬ ਭਾਈ ਤੁਸੀਂ ਦੋਸ਼ੀ ਹੋ। ਇਸ ਗੱਲ ਦਾ ਹਰਜਾਨਾ ਸ਼੍ਰੋਮਣੀ ਅਕਾਲੀ ਦਲ ਨੇ ਭੁਗਤਿਆ ਵੀ ਆ, ਸਰਕਾਰ ਤੋਂ ਬਾਹਰ ਰਹਿ ਕੇ, ਔਰ ਲੋਕਾਂ ਦੀ ਨਫ਼ਰਤ ਵੀ ਝੱਲਣੀ ਪਈ ਇਹਨਾਂ ਨੂੰ। ਲੋਕਾਂ ਨੇ ਬਿਲਕੁਲ ਖਿਲਾਫਤ ਕੀਤੀ ਹੈ, ਬਹੁਤ ਲੋਕਾਂ ਨੂੰ ਇਸ ਗੱਲ ਦਾ ਰੰਜ ਸੀਗਾ, ਔਰ ਕੀਤਾ ਵੀ ਜਾਣਾ ਚਾਹੀਦਾ। ਮੈਨੂੰ ਲੱਗਦਾ ਵੀ ਕਿਉਂਕਿ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਉਂਦੀ ਆ ਤਾਂ ਉੱਥੇ ਹਰ ਸਿੱਖ ਆ ਜਿਹੜਾ ਉਹਨੂੰ ਦੁੱਖ ਤਾਂ ਪਹੁੰਚਦਾ ਹੀ ਹੈ ਇਹਨਾਂ ਗੱਲਾਂ ਤੇ। ਤਾਂ ਉਹ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਇਸ ਗੱਲ ਦੇ ਵਿੱਚ ਗਿਲਟੀ ਕਹਿ ਲਓ। ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਹੋਣ ਦੇ ਨਾਂ ਤੇ ਬਿਲਕੁਲ ਅਸੀਂ ਇਸ ਗੱਲ ਦੀ ਮਾਫੀ ਵੀ ਮੰਗਦੇ ਹਾਂ ਲੋਕਾਂ ਤੋਂ, ਤੇ ਇਸ ਗੱਲ ਦਾ ਸਿਰਫ ਇਹੀ ਕਹਿ ਸਕਦੇ ਹਾਂ ਕਿ ਹਾਂ ਵੀ ਸਾਡੀ ਇਹ ਜਿੰਨੀ ਕੁ ਖਨਾਮੀ ਰਹੀ ਆ, ਕਿਉਂਕਿ ਸਾਡੇ ਕੋਲ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਕੋਲੇ ਬਿਲਕੁਲ ਥੋੜਾ ਸੀਗਾ। ਥੋੜੇ ਜਿਹੇ ਸਮੇਂ ਬਾਅਦ ਹੀ ਇਹਨਾਂ ਨੇ ਇਹ ਕਹਿ ਦਿੱਤਾ ਕਿ ਪੰਜਾਬ ਸਰਕਾਰ ਤੇ ਸਾਨੂੰ ਭਰੋਸਾ ਨਹੀਂ, ਪੰਜਾਬ ਪੁਲਿਸ ਤੇ ਭਰੋਸਾ ਨਹੀਂ, ਤਾਂ CBI ਨੂੰ ਜਾਂਚ ਦਿੱਤੀ ਜਾਣੀ ਚਾਹੀਦੀ ਹੈ। ਇਹਨਾਂ ਨੇ ਪ੍ਰੈਸ਼ਰ ਪਾਇਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਬਿਲਕੁਲ ਇਹਨਾਂ ਨੂੰ ਇਹ ਸੀਗਾ, ਸਰਕਾਰ ਨੂੰ ਇਹ ਸੀਗਾ ਕਿ ਜੇ ਅਸੀਂ ਕਰਦੇ ਹਾਂ ਤਾਂ ਇਹਨਾਂ ਨੂੰ ਕਿਤੇ ਨਾ ਕਿਤੇ ਇਹ ਮਲਾਲ ਰਹੂਗਾ। ਇਹਨਾਂ ਨੇ ਪ੍ਰੋਪੇਗੈਂਡਾ ਇਹ ਕਰਨਾ ਕਿ ਨਹੀਂ, ਇਹਨਾਂ ਨੇ ਆਪਣੀ ਪੁਲਿਸ ਤੋਂ ਕਰਵਾ ਕੇ ਤੇ ਨੁਕਸਾਨ ਉਸ ਚੀਜ਼ ਦਾ ਕੀਤਾ ਹੈ ਤੇ ਦੋਸ਼ੀ ਇਹਨਾਂ ਨੇ ਲੱਭੇ ਨਹੀਂ ਹੈਗੇ। 2-2.5 ਮਹੀਨਿਆਂ ਬਾਅਦ CBI ਕੋਲ ਜਾਂਚ ਚਲੀ ਗਈ ਆ ਤੇ ਬਾਕੀ ਤੁਹਾਡੇ ਸਾਹਮਣੇ ਹੀ ਹੈ। ਫਿਰ CBI ਤੋਂ ਬਾਅਦ ਜਿਹੜੀ ਜਾਂਚ, ਜਿਹੜਾ ਨਵਾਂ ਸਿੱਟ ਬੈਠਾ ਸੀ ਕੰਵਰ ਵਿਜੇ ਪ੍ਰਤਾਪ ਸਿੰਘ, ਉਹਨੇ ਚਲਾਨ ਨੰਬਰ 9 ਦੇ ਵਿੱਚ ਮੇਰੇ ਕੋਲ ਸਾਰੇ ਚਲਾਨ, ਸਾਰੀ ਰਿਪੋਰਟ ਕੋਰਟ ਦੀ ਵੀ ਤੇ ਜਿਹੜੀ ਕੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਤੁਹਾਨੂੰ ਮੈਂ ਭੇਜ ਦਿਆਂਗਾ, ਉਹ ਥੋੜ੍ਹਾ ਜਿਹਾ ਦੇਖ ਵੀ ਲਿਓ। ਉਹਦੇ ਵਿੱਚ ਉਹਨੇ ਕਲੀਅਰਲੀ ਜ਼ਿਕਰ ਕੀਤਾ ਹੈ ਕਿ ਉਹਨੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਤੇ ਸੁਮੇਧ ਸੈਣੀ ਦਾ ਜ਼ਿਕਰ ਕੀਤਾ ਹੈ। ਕਾਲ ਰਿਕਾਰਡ ਕਢਾ ਕੇ ਦੱਸਿਆ ਹੈ ਕਿ 1-1 ਮਿੰਟ ਬਾਅਦ ਕਾਲ ਆ ਰਹੀ ਸੀ। ਉਸ ਬਾਬਤ ਤੁਸੀਂ ਕੀ ਸਮਝਦੇ ਹੋ ਕਿ ਗ੍ਰਹਿ ਮੰਤਰੀ ਦੀ ਇਜਾਜ਼ਤ ਤੋਂ ਬਿਨਾਂ ਪੁਲਿਸ ਵਾਲਾ ਉਮਰਾ ਨੰਗਲ ਵਰਗਾ ਦੂਜੇ ਜ਼ਿਲ੍ਹੇ 'ਚ ਆ ਕੇ ਇੱਥੇ ਗੋਲੀ ਚਲਾ ਸਕਦਾ ਹੈ? ਮੈਂ ਕਹਿੰਦਾ ਵੀ ਸਰਦਾਰ ਸਾਹਿਬ ਦੇਖੋ, ਤੁਸੀਂ ਵੀ ਸਿੱਖਾਂ, ਤੁਹਾਡੀਆਂ ਵੀ ਭਾਵਨਾ ਹੋ ਸਕਦਾ ਵੀ ਮੇਰੇ ਨਾਲੋਂ ਵੀ ਤੁਸੀਂ ਜ਼ਿਆਦਾ ਹਰਟ ਹੋਏ ਹੋ। ਹੁਣ ਤੁਸੀਂ ਇਸ ਗੱਲ ਨੂੰ ਏਦਾਂ ਸਮਝਣ ਦੀ ਕੋਸ਼ਿਸ਼ ਕਰੋ ਵੀ ਇਸ ਕੇਸ ਨੂੰ ਪਾਸੇ ਰੱਖ ਦਿਓ ਤੇ ਸਾਡੇ ਹੁਣ ਮੰਨ ਲਓ ਮੇਰਾ ਪਿੰਡ ਢੁੱਡੀ ਗਿਆ, ਮੇਰੇ ਪਿੰਡ 'ਚ ਕੋਈ ਘਟਨਾ ਵਾਪਰਦੀ ਆ ਤੇ ਮੈਂ ਇੱਥੇ ਬੈਠਾ, ਮੈਨੂੰ ਦਰਦ ਆ ਤੇ ਮੈਂ ਫੋਨ ਕਰਕੇ ਪੁੱਛਦਾ ਜਾਂ ਮੇਰੇ ਘਰ ਦੇ ਮੈਨੂੰ ਦੱਸਦੇ ਆ। ਜਦੋਂ ਇੱਕ ਜ਼ਿੰਮੇਵਾਰ ਹੋਵੇ ਬੰਦਾ ਕੋਈ, ਔਰ ਉਹ ਜਿਹਨੇ ਇੰਨੇ ਸਾਲ ਦੇ ਆਪਣੇ ਪੰਜਾਬ ਲਈ, ਪੰਜਾਬ ਦੇ ਹੱਕਾਂ ਦੇ ਲਈ, ਕੌਮ ਦੇ ਲਈ ਜਿਹਨੇ 16-17 ਸਾਲ ਜੇਲ੍ਹ ਦੇ ਵਿੱਚ ਵੀ ਲਾਏ ਹੋਣ, ਤੇ ਉਹ ਕੀ ਤੁਹਾਨੂੰ ਲੱਗਦਾ ਵੀ ਉਹ ਘਰੇ ਆਰਾਮ ਨਾਲ ਸੁੱਤਾ ਪਿਆ ਹੋਊਗਾ, ਵੀ ਉਹਨੂੰ ਕੋਈ ਫਿਕਰ ਨਾ ਹੋਊਗੀ? ਫੋਨ ਕਿਉਂ ਨਾ ਕਰੂਗਾ? ਜ਼ਿੰਮੇਵਾਰ ਆ ਉਹ ਬੰਦਾ। ਜੇ ਹੁਣ ਅੱਜ ਅਸੀਂ ਇਹ ਗੱਲ ਪੁੱਛਦੇ ਹਾਂ ਕਿ ਫੜੇ ਕਿਉਂ ਨਾ ਬੰਦੇ, ਤਾਂ ਉਹਦਾ ਮਤਲਬ ਇਹੀ ਆ ਨਾ ਕਿ ਜ਼ਿੰਮੇਵਾਰੀ ਤੋਂ ਆਪਾਂ ਨੂੰ ਲੱਗਦਾ ਕਿ ਜ਼ਿੰਮੇਵਾਰੀ ਤੋਂ ਇਹਨਾਂ ਨੇ ਕਤਾਈ ਕੀਤੀ ਹੈ। ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਸ ਸਮੇਂ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਦਿਖਾਉਂਦਿਆਂ ਉਹਨਾਂ ਨੇ ਰਿਪੋਰਟ ਲੈ ਰਹੇ ਸੀ ਕਿ ਬਿਲਕੁਲ ਲੈ ਰਹੇ ਸੀ। ਇਹਦੇ 'ਚ ਮੈਨੂੰ ਤਾਂ ਕਿਸੇ ਐਂਗਲ ਤੋਂ ਵੀ ਨਹੀਂ ਲੱਗਦਾ। ਈਵਨ ਜੱਜ ਸਾਹਿਬ ਨੇ ਵੀ ਇਹ ਕਿਹਾ ਆ ਕਿ ਇਹ ਤਾਂ ਜਿਵੇਂ ਹੁਣ ਅਸੀਂ ਕਹਿੰਦੇ ਆ ਕਿ ਵੀ ਨੀਰੂ ਬਾਂਸਰੀ ਵਜਾਉਂਦਾ ਰਿਹਾ ਤੇ ਰੋਮ ਸੜਦਾ ਰਿਹਾ, ਤੇ ਫਿਰ ਤਾਂ ਨੀਰੂ ਬਾਂਸਰੀ ਵਜਾਉਂਦਾ ਰਹਿੰਦਾ ਤੇ ਰੋਮ ਸੜਦਾ ਰਹਿੰਦਾ, ਮਤਲਬ ਕੋਈ ਕੇਅਰ ਨਹੀਂ ਸੀ, ਕੋਈ ਫਰਕ ਨਹੀਂ ਸੀ। ਉਹਨਾਂ ਨੇ ਤਾਂ ਇਹ ਸਬੂਤ ਦਿੱਤਾ ਕਿ ਵੀ ਭਾਈ ਕੀ ਵਾਪਰ ਰਿਹਾ, ਕੀ ਹੋ ਰਿਹਾ, ਸਿਚੁਏਸ਼ਨ ਦੀ ਉਹਨਾਂ ਨੇ ਜਾਣਕਾਰੀ ਲਈ ਹੈ ਫੋਨ ਕਰਕੇ।
ਇਹਦੇ ਚ ਗਲਤ ਤਾਂ ਕੁਝ ਨਹੀਂ ਹੋਇਆ ਸਰਦਾਰ ਸਾਹਿਬ। ਤੇ ਜਦੋਂ ਵੀ ਕਿਤੇ ਗੋਲੀ ਚੱਲਦੀ ਹੈ ਜੀ ਪੁਲਿਸ ਪ੍ਰਸ਼ਾਸਨ ਦੇ ਵਿੱਚ, ਮੇਰਾ ਖਿਆਲ ਹੈ ਗੋਲੀ ਚਲਾਉਣ ਦੇ ਲਈ ਕੋਈ ਸੀਨੀਅਰ ਅਧਿਕਾਰੀ ਉਹਦੇ ਲਈ ਆਰਡਰ ਦਿੰਦਾ ਹੈ। ਹੋ ਸਕਦਾ ਹੈ ਜੇ ਮੰਨ ਲਓ ਗ੍ਰਹਿ ਮੰਤਰੀ ਨੇ ਨਹੀਂ ਦਿੱਤੀ, ਹੋ ਸਕਦਾ ਸੁਮੇਧ ਸੈਣੀ ਨੇ ਜਾਂ ਉੱਥੇ ਦੇ ਐਸਐਸਪੀ ਨੇ ਦਿੱਤੀ ਹੋਵੇ। ਉਹਦੇ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ? ਤੁਸੀਂ ਕੀ ਸੋਚਦੇ ਹੋ ਕਿ ਉਹਨਾਂ ਲੋਕਾਂ ਨੂੰ ਜੇਲ੍ਹ ਦੇ ਵਿੱਚ ਜਾਣਾ ਚਾਹੀਦਾ, ਸੁਮੇਧ ਸੈਣੀ ਵਰਗਿਆਂ ਨੂੰ? ਕਿਉਂਕਿ ਸੁਮੇਧ ਸੈਣੀ ਦਾ ਰੈਕਡ ਸਿੱਖਾਂ ਦੇ ਲਈ ਬੜਾ ਮਾੜਾ ਹੈ ਕਿ ਉਹ ਬੁੱਚੜ ਪੁਲਿਸ ਅਫਸਰ ਹੈ ਜਿਹਨੇ ਆਪਣੇ ਹੁੰਦਿਆਂ ਝੂਠੇ ਪੁਲਿਸ ਮੁਕਾਬਲੇ ਬਣਾਏ ਨੇ ਤੇ ਬੜੀ ਵੱਡੀ ਤਾਦਾਦ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਮੁਲਤਾਨੀ ਦਾ ਕੇਸ ਤੁਹਾਡੇ ਸਾਹਮਣੇ ਆ। ਇੱਕ ਨਹੀਂ ਬਹੁਤੇ ਇਹੋ ਜਿਹੇ ਕੇਸ ਨੇ ਜਿਹੜੇ ਉਹਨਾਂ ਨੇ ਮੁਕਾਬਲੇ ਬਣਾ ਮਾਰੇ ਨੇ। ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੜੇ ਲੰਮੇ ਸਮੇਂ ਤੋਂ ਰਾਜਨੀਤੀ ਦੇ ਵਿੱਚ 5 ਵਾਰੀ ਮੁੱਖ ਮੰਤਰੀ ਰਹੇ ਨੇ, ਉਹੀ ਨਹੀਂ ਰਹੇ, ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਨੇ ਔਰ ਖਾਸ ਕਰਕੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਨੇ, ਇਸ ਕਰਕੇ ਉਹ ਮੁੱਖ ਮੰਤਰੀ ਬਣਦੇ ਰਹੇ ਨੇ। ਉਹਨਾਂ ਨੂੰ ਪਤਾ ਸੀ ਕਿ ਲੋਕਾਂ ਦੇ ਇਹ ਕਤਲ ਕਰਦਾ ਰਿਹਾ। ਜੂਨੀਅਰ ਵਿਅਕਤੀ ਸੀ, ਜੂਨੀਅਰ ਨੂੰ ਚੁੱਕ ਕੇ ਸੀਨੀਅਰ ਬਣਾਉਣ ਦੇ ਲਈ ਇਹਦੇ ਪਿੱਛੇ ਮੰਤਵ ਕੀ ਸੀ? ਨਹੀਂ, ਪਹਿਲਾਂ ਤਾਂ ਜਿਵੇਂ ਤੁਸੀਂ ਗੋਲੀ ਦੀ ਗੱਲ ਕੀਤੀ ਹੈ ਕਿ ਆਪੋ ਆਪਣੇ ਕਿਹਨੇ ਗੋਲੀ, ਜਿਨ੍ਹਾਂ ਨੇ ਅਧਿਕਾਰ ਦਿੱਤੇ ਆ ਉਹਦੇ, ਜੇ ਐਸਡੀਐਮ ਸਾਹਿਬ ਮੌਕੇ ਦੇ, ਉਹਨਾਂ ਨੇ ਜੰਦੀ ਇਹ ਅਧਿਕਾਰ ਦੇ ਸਕਦੇ ਆ ਉਹ, ਕਿਉਂਕਿ ਇਹ ਪ੍ਰੋਸੈਸ ਐਡਾ ਲੰਮਾ ਨਹੀਂ ਹੈਗਾ ਕਿ ਹੁਣ ਕੋਈ ਇਸ਼ੂ ਮੌਕੇ ਤੇ ਕਲੈਸ਼ ਹੋ ਰਿਹਾ ਤੇ ਵੀ ਉਹ ਹੋਮ ਮਿਨਿਸਟਰੀ ਤੋਂ ਉਹਦੀ ਕਾਲ ਕਰਕੇ ਜਾਂ ਉਹ ਪਰਮਿਸ਼ਨ ਲੈਣਗੇ। ਤਾਂ ਉਹਦੇ ਲਈ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਦੇ ਐਫੀਡੇਵਿਟ ਬਕਾਇਦਾ ਉਹਨਾਂ ਦੇ ਸਾਈਨ ਹੋਏ ਰਿਟਨ ਆਰਡਰ ਉਹ ਜਾਂਚ ਦੇ ਕਮੇਟੀ ਦੇ ਅੱਗੇ ਰੱਖੇ ਗਏ ਆ। ਔਰ ਉਹਨਾਂ ਨੂੰ ਕਿਤੇ ਨਾ ਕਿਤੇ, ਮੈਂ ਇਹ ਅਨਅਫੀਸ਼ੀਅਲੀ ਇਹ ਗੱਲ ਕਹਿਣਾ ਕਿ ਵੀ ਉਹਨਾਂ ਨੂੰ ਪ੍ਰੈਸ਼ਰ ਹੀ ਉਹਨਾਂ ਦੇ ਉੱਤੇ ਪਾਇਆ ਗਿਆ ਕਿ ਤੁਸੀਂ ਇਹ ਕਹੋ ਕਿ ਵੀ ਹਾਂ ਵੀ ਸਰਦਾਰ ਬਾਦਲ ਨੇ ਤੁਹਾਨੂੰ ਇਹ ਗੱਲ ਆਖੀ ਹੈ, ਜਾਂ ਕਿਤੇ ਨਾ ਕਿਤੇ ਟਰਾਈ ਕੀਤੀ ਗਈ ਕਿ ਵੀ ਉਹ ਇਹ ਕਹਿਣ ਕਿ ਸਾਈਨ ਬਾਅਦ ਵਿੱਚ ਕੀਤੇ ਆ ਜੀ ਅਸੀਂ ਆਰਡਰ ਦੇ ਉੱਤੇ, ਵੀ ਗੋਲੀ ਚਲਾਤੀ ਸੀ, ਮਾਰ ਦਿੱਤੇ ਸੀ ਬੰਦੇ। ਪਰ ਨਹੀਂ, ਉਹ ਗੱਲਾਂ ਉਸ ਤਰ੍ਹਾਂ ਨਹੀਂ ਹੋਈਆਂ। ਜੋ ਸੱਚ ਆ ਸੋ ਸੱਚ ਆ। ਉਹ ਜੋ ਮੌਕੇ ਦੇ ਅਫੀਸਰ ਆ ਉਹਨਾਂ ਨੇ ਆਪਣੇ ਬਿਆਨ ਦਿੱਤੇ ਹੋਏ ਆ ਔਰ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਕਿ ਕਾਨੂੰਨ ਉਹਨੂੰ ਕਿਸ ਤਰ੍ਹਾਂ ਲੈਂਦਾ, ਕਿ ਵੀ ਹਾਂ ਉਹਨੂੰ ਗਲਤ ਲੈਂਦਾ ਹੈ ਜਾਂ ਸਹੀ ਲੈਂਦਾ। ਤੇ ਉਹ ਤਾਂ ਓਬਵੀਅਸਲੀ ਆ ਵੀ ਇਹ ਤਾਂ ਬੜੀ ਮਾੜੀ ਗੱਲ ਆ। ਕਿਸੇ ਪਰਿਵਾਰ ਦੇ 2 ਜੀ ਆ ਜਿਹੜੇ, ਇੱਕ ਪਰਿਵਾਰ ਦਾ 1 ਜੀ, ਇੱਕ ਦਾ 1। ਚਲੋ ਖੈਰ, ਸਾਰੇ ਸਿੱਖ ਇੱਕੋ ਪਰਿਵਾਰ ਹੀ ਆ, ਸਾਰੀ ਇਸ ਤਾਂ ਮਨੁੱਖਤਾ ਦੀ ਭਲਾਈ ਕਹਿੰਦੇ ਆ। ਸੋ ਮੈਨੂੰ ਬਿਲਕੁਲ ਇਸ ਗੱਲ 'ਚ ਮੈਂ ਮੰਨਦਾ ਕਿ ਵੀ ਹਾਂ ਉਹ ਗਲਤ ਸੀ, ਗਲਤ ਗੱਲ ਆ। ਔਰ ਜਿਹੜਾ ਕੋਈ ਨਾ ਕੋਈ ਬੰਦਾ ਉਹਦੇ 'ਚ ਦੋਸ਼ੀ ਹੈਗਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ। ਤੇ ਜਦੋਂ ਦੋਸ਼ੀ ਕੋਈ ਨਾ ਕੋਈ, ਹਾਂਜੀ ਵੀਰ ਕਿਰਨਦੀਪ ਜੀ, ਦੋਸ਼ੀ ਕੋਈ ਨਾ ਕੋਈ ਹੈ, ਇਸ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਬੇਅਦਬੀ ਕਰਨ ਵਾਲੇ ਸ਼ਰੇਆਮ ਗੁਰਮੀਤ ਰਾਮ ਰਹੀਮ ਦੇ ਚੇਲੇ ਨੇ। ਉਹ ਪਿੰਡ ਦੇ ਵਿੱਚ ਪੋਸਟਰ ਲਾਉਂਦੇ ਨੇ ਕਿ ਤੁਹਾਡਾ ਗੁਰੂ ਚੁੱਕ ਲਿਆ ਤੇ ਤੁਹਾਡੇ ਤੋਂ ਕੁਝ ਕਰ ਹੁੰਦਾ ਤਾਂ ਕਰ ਲਓ। ਸਰਕਾਰ ਕਿਉਂ ਸੁੱਤੀ ਰਹੀ? ਪੋਸਟਰ ਲੱਗਣ ਦੇ ਬਾਵਜੂਦ। ਤੁਸੀਂ ਜ਼ਿਕਰ ਕਰ ਰਹੇ ਸੀ ਕਿ ਇੰਨੇ ਲੰਮੇ ਸਮੇਂ ਤੋਂ ਇੱਕ ਧਾਰਮਿਕ ਸ਼ਖਸੀਅਤ ਨੇ, ਉਹਨਾਂ ਨੂੰ ਪਤਾ ਨਹੀਂ ਸੀ ਕਿ ਮੇਰੇ ਗੁਰੂ ਨੂੰ ਚੁੱਕ ਲਿਆ। ਹੁਣ ਆਪਣੇ ਘਰੇ ਸੋਚਿਆ ਜਾਵੇ, ਇੱਥੇ ਬੈਠੇ ਆਪਾਂ, ਮੇਰੇ ਪਿਤਾ ਜੀ ਮੇਰੇ ਨਾਲ ਰਹਿੰਦੇ ਨੇ, ਮੇਰੇ ਪਿਤਾ ਨੂੰ ਕੋਈ ਗੈਂਗਸਟਰ ਆਉਣ ਤੇ ਚੁੱਕ ਕੇ ਲੈ ਜਾਣ, ਮੈਨੂੰ ਨੀਂਦ ਆ ਜਾਏਗੀ? ਮੈਂ ਸੌਂ ਸਕਦਾ? ਬਿਲਕੁਲ ਨਹੀਂ। ਉਹੀ ਤਾਂ, ਪਰ ਉਦੋਂ ਸੁੱਤੇ ਰਹੇ। ਬਹੁਤ ਸਿਆਣੀ ਗੱਲ ਕਹੀ ਤੁਸੀਂ, ਬਿਲਕੁਲ ਕੁਲਦੀਪ ਸਿੰਘ। ਇਹੀ ਤਾਂ ਗੱਲ ਆ ਕਿ ਮੈਂ ਵੀ ਇਹੀ ਕਹਿਣਾ ਕਿ ਕਿਵੇਂ ਸੌਂ ਸਕਦਾ ਕੋਈ। ਇਸੇ ਗੱਲ ਕਰਕੇ ਜਿਹੜਾ ਫੋਨਾਂ ਦਾ ਰੌਲਾ ਪੈਂਦਾ, ਮੈਨੂੰ ਲੱਗਦਾ ਉਹ ਤਾਂ ਗੱਲ ਘੱਟੋ ਘੱਟ ਸਾਡੀ ਕਲੀਅਰ ਹੋ ਜਾਣੀ ਚਾਹੀਦੀ ਹੈ ਇਸ ਗੱਲ ਨਾਲ ਹੀ, ਤੁਹਾਡੇ ਨਾਲ। ਠੀਕ ਹੈ, ਬੰਦਾ ਆ ਨਹੀਂ ਸਕਦਾ ਇਸ ਤਰ੍ਹਾਂ। ਪਰ ਪੋਸਟਰ ਤੇ ਆਓ, ਪੋਸਟਰ ਦੀ ਗੱਲ ਕਰੀਏ ਆਪਾਂ। ਪੋਸਟਰ ਲੱਗਣ ਤੋਂ ਬਾਅਦ ਕੀ ਐਕਸ਼ਨ ਲਿਆ ਗਵਰਨਮੈਂਟ ਨੇ? ਪੋਸਟਰ ਲੱਗਣ ਤੋਂ ਬਾਅਦ ਨੇੜ ਤੇੜ ਦੇ 30 ਪਿੰਡਾਂ ਦੇ ਤਾਂ ਛੱਪੜ ਵੀ ਖਾਲੀ ਕਰਵਾਏ ਗਏ ਆ ਸਰਦਾਰ ਸਾਹਿਬ। ਔਰ ਜਾਂਚ ਹੋਈ ਆ, ਪਰ ਮੈਂ ਕਹਿੰਦਾ ਕਿ ਬਦਕਿਸਮਤੀ ਅਕਾਲੀ ਦਲ ਦੀ ਕਹਿ ਲਓ ਜਾਂ ਜਿਹਨਾਂ ਨੇ ਕਰਨ ਵਾਲੇ ਬੰਦਿਆਂ ਦੀ ਇਹ ਸ਼ੈਤਾਨੀ ਕਹਿ ਲਓ, ਸਾਜ਼ਿਸ਼ ਕਹਿ ਲਓ, ਵੱਡੀ ਜ਼ਿਆਦਾ ਹਾਈ ਲੈਵਲ ਦੇ ਉੱਤੇ ਸੀਗੀ, ਵੀ ਜਿਹਦਾ ਨੁਕਸਾਨ ਇੱਕ ਸਿੱਖ ਕੌਮ ਨੂੰ ਪੂਰੀ ਨੂੰ ਝੱਲਣਾ ਪੈ ਰਿਹਾ, ਇਸ ਸਮੇਂ ਵੀ ਝੱਲਣਾ ਪੈ ਰਿਹਾ। ਸਾਨੂੰ ਇਹੋ ਜਿਹਾ ਮੁੱਖ ਮੰਤਰੀ ਮਿਲਿਆ ਹੋਇਆ ਜਿਨ੍ਹਾਂ ਨੂੰ ਚੀਕੂਆਂ ਤੇ ਸੀਤਾਫਲ ਦਾ ਫਿਕਰ ਆ। ਮਤਲਬ ਸਿਚੁਏਸ਼ਨ ਪੰਜਾਬ ਦਾ ਨੁਕਸਾਨ ਜ਼ਿਆਦਾ ਹੋਇਆ। ਜੇ ਅਸੀਂ ਕਹਿ ਦਈਏ ਕਿ ਇੱਕ ਪਰਿਵਾਰ ਦਾ ਜਾਂ ਇੱਕ ਕਿਸੇ ਦਾ ਨੁਕਸਾਨ ਸਭ ਦਾ ਹੋਇਆ, ਉਹਦਾ ਸੰਤਾਪ ਸਾਨੂੰ ਝੱਲਣਾ ਪੈ ਰਿਹਾ। ਕਿਸੇ ਨੇ ਜਿਹਨੇ ਇਹ ਕੀਤੀ ਆ ਉਹਦੇ 'ਚ ਨਾਕਾਮੀ ਰਹੀ ਆ। ਪੰਜਾਬ ਪੁਲਿਸ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਆ ਪਰ ਉਹ ਨਾਕਾਮ ਰਹੇ ਆ। ਉਹਦੇ ਪਿੱਛੇ ਰੀਜ਼ਨ ਕੀ ਆ? ਵੀ ਉਹਨਾਂ ਨੇ ਕਿਸੇ ਨੇ ਉਹਨਾਂ ਨੂੰ ਕਿਹਾ ਹੋਵੇ ਕਿ ਵੀ ਤੁਸੀਂ ਇਹ ਜਾਂਚ ਨਹੀਂ ਕਰਨੀ, ਤਾਂ ਉਹ ਸਟੋਰੀ ਤਾਂ ਬਿਲਕੁਲ ਹੀ ਜਾਣੀ ਮਨ ਘੜਤਾ। ਵੀ ਜੇ ਉਹਨੂੰ ਕੋਈ ਇਹੋ ਜਿਹੀ ਗੱਲ ਸਾਹਮਣੇ ਰੱਖਣੀ ਚਾਹੁੰਦਾ ਹੋਵੇ
ਵੀ ਇਹ ਪੋਰਟਰੇ ਕਰਨਾ ਚਾਹੁੰਦਾ ਹੋਵੇ ਕਿ ਇਸ ਤਰ੍ਹਾਂ ਗੱਲ ਹੋਈ ਹੈ, ਉਹਦਾ ਜਾਂ ਤਾਂ ਕੋਈ ਸਬੂਤ ਹੋਵੇ ਜਾਂ ਕੋਈ ਗੱਲਬਾਤ ਹੋਵੇ ਜਾਂ ਕੋਈ ਕਵੇ ਕਿ ਇਹ ਗੱਲ ਹੋਈ ਹੈ, ਪਰ ਨਹੀਂ ਜੀ ਪ੍ਰੂਫ ਉਹਨਾਂ ਨੇ ਤਾਂ ਬਿਲਕੁਲ ਕੋਸ਼ਿਸ਼ਾਂ ਹਾਂਜੀ ਹੋਈਆਂ। ਕਿਰਨਦੀਪ ਵੀਰ ਜੀ, ਮੈਂ ਇਸੇ ਕਰਕੇ ਮੈਂ ਚਾਹੁੰਦਾ ਸਾਂ ਕਿ ਇਹ ਸਾਰਿਆਂ ਨੂੰ, ਹਰੇਕ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈ, ਨਾ ਹੀ ਅਸੀਂ ਅਦਾਲਤਾਂ ਨਾਲ ਜਾਜੇ ਹਾਂ, ਜੀ ਪਰ ਅਸੀਂ ਚਾਹੁੰਦੇ ਹਾਂ ਕਿ ਹਰੇਕ ਪਾਰਟੀ ਆਪਣਾ ਪੱਖ ਰੱਖੇ। ਉਹਦੇ ਵਿੱਚ ਜਦੋਂ ਗੁਰਮੀਤ ਰਾਮ ਰਹੀਮ ਦੀ ਮਾਫੀ ਦੀ ਗੱਲਬਾਤ ਚੱਲਦੀ ਹੈ, ਹਾਂਜੀ। ਉਦੋਂ ਮੈਂ ਕਈ ਵਾਰੀ ਆਪਣੇ ਪ੍ਰੋਗਰਾਮ ਵਿੱਚ ਜ਼ਿਕਰ ਵੀ ਕਰਦਾ ਹੁੰਦਾ, ਭਾਵੇਂ ਰੇਡੀਓ ਦਾ ਭਾਵੇਂ ਟੀਵੀ ਦਾ, ਕਿ ਉਸ ਵੇਲੇ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਸਨ। ਗੁਰਬਚਨ ਜੀ। ਸਿੰਘ ਹੁਣੀ ਜਿਹੜੀ ਚਿੱਠੀ ਲੈ ਕੇ ਜਾਂਦੇ ਆ ਗੁਰਮੁਖ ਸਿੰਘ ਗਿਆਨੀ ਜੀ ਨੂੰ ਨਾਲ ਲੈ ਕੇ ਚੰਡੀਗੜ੍ਹ ਦੇ ਵਿੱਚ, ਉਹ ਚਿੱਠੀ ਹਿੰਦੀ ਦੇ ਵਿੱਚ ਹੈ। ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਤੁਸੀਂ ਸਾਨੂੰ ਕਿੱਥੇ ਲੈ ਆਏ ਹੋ, ਬਾਲ ਸਾਹਿਬ ਦੀ ਕੋਠੀ ਜਾਂਦੇ ਆ, ਹਿੰਦੀ ਦੇ ਵਿੱਚ ਗੁਰਮੀਤ ਰਾਮ ਰਹੀਮ ਦੇ ਨਾਮ ਦੇ ਉੱਤੇ ਚਿੱਠੀ ਬਣਾਈ ਜਾਂਦੀ ਹੈ। ਗੁਰਮੀਤ ਰਾਮ ਰਹੀਮ ਦੀ ਕੋਈ ਚਿੱਠੀ ਨਹੀਂ, ਉਹਨੇ ਕਲੀਅਰ ਵੀ ਕਰ ਦਿੱਤਾ ਸੀ। ਉਹ ਚਿੱਠੀ ਜਦੋਂ ਵਾਪਸ ਆਉਂਦੇ ਨੇ, ਅੰਮ੍ਰਿਤਸਰ ਆਉਂਦੇ ਤੱਕ ਪੰਜਾਬੀ 'ਚ ਬਣ ਜਾਂਦੀ ਹੈ। ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣੀ, ਚਿੱਠੀ ਹਿੰਦੀ ਤੋਂ ਪੰਜਾਬੀ 'ਚ ਬਦਲਣੀ, ਇਹਦੇ ਬਾਰੇ ਇੱਕ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਦੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਕੁਰੀਤੀਆਂ ਵਾਕਈ ਹੀ ਹੋਈਆਂ ਨੇ ਪਾਰਟੀ ਵੱਲੋਂ? ਨਹੀਂ ਸਰਦਾਰ ਸਾਹਿਬ, ਇੱਕ ਵਫਾਦਾਰ ਸਿਪਾਹੀ ਹੋਣ ਦੇ ਨਾਤੇ ਵੀ ਤੇ ਇੱਕ ਸਿੱਖ ਵੀ ਆ ਮੈਂ, ਮੇਰਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਨਾ ਹੀ ਵਿਸ਼ਵਾਸ ਆ ਕੁਦਰਤੀ। ਪਰ ਮੈਂ ਤਾਂ ਇਹ ਗੱਲ ਕਿਤੇ ਨਾ ਕਿਤੇ ਤਾਂ ਅਸੀਂ ਸਹਿਮਤ ਇਹਨਾਂ ਗੱਲਾਂ ਤੇ ਹੁੰਨੇ ਆ ਨਾ ਕਿ ਜਿਹੜਿਆਂ ਬੰਦਿਆਂ ਨੇ ਇਹ ਗੱਲਾਂ ਕਹੀਆਂ ਉਹੀ ਇਹਨਾਂ ਗੱਲਾਂ ਤੋਂ ਮੁੱਕਰ ਗਏ। ਜੇ ਹੁਣ ਵੀ ਜਿਹੜੀ ਗੱਲ ਆ ਇਹ ਕਹੀ ਜਾਵੇ ਕਿ ਵੀ ਹਾਂ ਕਿਤੇ ਸਟੈਂਡ ਕਰੇ, ਉਹਦਾ ਤਾਂ ਕੋਈ ਜਵਾਬ ਹੋ ਸਕਦਾ ਹੈ। ਜੇ ਕੋਈ ਬੰਦਾ ਇੱਕ ਕੋਈ ਗੱਲ ਕਹਿ ਕੇ ਤੇ ਉਹ ਮੁੱਕਰ ਜਾਂਦਾ ਆ ਉਹ ਉਸੇ ਗੱਲ ਤੋਂ, ਤਾਂ ਇੱਕੋ ਇੱਕ ਉਹੀ ਮੂਲ ਉਹਦਾ ਆਧਾਰ ਸੀ ਉਸ ਗੱਲ ਦਾ, ਹੋਰ ਤਾਂ ਕੋਈ ਹੈ ਹੀ ਨਹੀਂ। ਔਰ ਜਦੋਂ ਜੋ ਉਹ ਸਾਧ ਦਾ ਮਸਲਾ ਹੈ ਜੇ ਕਿ ਵੀ ਉਹਨੇ ਕੀ ਕਿਹਾ, ਬਾਕੀ ਸਾਨੂੰ ਹੁਣ ਜੇ ਉਹਦੀ ਗੱਲਾਂ ਤੇ ਯਕੀਨ ਹੈਗਾ, ਕਿਉਂਕਿ ਕਿਤੇ ਨਾ ਕਿਤੇ ਉਸ ਸਮੇਂ ਇਹ ਸੀਗਾ ਸਿਚੁਏਸ਼ਨ ਨੂੰ ਹੈਂਡਲ ਕਰਨ ਦੀ ਗੱਲ ਸੀਗੀ ਕਿ ਵੀ ਭਾਈ ਥੋੜਾ ਜਿਹਾ ਮਿਲਵਰਤਨ ਰਵੇ, ਕਿਤੇ ਨਾ ਕਿਤੇ ਜਿਹੜੇ ਦਫਾੜ ਪਏ ਹੋਏ ਆ ਇਹ ਘਟਣ, ਕਿਉਂਕਿ ਉਸ ਤੋਂ ਪਹਿਲਾਂ ਵੀ ਇੱਕ ਵਾਰੀ ਗੱਲ ਹੋ ਚੁੱਕੀ ਸੀਗੀ ਇਹ ਮਾਫੀ ਦੀ, ਤੇ ਉਸ ਤੋਂ ਪਹਿਲਾਂ ਡਿਨਾਈ ਵੀ ਹੋ ਚੁੱਕਿਆ ਸੀ ਇੱਕ ਵਾਰ, ਤੇ ਉਸ ਸਮੇਂ ਹਾਲਾਤ ਇਹੋ ਜਿਹੇ ਬਣੇ ਸੀਗੇ ਵੀ ਲੱਗਦਾ ਸੀ ਕਿ ਕਲੈਸ਼ ਵੱਧਦੇ ਜਾ ਰਹੇ ਆ, ਤੇ ਕਿਤੇ ਨਾ ਕਿਤੇ ਸਾਡੇ ਸਿੱਖ ਕੌਮ ਦੇ ਵਿੱਚ ਇਹ ਗੱਲ ਹੈ ਵੀ ਸ਼ਰਨ ਭਏ ਨੂੰ ਗੱਲ ਨਾਲ ਲਾਉਣ ਦੀ ਗੱਲ ਹੈਗੀ ਆ, ਔਰ ਉਹ ਗੁਰੂ ਸਾਹਿਬ ਨੇ ਵੀ ਇਤਿਹਾਸ ਚੋਂ ਵੀ ਸਾਨੂੰ ਹਵਾਲੇ ਇਹੋ ਜਿਹੇ ਮਿਲਦੇ ਆ। ਜਿਹੜਾ ਵਿਅਕਤੀ, ਹਾਂਜੀ ਇੱਕ ਮਿੰਟ, ਤੁਸੀਂ ਕਿਹਾ ਚਰਨ ਪਏ ਨੂੰ ਗੱਲ ਨਾਲ ਲਾਉਣ ਦੀ ਗੱਲ ਤੁਸੀਂ ਜ਼ਿਕਰ ਕੀਤਾ ਹੈ। ਇੱਕ ਵਿਅਕਤੀ ਸ਼ਰੇਆਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਵਾਂਗ ਰਚਾ ਰਿਹਾ ਹੈ, ਸਿੱਖਾਂ ਨੂੰ ਆਪਣੇ ਧਰਮ ਦੇ ਵਿੱਚ ਆਪਣੇ ਨਾਲ ਜੋੜਨ ਦਾ ਯਤਨ ਕਰ ਰਿਹਾ ਹੈ, ਕਿਉਂਕਿ ਇਕੱਲੇ ਸਿੱਖਾਂ ਨਾਲ ਨਹੀਂ, ਰਾਜਨੀਤਿਕ ਲੋਕ ਸਾਰੇ ਵੀ ਗਏ ਨੇ। ਤੁਸੀਂ ਦੇਖੋ ਵੀ ਸਿੱਧੂ ਹੈ, ਉਹ ਵੀ ਇਸੇ ਗੁਰਮੀਤ ਰਾਮ ਰਹੀਮ ਦੇ ਚਰਨਾਂ 'ਚ ਬੈਠਾ, ਵੱਡੇ ਬਾਦਲ ਸਾਹਿਬ ਵੀ ਉਹਦੇ ਚਰਨਾਂ 'ਚ ਬੈਠੇ ਨੇ, ਸੁਖਬੀਰ ਸਿੰਘ ਵੀ ਬੈਠਾ ਹੈ, ਬੀਬਾ ਹਰਸਿਮਰਤ ਵੀ ਬੈਠੇ ਨੇ, ਸਾਰੇ ਹੀ ਬੈਠੇ ਨੇ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਉਹਦੇ ਨਾਲ ਤਾਂ ਕੋਈ ਕੰਪਰੋਮਾਈਜ਼ ਨਹੀਂ। ਜੇ ਗੁਰਬਚਨ ਸਿੰਘ ਉਸ ਵੇਲੇ ਦਾ ਜਥੇਦਾਰ ਕੁਤਾਹੀ ਕਰਦਾ ਹੈ ਤੇ ਗੁਰਬਚਨ ਸਿੰਘ ਦੇ ਉੱਤੇ ਕੇਸ ਨਹੀਂ ਚੱਲਣਾ ਚਾਹੀਦਾ ਕਿ ਤੂੰ ਕਿਵੇਂ, ਉਹਨੂੰ ਤਾਂ ਬਕਾਇਦਾ ਜੇਲ੍ਹ ਦੇ ਵਿੱਚ ਭੇਜਣਾ ਚਾਹੀਦਾ ਸੀ ਸਰਕਾਰ ਵੱਲੋਂ ਕਿ ਤੇਰੀ ਹਿੰਮਤ ਕਿਵੇਂ ਪਈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਵਿਅਕਤੀ ਤੂੰ ਉਹਨੂੰ ਮਾਫ ਕਰਕੇ ਤੇ ਬਾਅਦ ਦੇ ਵਿੱਚ 90,000 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਗੋਲਕ ਦੇ ਵਿੱਚੋਂ ਖਰਚ ਕਰੀ ਉਹਨੂੰ ਐਡਵਰਟਾਈਜ਼ਮੈਂਟ ਕਰਨ ਦੇ ਲਈ। ਨਹੀਂ ਪਤਾ ਜਿਹੜੀ ਤਾਂ ਗੱਲ ਇਹ ਹੈਗੀ ਹੈ ਕਿ ਮਾਫੀ ਦੇਣੀ ਵਾਜਿਬ ਸੀ ਜਾਂ ਨਹੀਂ ਵਾਜਿਬ ਸੀ, ਉਹ ਮੈਂ ਉਹੀ ਕਹਿ ਰਿਹਾ ਸੀ ਕਿ ਵੀ ਇੱਕ ਸਿੱਖ ਦੇ ਤੌਰ ਤੇ ਜੋ ਮੈਂ ਸਮਝਦਾ ਮੈਂ ਉਹ ਗੱਲ ਉਨੀ ਕੁ ਕਰ ਸਕਦਾ। ਜੀ ਜੀ ਜੀ। ਦੂਜੀ ਗੱਲ ਵੀ ਉਹਨਾਂ ਨੇ ਕਿਹਨੇ ਦਿੱਤੀ ਮਾਫੀ ਤੇ ਕਿਉਂ ਦਿੱਤੀ, ਤਾਂ ਇਹ ਸ਼੍ਰੋਮਣੀ ਅਕਾਲੀ ਦਲ ਦਾ ਇਹ ਮੁੱਦਾ ਨਹੀਂ ਹੈਗਾ ਵੈਸੇ, ਕਿਉਂਕਿ ਇਹ ਹੈਗਾ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਦਾ ਉਹਨਾਂ ਵੱਲੋਂ ਕੀਤਾ ਹੋਇਆ ਇਹ ਹੁਕਮਨਾਮਾ ਸੀ ਕਹਿ ਲਓ, ਜਾਂ ਉਹਨਾਂ ਵੱਲੋਂ ਬਖਸ਼ਿਆ ਗਿਆ ਸੀ ਉਹਨੂੰ। ਕਿਰਨਦੀਪ ਸਿੰਘ ਜੀ, ਅਕਾਲ ਤਖਤ ਦੇ ਜਥੇਦਾਰ ਤੇ ਦੂਜੇ ਜਥੇਦਾਰ ਮੇਰੇ ਕੋਲ, ਤੁਸੀਂ ਸ਼ਾਇਦ ਪ੍ਰੋਗਰਾਮ ਹਮੇਸ਼ਾ ਦੂਸਰੇ ਵੀ ਰੇਡੀਓ ਤੇ ਸੁਣਦੇ ਰਹਿੰਦੇ ਹੋ, ਮੇਰੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਜਥੇਦਾਰ ਗੁਰਮੁਖ ਸਿੰਘ, ਜਥੇਦਾਰ ਵੇਦਾਂਤੀ ਆਪ ਮੰਨ ਕੇ ਗਏ ਨੇ। ਤੁਸੀਂ ਕਹਿ ਰਹੇ ਹੋ ਨਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨਹੀਂ ਤਾਂ ਜਥੇਦਾਰਾਂ ਦੇ ਉੱਤੇ ਡਿਪੈਂਡ ਕਰਦਾ ਹੈ। ਉਹਨਾਂ ਨੇ ਏਅਰ ਦੇ ਉੱਤੇ ਆ ਕੇ ਇਹ ਗੱਲ ਮੰਨੀ ਹੈ, ਅਸੀਂ ਕੋਈ ਵੀ ਹੁਕਮਨਾਮਾ ਤਿਆਰ ਕਰਨ ਦੇ ਸਮਰੱਥ ਨਹੀਂ, ਸਾਨੂੰ ਚੰਡੀਗੜ੍ਹੋਂ ਹੁਕਮਨਾਮੇ ਆਉਂਦੇ ਨੇ,
ਅਸੀਂ ਸਿਰਫ ਤੇ ਸਿਰਫ ਉਹਨਾਂ ਤੇ ਦਸਤਖਤ ਕਰਨੇ ਹੁੰਦੇ ਨੇ। ਇਸੇ ਕਰਕੇ ਮੈਂ ਕਈ ਵਾਰੀ ਕਹਿਣਾ ਹੁੰਨਾ ਕਿ ਜਥੇਦਾਰ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਨੇ, ਉਹ ਆਪਣੀ ਇੰਡੀਪੈਂਡੈਂਟ ਪਾਵਰ ਨਹੀਂ ਰੱਖ ਸਕਦੇ। ਹੁਣ ਤੁਸੀਂ ਦੇਖੋ, ਇੱਕ ਮਿੰਟ, ਮੇਰਾ ਬਾਅਦ ਜਵਾਬ ਦਿਓ, ਤੁਹਾਨੂੰ ਪੂਰਾ ਟਾਈਮ ਦਿਆਂਗਾ। ਬਿਲਕੁਲ। ਜਿਹੜੇ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਆਉਂਦੀ ਹੈ ਜੀ, ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣੀ ਕੋਈ ਐਕਸ਼ਨ ਨਹੀਂ ਲੈਂਦੇ। ਗੁਰੂ ਗ੍ਰੰਥ ਸਾਹਿਬ ਵਾਸਤੇ ਤਾਂ ਜਥੇਦਾਰ ਦੀ ਤਾਂ ਸਭ ਤੋਂ ਵੱਡੀ ਡਿਊਟੀ ਬਣਦੀ ਆ ਨਾ। ਉਹਨਾਂ ਨੂੰ ਤਾਂ ਬਕਾਇਦਾ ਇੱਕ ਮੁਹਿੰਮ ਵਿੱਢ ਦੇਣੀ ਚਾਹੀਦੀ ਸੀ ਕਿ ਲੱਭੋ ਕੌਣ ਨੇ। ਬਲਕਿ ਦੂਸਰੇ ਦਿਨ ਰਿਪੋਰਟਾਂ ਆਉਂਦੀਆਂ ਨੇ ਕਿ ਅਸੀਂ ਉਸੇ ਥਾਂ ਦੇ ਉੱਤੇ ਇਕੱਠ ਕਰਕੇ ਲੋਕਾਂ ਨੂੰ ਦੱਸਾਂਗੇ, ਆਹ ਦੇਖੋ ਸਾਨੂੰ ਬਦਨਾਮ ਕਰਦੇ ਸੀ, ਅਸੀਂ ਬਰੀ ਹੋ ਗਏ। ਤੁਹਾਨੂੰ ਲੱਗਦਾ ਨਹੀਂ ਵੀ ਉਸ ਸਿਸਟਮ ਦੇ ਵਿੱਚ ਜੱਜ ਵੀ ਵਿਕਦੇ ਨੇ, ਅਦਾਲਤਾਂ ਵੀ ਵਿਕਦੀਆਂ ਨੇ, ਸਰਕਾਰਾਂ ਵੀ ਵਿਕਦੀਆਂ ਨੇ? ਇਹਦੇ ਵਿੱਚ ਕਿਤੇ ਨਾ ਕਿਤੇ ਕੁਤਾਹੀ ਹੋਈ ਹੈ ਜਾਂ ਆਪਸੀ ਫਰੈਂਡਲੀ ਮੈਚ ਖੇਡਿਆ ਗਿਆ? ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਸਰਦਾਰ ਸਾਹਿਬ ਵੀ ਲੰਬਾਈ ਬਾਲਾ ਕੋਈ ਨਹੀਂ, ਖੁੱਲੀਆਂ ਗੱਲਾਂ ਅੱਜ, ਕਿਉਂਕਿ ਤੁਹਾਡਾ ਟਾਈਮ, ਤੁਹਾਨੂੰ ਮੈਂ ਕਿਹਾ ਸੀ ਵੀ ਖੁੱਲੀਆਂ ਗੱਲਾਂ ਕਰਾਂਗੇ ਆਪਾਂ ਜੀ। ਤੁਹਾਡਾ ਬਿਲਕੁਲ ਖੁੱਲ ਕੇ ਆਪਾਂ ਗੱਲ ਕਰਦੇ। ਮੇਰਾ ਮਤਲਬ ਕਿ ਉਹਦੇ ਚ ਮੁੱਦੇ ਬਹੁਤ ਜ਼ਿਆਦਾ ਆ ਜਾਂਦੇ ਆ। ਪਰ ਹੁਣ ਜੇ ਆਪਾਂ ਇਸ ਤਰ੍ਹਾਂ ਨਾ ਗੱਲ ਵੀ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇਹ ਗੱਲ ਕਰਨਗੇ ਕੁੰਵਰ ਵਿਜੇ ਪ੍ਰਤਾਪ ਦੇ ਉੱਤੇ, ਉਹ ਮਤਲਬ ਉਹ ਕਿਉਂ ਕਰਨਗੇ? ਉਹਦਾ ਕਾਰਨ ਕੀ ਹੈ? ਹੁਣ ਜੇ ਕੋਈ ਬੰਦਾ, ਕੋਈ ਅਫੀਸਰ, ਕਿਉਂਕਿ ਹੁਣ ਤੱਕ ਤਾਂ ਸਾਨੂੰ ਇਹ ਲੱਗਦਾ ਸੀ ਕਿ ਪੰਜਾਬ ਪੁਲਿਸ ਸਾਡੀ ਦੁਸ਼ਮਣ ਆ ਤੇ ਜਿਹੜੀਆਂ ਏਜੰਸੀਆਂ ਆ ਇਹ ਸਿੱਖੀ ਨੂੰ ਖਤਮ ਕਰਨ ਦੇ ਲਈ ਬਹੁਤ ਕੁਝ ਕਰ ਰਹੀਆਂ ਜੀ। ਤੇ ਹੁਣ ਸਾਨੂੰ ਐਂ ਲੱਗਣ ਲੱਗ ਗਿਆ ਕਿ ਕੁੰਵਰ ਵਿਜੇ ਪ੍ਰਤਾਪ ਆ ਜਿਹੜਾ, ਉਹ ਇੱਕੋ ਇੱਕ ਹੀ ਯੋਧਾ ਬੰਦਾ ਆ, ਬਸ ਉਹਨੇ ਹੀ ਕਰਤਾ। ਕਿਉਂਕਿ ਕੋਈ ਵੀ ਬੰਦਾ ਜਿਹੜਾ ਕਾਨੂੰਨ ਦੇ ਨਾਲ ਵਾਬਸਤਾ ਆ, ਤੁਹਾਡੇ ਕੋਲੇ ਉਹਦੀ ਰਿਪੋਰਟ ਉਹ ਸਾਰੀ ਆਈ ਹੋਈ ਹੈ ਜਾਣਕਾਰੀ, ਤੁਸੀਂ ਦੱਸ ਦਿਓ ਵੀ ਸੱਚੀ ਤੁਹਾਨੂੰ ਲੱਗਦਾ ਹੈ ਕਿ ਬੰਦਾ ਤਾਂ ਹੈਰਾਨ ਨਹੀਂ ਹੁੰਦਾ ਕਿ ਵੀ ਇਹ ਅਫੀਸਰ ਵੀ ਹੋ ਸਕਦਾ? ਕਿਉਂਕਿ ਉਹਨੂੰ 5000 ਰੁਪਏ ਦਾ ਜੁਰਮਾਨਾ ਪਿਛਲੇ ਕੇਸ 'ਚ ਜਾਂਚ ਜੋ ਉਹਨੇ ਕੀਤੀ ਸੀ ਉਹਦੇ ਚੋਂ ਵੀ ਹੋ ਚੁੱਕਿਆ, ਔਰ ਉਹਨੂੰ ਕੋਰਟ ਦੇ ਵਿੱਚ ਮਾਫੀ ਵੀ ਮੰਗਵਾਈ ਗਈ ਹੈ। ਐਡਾ ਕਾਬਲ ਅਫੀਸਰ ਜਿਹੜਾ ਹੈਗਾ, ਉਹ ਪਹਿਲਾਂ ਵੀ ਮਾਫੀਆਂ ਮੰਗ ਚੁੱਕਿਆ, ਔਰ ਜਿਹੜੀਆਂ ਉਹਨੇ ਜਾਂਚਾਂ ਕੀਤੀਆਂ 2-3 ਵੱਡੀਆਂ, ਉਹਨਾਂ ਚੋਂ ਸਾਰੇ ਬਰੀ ਹੋਏ ਆ, ਕੋਈ ਕਿਸੇ ਬੰਦੇ ਨੂੰ ਵੀ ਸਜ਼ਾ ਨਹੀਂ ਹੋਈਗੀ। ਤੇ ਇਸ ਕੇਸ ਦੇ ਵਿੱਚ ਵੀ ਸਿੱਧੂ ਦੀ ਤੇ ਰੰਧਾਵੇ ਹੋਣਾ ਦੀ, ਉਹਨਾਂ ਦੇ ਕਹੇ ਤੇ ਉਹ ਬੰਦੇ ਨੂੰ ਲਾਇਆ ਗਿਆ ਸੀ। ਔਰ ਕਾਂਗਰਸ ਦੇ ਖੁਦ ਬੰਦੇ ਆਪਣੇ ਆਪ, ਰਵਨੀਤ ਬਿੱਟੂ ਕਹਿ ਰਿਹਾ ਔਨ ਵੀਡੀਓ ਰੈਕਰਡ, ਉਹ ਦੱਸ ਰਿਹਾ ਕਿ ਜੋ ਗੱਲਾਂ, ਜੋ ਉਹਨੇ ਜੋ ਕੁਛ ਕੀਤਾ ਵੀ ABC ਜਿਹੜੀ ਸਾਨੂੰ ਵੀ ਪਤਾ ਆ, ਵੀ ਅਸੀਂ ਹੈਰਾਨ ਹੁੰਦੇ ਆ ਕਿ ਵੀ ਉਹਨੇ ਇਹ ਕੰਮ ਕੀਤਾ ਇਹਦੇ ਵਿੱਚ, ਇਹਨਾਂ ਰਿਪੋਰਟਾਂ 'ਚ ਜੀ। ਕਿਉਂਕਿ ਜੱਜ ਇੱਥੇ ਰੁਕਿਓ ਜੀ, ਹਾਂਜੀ, ਜੱਜ ਸਾਹਿਬ ਕੋਈ ਫੈਸਲਾ ਦਿੰਦੇ ਆ, ਜੱਜਮੈਂਟ ਦਿੰਦੇ ਆ, ਉਹਨੇ ਹੋਰਾਂ ਕੇਸਾਂ ਦੇ ਵਿੱਚ ਵੀ ਉਹਨੇ ਐਗਜ਼ਾਮਪਲ ਦੇ ਤੌਰ ਤੇ ਵਰਤੀ ਜਾਣੀ ਹੁੰਦੀ ਆ। ਮੰਨ ਲਿਆ ਕਿਰਨਦੀਪ ਜੀ, ਤੁਹਾਡੇ ਕਹੇ ਮੁਤਾਬਕ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਗਲਤੀ ਕੀਤੀ, ਉਹਨੇ, ਇੱਕ ਮਿੰਟ ਜੀ, ਉਹਨੇ ਗਲਤੀ ਕੀਤੀ, ਉਹਨੇ ਮਾਫੀ ਮੰਗੀ, ਉਹਨੇ ਮੰਗ ਲਈ ਮਾਫੀ। ਜਿਹੜੀਆਂ ਗਲਤੀਆਂ ਸਰਕਾਰ ਨੇ ਕੀਤੀਆਂ, ਜਥੇਦਾਰ, ਅਕਾਲ ਤਖਤ ਦਾ ਜਥੇਦਾਰ ਅਕਾਲ ਪੁਰਖ ਨਹੀਂ ਹੁੰਦਾ, ਉਹ ਮੁਲਾਜ਼ਮ ਹੈ। ਇਹ ਗੱਲ ਤੁਹਾਨੂੰ ਤਾਂ ਮੰਨਣੀ ਪਏਗੀ ਕਿ ਜੋ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਹੇਗਾ, ਅਕਾਲ ਤਖਤ ਦੇ ਜਥੇਦਾਰ ਨੂੰ ਸੱਤ ਕਰਕੇ ਮੰਨਣੀ ਪਏਗੀ। ਇਹ ਤਾਂ ਤੁਹਾਨੂੰ ਪਤਾ ਹੈ ਨਾ? ਇਹ ਬਿਲਕੁਲ ਗੱਲ ਸਹੀ ਹੈ। ਸਾਡੇ ਲਈ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ, ਉਹ ਬਿਲਕੁਲ ਵੱਖਰੀ ਆ, ਔਰ ਸ਼੍ਰੋਮਣੀ ਕਮੇਟੀ ਵੱਖਰੀ ਆ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਆ ਜਿਹੜੇ, ਉਹ ਸਾਡੇ ਲਈ ਸਰਵਉੱਚ, ਉਹਨਾਂ ਦਾ ਅਹੁਦਾ ਆ, ਬਹੁਤ ਹੀ ਸਤਿਕਾਰਯੋਗ। ਨਹੀਂ, ਬਿਲਕੁਲ, ਮੈਂ ਨਹੀਂ ਕਹਿੰਦਾ ਕਿ ਨਹੀਂ, ਅਸੀਂ ਵੀ ਸਤਿਕਾਰ ਕਰਦੇ ਹਾਂ ਅਕਾਲ ਤਖਤ ਸਾਹਿਬ ਦੇ। ਅਕਾਲ ਤਖਤ ਦਾ ਜਥੇਦਾਰ ਹਰ ਇੱਕ ਸਿੱਖ ਸਤਿਕਾਰ ਕਰਦਾ ਹੈ। ਮੇਰਾ ਸਵਾਲ ਇਹ ਹੈ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਅਪੁਆਇੰਟ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਿਯੁਕਤ ਕਰਦਾ ਹੈ। ਇਹਨਾਂ ਸਾਰਿਆਂ ਦੇ ਉੱਤੇ ਕੁੰਡਾ ਕਿਹਦਾ ਹੋਇਆ? ਸ਼੍ਰੋਮਣੀ ਅਕਾਲੀ ਦਲ ਦਾ। ਚੁਣੀ ਹੋਈ ਸ਼੍ਰੋਮਣੀ ਕਮੇਟੀ ਸਰਦਾਰ ਸਾਹਿਬ, ਉਹ ਲੋਕਾਂ ਦੁਆਰਾ ਚੁਣੀ ਹੋਈ ਸ਼੍ਰੋਮਣੀ ਕਮੇਟੀ, ਜਿਹਦੇ ਵਿੱਚ ਹੁਣ ਤੱਕ ਕਾਂਗਰਸ ਵੀ ਇਧਰੋਂ ਉਧਰੋਂ ਜ਼ੋਰ ਲਾਉਂਦੀ ਰਹੀ, ਆਹ ਵੋਟ ਪਾਉਣ, ਫਲਾਨੇ ਵੋਟ ਪਾਉਣ। ਉਹ ਬਿਲਕੁਲ ਇਹ ਹੈ ਕਿ ਵੀ ਹਾਂ, ਵੀ ਜਿਹੜੇ 5 ਕਕਾਰੀ ਸਿੰਘ ਆ, ਸਿਰਫ ਉਹਨਾਂ ਨੂੰ ਵੋਟ ਦਾ ਅਧਿਕਾਰ ਹੋਵੇ, ਤਾਂ ਉਹ ਸਿਰਫ ਉਹਨਾਂ ਨੂੰ ਵੋਟ ਦੇ ਅਧਿਕਾਰ ਦੇ ਉੱਤੇ ਸ਼੍ਰੋਮਣੀ ਕਮੇਟੀ ਚੁਣੀ ਜਾਂਦੀ ਆ। ਉਹਦੇ ਚੋਂ ਪ੍ਰਧਾਨ ਸਰਦਾਰ ਸਾਹਿਬ ਅੱਗੇ ਗਾਂਹ ਚੁਣਿਆ ਜਾਂਦਾ ਮੈਂਬਰਾਂ ਦੀ ਮਰਜ਼ੀ ਦੇ ਨਾਲ। ਤੇ ਹੁਣ ਇਹਨੂੰ ਜਿਵੇਂ ਮਰਜ਼ੀ ਅਸੀਂ ਰੱਖ ਲਈਏ, ਕਿਉਂਕਿ ਲੋਕਾਂ ਦੁਆਰਾ ਚੁਣੀ ਹੋਈ ਕਮੇਟੀ ਆ, ਉਹ ਕਿਸੇ ਨੇ ਘਰੇ ਬੈਠ ਕੇ ਤਾਂ ਬਣਾਈ ਨਹੀਂ, ਨਾ ਤੁਸੀਂ, ਨਾ ਮੈਂ, ਨਾ ਕਿਸੇ ਹੋਰ ਨੇ। ਅੱਛਾ, ਇੱਕ ਮਿੰਟ, ਇਹ ਗੱਲ ਮੰਨਦੇ ਹੋ ਕਿ ਜਥੇਦਾਰ
ਚੰਡੀਗੜ੍ਹ ਹੁਕਮਨਾਮੇ ਵਾਸਤੇ ਗਏ ਨੇ, ਇਹ ਗੱਲ ਮੰਨਦੇ ਹੋ? ਮੈਂ ਬਿਲਕੁਲ ਨਹੀਂ ਜੀ, ਮੇਰਾ ਇਹਦੇ ਚ ਮੰਨਣ ਨਾ ਮੰਨਣ ਦੀ ਐਜ਼ ਅ ਸਿੱਖ ਮੇਰੇ ਲਈ ਇਹ ਗੱਲਾਂ ਨਹੀਂ ਹੈਗੀਆਂ ਸੱਚ। ਮੇਰੇ ਲਈ ਬਿਲਕੁਲ ਆਪਾਂ ਇੰਜ ਕਰਦੇ ਹਾਂ ਵੀਰ ਜੀ, ਤੁਸੀਂ ਥੋੜਾ ਚਿਰ ਨਾਲ ਰਹਿਣਾ, ਮੈਂ ਯਤਨ ਕਰ ਰਿਹਾ, ਹੋਲਡ ਕਰਕੇ ਰੱਖਿਓ ਮੇਰੇ ਨਾਲ, ਥੋੜਾ ਜਿਹਾ ਹੋਲਡ ਕਰਕੇ ਰੱਖਿਓ। ਕੋਸ਼ਿਸ਼ ਕਰ ਰਹੇ ਹਾਂ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਅੰਮ੍ਰਿਤਸਰ ਤੋਂ ਨੇ, ਕਿਉਂਕਿ ਕਿਰਨਦੀਪ ਸਿੰਘ ਉਹਨਾਂ ਨੂੰ ਬਕਾਇਦਾ ਗੱਲ ਕਰਨ ਦਾ ਅਧਿਕਾਰ ਹੈ। ਉਹ ਆਪਣੇ ਵੱਲੋਂ, ਕੁਦਰਤੀ ਗੱਲ ਹੈ, ਆਪਣੀ ਪਾਰਟੀ ਦੀ ਹਰੇਕ ਨੇ ਗੱਲਬਾਤ ਕਰਨੀ, ਉਹਨਾਂ ਨੇ ਬੜੀ ਵਧੀਆ ਤਰੀਕੇ ਨਾਲ, ਕਿਉਂਕਿ ਨੌਜਵਾਨ ਵਰਗ ਹੈ, ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੇ ਨੌਜਵਾਨ ਰਾਜਨੀਤੀ ਦੇ ਵਿੱਚ ਅੱਗੇ ਆਉਣ, ਜਿਹੜੇ ਸੱਚ ਨੂੰ ਸਮਝ ਸਕਣ। ਕਿਉਂਕਿ ਸਾਡੀ ਜਿਹੜੀ ਪੁਰਾਣੀ ਰਾਜਨੀਤੀ ਹੈ, ਪੁਰਾਣੀ ਰਾਜਨੀਤੀ ਦੇ ਵਿੱਚ ਬੜੇ ਦਾਅ ਪੇਚ ਨੇ, ਬੜੀਆਂ ਘੁੰਡੀਆਂ ਨੇ, ਬੜੀਆਂ ਬੇਈਮਾਨੀਆਂ ਨੇ, ਬੜੀਆਂ ਹੇਰਾਫੇਰੀਆਂ ਨੇ। ਪਰ ਜਿਹੜਾ ਨਵਾਂ ਵਰਗ ਹੈ ਨਾ, ਉਹ ਬੜਾ ਕਲੀਨ ਹਾਰਟਡ ਹੁੰਦਾ ਹੈ, ਸਾਫ਼ ਦਿਲ ਹੁੰਦਾ ਹੈ, ਉਹਦੇ ਮਨ 'ਚ ਕੁਝ ਨਾ ਕੁਝ ਕੌਮ ਦੇ ਲਈ, ਲੋਕਾਂ ਲਈ ਕਰਨ ਦੀ ਗੱਲਬਾਤ ਹੁੰਦੀ ਹੈ। ਸੋ ਯਤਨ ਕਰ ਰਹੇ ਹਾਂ, ਆਓ ਫਿਰ ਨਾਲ ਰਹਿਣਗੇ ਸਾਡੇ ਸਰਦਾਰ ਚਰਨਜੀਤ ਸਿੰਘ ਚੰਨੀ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਤੇ ਕਿਰਨਦੀਪ ਮੇਰੇ ਨਾਲ ਰਹਿਣਗੇ। ਸਰਦਾਰ ਚਰਨਜੀਤ ਸਿੰਘ ਜੀ, ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨੂੰ ਲੈਣ ਦੀ, ਜੇ ਉਹ ਮਿਲ ਜਾਂਦੇ ਆ ਤੇ ਜ਼ਰੂਰ ਆਪਾਂ ਗੱਲਬਾਤ ਕਰਾਂਗੇ। ਕਿਉਂਕਿ ਚਰਨਜੀਤ ਸਿੰਘ ਚੰਨੀ ਕਾਫੀ ਬੋਲਦੇ ਰਹਿੰਦੇ ਆ, ਕਾਫੀ ਗੱਲਬਾਤ ਕਰਦੇ ਰਹਿੰਦੇ ਆ। ਸ਼੍ਰੋਮਣੀ ਖਾਲਸਾ ਪੰਚਾਇਤ ਦੇ ਉਹ ਮੇਰਾ ਖਿਆਲ ਕਰਤਾ ਧਰਤਾ ਨੇ, ਉਹਨਾਂ ਨੂੰ ਯਤਨ ਕਰ ਰਹੇ ਹਾਂ ਕਿ ਉਹ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਆਉਣ ਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰੀਏ। ਜੀ ਸਰਦਾਰ ਚਰਨਜੀਤ ਸਿੰਘ ਜੀ, ਪ੍ਰੋਗਰਾਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਨੌਜਵਾਨ ਵੀਰ ਨੇ, ਸਾਡੇ ਸ਼੍ਰੋਮਣੀ ਅਕਾਲੀ ਦਲ ਬਾਦਲ ਇੱਥੇ ਇਕਾਈ ਬਣੀ ਹੋਈ ਹੈ ਕੈਨੇਡਾ ਦੀ, ਉਹਦੇ ਸੀਨੀਅਰ ਵਾਈਸ ਪ੍ਰਧਾਨ ਨੇ ਸਰਦਾਰ ਕਿਰਨਦੀਪ ਸਿੰਘ ਢੁੱਡੀ ਕੇ, ਉਹ ਵੀ ਤੁਹਾਡੇ ਨਾਲ ਨੇ ਜੀ, ਉਹਨਾਂ ਨੂੰ ਫਤਿਹ ਬੁਲਾ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹਾਂਜੀ, ਮੈਂ ਕਿਰਨਦੀਪ ਸਿੰਘ ਉਹਨਾਂ ਨਾਲ ਗੱਲ ਕਰ ਰਿਹਾ ਸੀ। ਇਹ ਕਹਿੰਦੇ ਕਿ ਜਿਹੜੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਤੇ ਗਿਆਨੀ ਮੱਲ ਸਿੰਘ ਚੰਡੀਗੜ੍ਹ ਜਾ ਕੇ ਗੁਰਮੀਤ ਰਾਮ ਰਹੀਮ ਦੇ ਹੁਕਮਨਾਮੇ ਬਾਰੇ ਕੋਈ ਗੱਲਬਾਤ ਨਹੀਂ ਹੋਈ, ਤੁਹਾਨੂੰ ਇਹਦੇ ਬਾਰੇ ਕੋਈ ਗਿਆਨ ਹੈ ਜੀ? ਇਹ ਕਹਿ ਰਹੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ ਜਿਹੜੀ, ਦੋਨੇ ਸਵਾਲ ਨੇ, ਤੁਸੀਂ ਵਾਰੀ ਮੈਂ ਚਾਹਾਂਗਾ ਕਿ ਦੋਨਾਂ ਨੂੰ ਮੈਂ ਟਾਈਮ ਦਿਆਂਗਾ, ਆਪਣੇ ਕੋਲ 25 ਮਿੰਟ ਹੋਰ ਨੇ, ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਹੈ ਉਹਦੇ ਵਿੱਚ ਬਾਦਲਾਂ ਨੇ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਕਿ ਅਸੀਂ ਛੱਪੜ ਤੱਕ ਪਿੰਡਾਂ ਦੇ ਖੁਦਵਾ ਮਾਰੇ ਲੱਭਣ ਦੇ ਲਈ ਕਿ ਗੁਰੂ ਗ੍ਰੰਥ ਸਾਹਿਬ ਗਏ ਤਾਂ ਗਏ ਕਿੱਥੇ। ਤੁਹਾਡਾ ਇਹਦੇ ਬਾਰੇ ਕੀ ਪ੍ਰਤੀਕਰਮ ਹੈ ਦੋਨੇ ਇਨਟੇਕ ਦੇ ਉੱਤੇ, ਜਿਹੜਾ ਹੁਕਮਨਾਮਾ ਚੰਡੀਗੜ੍ਹ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਬਾਰੇ ਜੀ? ਦੇਖੋ, ਜਿਹੜੀ ਬੇਅਦਬੀ ਦੀ ਗੱਲ ਹੈ ਉਹ ਬੜੀ ਕੋਈ ਹੁਣ ਗੁੱਝੀ ਛੁਪੀ ਨਹੀਂ ਰਹਿ ਗਈ ਚੀਜ਼। ਜਦੋਂ ਆਪਾਂ ਛੱਪੜਾਂ ਨੂੰ ਬਾਅਦ ਚ ਗਾ ਲੈਂਦੇ, ਜਦੋਂ ਉਹਨਾਂ ਨੇ ਸੋਧੇ ਸਾਹਿਬ ਦੇ ਪ੍ਰੇਮੀਆਂ ਨੇ ਇੱਕ ਦੀਵਾਰਾਂ ਦੇ ਉੱਤੇ ਪੋਸਟਰ ਲਾਇਆ, ਇਹ ਮਤਲਬ ਕਿ ਅਸੀਂ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਜਿਹੜਾ ਚੱਕ ਲਿਆ, ਤੇ ਜੇ ਸਿੱਖਾਂ 'ਚ ਤਾਕਤ ਹੈਗੀ ਤੇ ਆਪਣਾ ਗੁਰੂ ਲੱਭ ਲੈਣ ਸਾਡੇ ਜੀ। ਹੁਣ ਦੇਖੋ, ਪੋਸਟਰ ਲਾਉਣ ਵਾਲੇ ਦੇ ਹੱਥਾਂ ਦੇ ਨਾਲ ਹੀ ਪੋਸਟਰ ਲਾਇਆ, ਕਿਉਂਕਿ ਦੀਵਾਰਾਂ ਤੇ ਹੱਥ ਲਿਖਤ ਪੋਸਟਰ ਸੀਗਾ ਉਹ ਜੀ। ਔਰ ਜੇ ਸਰਕਾਰਾਂ ਚਾਹੁੰਦੀਆਂ ਤੇ ਉਸ ਪੋਸਟਰ ਲੱਗੇ, ਦੀਵਾਰਾਂ ਤੇ ਲੱਗੇ ਪੋਸਟਰ ਦੇ ਫਿੰਗਰਪ੍ਰਿੰਟ ਲੈ ਲਏ ਜਾਂਦੇ, ਔਰ ਫਿੰਗਰਪ੍ਰਿੰਟ ਲੈਣ ਤੋਂ ਬਾਅਦ ਉੱਥੇ ਜਿਸ ਲੋਕੇਸ਼ਨ ਤੇ ਪੋਸਟਰ ਲੱਗਿਆ ਸੀਗਾ, ਉੱਥੋਂ ਆਲੇ ਦੁਆਲੇ ਦੇ ਲੋਕਾਂ ਦੇ ਥਾਣਿਆਂ ਵਿੱਚ ਬੁਲਾ ਕੇ ਸ਼ੱਕੀ ਬੰਦਿਆਂ ਦੇ ਉਹਨਾਂ ਫਿੰਗਰਪ੍ਰਿੰਟਾਂ ਦੇ ਨਾਲ ਪ੍ਰਿੰਟ ਮਿਲਾ ਲਿੱਤੇ ਜਾਂਦੇ ਤੇ ਦੋਸ਼ੀ ਥਾਂ ਤੇ ਫੜੇ ਜਾ ਸਕਦੇ ਜੇ ਸਰਕਾਰ ਚਾਹੁੰਦੀ ਤਾਂ। ਕਿਉਂਕਿ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਹੀ ਇਹ ਵੋਟਾਂ ਦੇ ਭਾਰ ਦੇ ਨਾਲ ਤੋਲਦੀ ਹੈ, ਤੇ ਜਿਹੜੀਆਂ ਵੋਟਾਂ ਨੇ ਉਹ ਸੋਧਾ ਸਾਧ ਕੋਲ ਉਸ ਇਲਾਕਾ ਜਿਹੜਾ ਮਾਲਵਾ ਹੈ, ਉਸ ਇਲਾਕੇ 'ਚ ਉਹਦਾ ਪੂਰਾ ਜ਼ੋਰ ਹੈ, ਚਾਹੇ ਉਹ ਜਗਰਾਉਂ ਤੋਂ ਲੈ ਕੇ ਬਠਿੰਡੇ ਤੱਕ ਜੀ। ਤਾਂ ਉਹ ਚੱਕਰ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਉਹ ਜਾਣੇ ਕਰਤਾ, ਲੇਕਿਨ ਫਿਰ ਉਹਨਾਂ ਨੇ ਅਗਲਾ ਜਿਹੜਾ ਕਦਮ ਚੁੱਕਿਆ, ਉਸ ਤੋਂ ਬਾਅਦ ਉਹਨਾਂ ਨੇ ਖਲੇਰੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਖਲੇਰ ਤੇ ਸੜਕਾਂ ਤੇ ਨਾਲਿਆਂ 'ਚ, ਗਲੀਆਂ ਮੁਹੱਲਿਆਂ 'ਚ, ਪਿੰਡਾਂ ਦੇ ਕਸਬਿਆਂ 'ਚ, ਤੇ ਫਿਰ ਜਿਹੜੀ ਹੈ ਕੌਮ ਦੇ ਵਿੱਚ ਇੱਕ ਮਤਲਬ ਕਿ ਬਹੁਤ ਵੱਡਾ ਰੋਸ ਪ੍ਰਗਟ ਹੋਇਆ। ਉਹ ਰੋਸ ਲਗਾਤਾਰ ਕੋਈ ਛੋਟਾ ਮੋਟਾ ਨਹੀਂ ਸੀ, 20-22 ਦਿਨ ਸੜਕਾਂ ਜਾਮ ਰਹੀਆਂ, ਸਭ ਕੁਝ ਹੋਇਆ। ਉਹ ਬੇਸਿਕਲੀ ਜਿਹੜਾ ਰੋਸ ਸੀ ਪਹਿਲਾਂ ਸੋਧੇ ਸਾਹਿਬ ਨੂੰ ਮੁਆਫੀ ਦਾ ਸੀ,
ਜਦੋਂ ਮਾਫੀ ਦੇ ਰੋਸ ਵਜੋਂ ਲੋਕੀ ਭੜਕੇ, ਮੇਰੇ ਖਿਆਲ ਦੇ ਤੱਕ ਜੇ ਮੈਂ ਗਲਤ ਨਾ ਹੋਵਾਂ, ਸ਼੍ਰੀ ਅਕਾਲ ਤਖਤ ਸਾਹਿਬ ਸਾਡੀ ਸੁਪਰੀਮ ਹੈ। ਸ਼੍ਰੀ ਅਕਾਲ ਤਖਤ ਸਾਹਿਬ ਜਿਸ ਤਰ੍ਹਾਂ ਦੇਸ਼ ਦਾ ਰਾਸ਼ਟਰਪਤੀ ਭਵਨ ਹੈ, ਮੁਲਕ ਲਈ ਸਰਬ ਉੱਚ ਹੈ। ਬਿਲਕੁਲ ਫਾਂਸੀ ਲੱਗਦੀ ਥੱਲੇ ਹੋ ਜਾਂਦੀ, ਉੱਤੇ ਹੋ ਜਾਂਦੀ, ਅਖੀਰ ਉੱਤੇ ਫਾਂਸੀ ਵਾਲਾ ਜਾਂਦਾ ਕਿ ਮੈਂ ਰਾਸ਼ਟਰਪਤੀ ਨੂੰ ਅਪੀਲ ਕਰਾਂ, ਤੇ ਸਾਡਾ ਸਰਬ ਉੱਚ ਹੈ ਸ਼੍ਰੀ ਅਕਾਲ ਤਖਤ ਸਾਹਿਬ। ਬਿਲਕੁਲ ਠੀਕ ਹੈ ਜੀ। ਜਦੋਂ ਉੱਥੋਂ ਮਾਫੀ ਦਿੱਤੀ ਜਾਂਦੀ ਹੈ, ਮੇਰੇ ਖਿਆਲ ਦੇ ਤੱਕ 100 ਸਾਲ ਪਹਿਲਾਂ ਇਹੋ ਜਿਹਾ ਵਿਰੋਧ ਸ਼ਾਇਦ ਜਿਹੜਾ ਅਕਾਲ ਤਖਤ ਦਾ ਜੇ ਅੰਗਰੇਜ਼ਾਂ ਦੇ ਟਾਈਮ ਤੇ ਸਰਬਰਾਹ ਸੀਗਾ ਅਰੂੜ ਸਿੰਘ ਦਾ ਇਸ ਤਰ੍ਹਾਂ ਦਾ ਵਿਰੋਧ ਹੋਇਆ ਸੀ, ਜਦੋਂ ਉਹਨੇ ਬਹੁਤ ਵੱਡੀ ਗਲਤੀ ਕੀਤੀ ਸੀ ਕਿ ਜਲਿਆਂਵਾਲੇ ਬਾਗ ਦੇ ਕਾਤਲ ਜਨਰਲ ਡਾਇਰ ਨੂੰ ਉੱਥੋਂ ਸੁਰਪਾ ਦਿੱਤਾ ਸੀ ਜੀ। ਉਹ ਪਹਿਲੀ ਵਾਰ ਸੀ ਜਦੋਂ ਅਕਾਲ ਤਖਤ ਦਾ, ਮੈਂ ਨਾਲ ਦੱਸ ਦੇਣਾ ਚਾਹੁੰਦਾ ਕਿ ਅਕਾਲ ਤਖਤ ਸਰਵਉੱਚ ਹੈ, ਤਾਂ ਕਿ ਕੋਈ ਇਹ ਨਾ ਸੁਣਨ ਵਾਲਾ ਸਰੋਤਾ ਨਹੀਂ ਸਾਰੇ ਜੀ ਬਿਲਕੁਲ ਅਕਾਲ ਤਖਤ ਦਾ ਵਿਰੋਧ ਨਹੀਂ ਸੀ, ਸਰਬਰਾਹ ਦੀ ਗਲਤ ਫੈਸਲਾ ਸੀਗਾ। ਤੇ ਅੱਜ ਦੀ ਡੇਟ ਦੇ ਵਿੱਚ ਵੀ ਅਕਾਲ ਤਖਤ ਦਾ ਵਿਰੋਧ ਨਹੀਂ ਸੀ। ਜਥੇਦਾਰਾਂ ਕੋਲੋਂ ਜਿਹੜੀ ਮਾਫੀ ਮੰਗਵਾਈ ਗਈ ਹੈ, ਹੁਣ ਕੋਈ ਸੱਚਾਈ ਛੁਪੀ ਨਹੀਂ ਰਹਿ ਗਈ ਕਿ ਮਤਲਬ ਕਿ ਜਥੇਦਾਰਾਂ ਨੇ ਖੁਦ ਬਿਆਨ ਦਿੱਤੇ, ਅਖਬਾਰਾਂ 'ਚ ਇੰਟਰਵਿਊ ਦਿੱਤੀਆਂ ਨੇ ਕਿ ਮਤਲਬ ਕਿ ਜੀ ਸਾਨੂੰ ਇਸ ਤਰ੍ਹਾਂ ਬੁਲਾਇਆ ਗਿਆ, ਏਦਾਂ ਸਾਨੂੰ ਦਬਕੇ ਮਾਰੇ ਗਏ, ਅਸੀਂ ਮਿਹਨਤ ਤਰਲਾ ਕਰਦੇ ਰਹੇ ਉਹਨਾਂ ਦੀਆਂ ਵੀ ਇਸ ਤਰ੍ਹਾਂ ਕੌਮ ਦਾ ਵਿਰੋਧ ਹੋਏਗਾ ਸਾਡਾ, ਤੇ ਅਸੀਂ ਕਿਸੇ ਪਾਸੇ ਸਿਰ ਲੁਕਾਉਣ ਜੋਗੇ ਨਹੀਂ ਰਵਾਂਗੇ ਜੀ। ਲੇਕਿਨ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਟਸ ਤੋਂ ਮਸ ਨਹੀਂ ਹੋਏ, ਉਹਨਾਂ ਮਾਫੀ ਦਵਾਈ। ਔਰ ਮੈਂ ਇੱਥੇ ਛੋਟੀ ਜਿਹੀ ਗੱਲ ਹੋਰ ਬੇਨਤੀ ਕਰਨੀ ਚਾਹੁੰਦਾ ਜੀ ਕਿ ਜਿਹੜਾ ਸਿੱਖ ਫਲਸਫੇ ਦਾ ਜਿਹੜਾ ਮਹਾਨ ਸੱਚ ਹੈ ਨਾ ਜੀ, ਉਹ ਸੰਸਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ, ਲੇਕਿਨ ਸੰਸਾਰ ਦੇ ਕੂੜ ਨੂੰ ਨਾ ਇਹ ਗੁਰੂ ਗ੍ਰੰਥ ਸਾਹਿਬ ਕਦੀ ਵੀ ਅੱਖਾਂ 'ਚ ਪਾਇਆ ਹੀ ਨਹੀਂ। ਲੇਕਿਨ ਚਲੋ ਜਿਹੜੇ ਤੇ ਕੂੜ ਦੇ ਪੁਜਾਰੀ ਨੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਗੁਰੂ ਨਾਨਕ ਸਾਹਿਬ ਤੋਂ ਹੀ ਚੰਗੀ ਲੱਗੀ। ਗੁਰੂ ਨਾਨਕ ਸਾਹਿਬ ਨੇ ਜਦੋਂ ਆਪਣਾ ਦੱਸਿਆ ਵੀ ਮੈਂ ਇਸ ਤਰ੍ਹਾਂ ਵਾਂ, ਤੇ ਉਹਨਾਂ ਨੇ ਨਾ ਕੀਤੀ, ਕਹਿੰਦੇ ਨਹੀਂ ਇਹ ਸਾਡਾ ਨਹੀਂ ਬੰਦਾ ਹੋ ਸਕਦਾ ਜਿਹਨੇ ਜਨੇਊ ਪਾਉਣ ਨੂੰ ਨਾ ਕਰਤੀ। ਇਹ ਫਿਲਾਸਫੀ ਦਾ ਵਿਰੋਧ ਉਦੋਂ ਦੀ ਚੱਲ ਰਿਹਾ। ਪਰ ਆਪਾਂ ਸ਼ੋਰਟ ਗੱਲ ਕਰੀਏ, ਟਾਈਮ ਘੱਟ ਹੈ ਜੀ ਜੀ। ਇੰਨੀਆਂ ਵੱਡੀਆਂ ਸੰਸਥਾਵਾਂ ਸਾਡੀਆਂ ਕੌਮ ਦੀਆਂ ਸੰਸਥਾਵਾਂ, ਇਹ ਸਾਡੀਆਂ ਕੌਮੀ ਸੰਸਥਾਵਾਂ ਨੇ। ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬੈਠੇ ਨੇ, ਸ਼੍ਰੋਮਣੀ ਅਕਾਲੀ ਦਲ ਕਿਸੇ ਦੇ ਬਾਪ ਦੀ ਜਗੀਰ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਕੌਮ ਦੀ ਇੱਕ ਸਿਆਸੀ ਮਾਂ ਪਾਰਟੀ ਹੈ। ਬਿਲਕੁਲ। ਇਸ ਤੋਂ ਪਹਿਲਾਂ ਸਿੱਖਾਂ ਦੀ ਸਿਆਸੀ ਮਾਂ ਪਾਰਟੀ ਨਹੀਂ ਸੀਗੀ, ਇਹਨੂੰ ਮਾਂ ਪਾਰਟੀ ਤਾਂ ਕਹਿੰਦੇ। ਤੇ ਸਾਡੀ ਇਹ ਸਿੱਖਾਂ ਦੀ ਸ਼੍ਰੋਮਣੀ ਅਕਾਲੀ ਦਲ ਮਾਂ ਪਾਰਟੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀਆਂ ਕੁਰਬਾਨੀਆਂ ਦੇ ਸਦਕਾ ਇਹ ਹੋਂਦ 'ਚ ਆਈ। ਇਹ ਸਾਡੀ ਇੱਕ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ। ਲੇਕਿਨ ਇਹਨਾਂ ਦੋਵਾਂ ਸੰਸਥਾਵਾਂ ਦੀ ਜਿਹੜੀ ਢਾਲ ਹੈ, ਉਹ ਸਾਡਾ ਸਿਧਾਂਤਾਂ ਦਾ ਇੱਕ ਕਿਲਾ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ, ਉਹ ਸਾਡਾ ਰਾਸ਼ਟਰਪਤੀ ਭਵਨ ਹੈ। ਮੈਂ ਆਪਣੀ ਸੋਚ ਨਾਲ ਦੇਖਦਾ ਇਹਨਾਂ ਨੂੰ। ਠੀਕ ਹੈ। ਜਿਹੜੀ ਗੱਲ ਇੱਕ ਮਿੰਟ, ਜਿਹੜੀ ਗੱਲ ਨੌਜਵਾਨ ਵੀਰ ਨੇ ਕਹੀ ਹੈ ਕਿ ਇਹ ਸਿਰਫ ਅਫਵਾਹਾਂ ਨੇ ਕਿ ਚੰਡੀਗੜ੍ਹ ਦੇ ਵਿੱਚ ਕੋਈ ਮੀਟਿੰਗਾਂ ਹੋਈਆਂ ਨੇ, ਇਹਦੇ ਬਾਰੇ ਤੁਹਾਡੇ ਕੋਲ ਕੋਈ ਪ੍ਰੂਫ ਹੈ? ਮੈਂ ਸਹਿਮਤ ਨਹੀਂ ਹਾਂ ਕਿਰਨ ਜੀ ਨਾਲ, ਕਿਉਂਕਿ ਠੀਕ ਹੈ ਨੌਜਵਾਨ ਨੇ ਔਰ ਇਹ ਅਕਾਲੀ ਦਲ ਦੇ ਇਸ ਵੇਲੇ ਉਹਨਾਂ ਦੇ ਨੁਮਾਇੰਦੇ ਨੇ, ਕਿਉਂਕਿ ਉਹਨਾਂ ਨੇ ਆਪਣੀ ਪਾਰਟੀ ਦੇ ਹੱਕ 'ਚ ਗੱਲ ਕਰਨੀ ਹੈ। ਪਰ ਜਿਹੜਾ ਇੱਕ ਸਿੱਖ ਹੈ, ਜਿਹਨੇ ਸਿੱਖ ਨੇ ਦਸਤਾਰ ਸਜਾ ਲਈ ਹੈ ਸਿਰ ਦੇ ਉੱਤੇ, ਉਹ ਆਪਣੀ ਪਾਰਟੀ ਦੇ ਨਾਲ ਪਹਿਲਾਂ ਬਰਾਬਰ ਗੁਰੂ ਗ੍ਰੰਥ ਸਾਹਿਬ ਨੂੰ ਲਏਗਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਸੋਧੇ ਸਾਧ ਨੇ ਪਹਿਲਾਂ ਗੁਰੂ ਸਿਧਾਂਤਾਂ ਦੀ ਨਿਰਾਦਰੀ ਕੀਤੀ ਹੈ, ਉਹਨਾਂ ਵਾਂਗੂ ਨਰਕਧਾਰੀਆਂ ਵਾਂਗੂ। ਨਰਕਧਾਰੀਆਂ ਨੇ ਵੀ 5 ਪਿਆਰੇ ਦੀ ਬਜਾਏ 7 ਪਿਆਰੇ ਬਣਾਏ, 4 ਸਾਹਿਬਜ਼ਾਦਿਆਂ ਦੀ ਬਜਾਏ 5 ਸਾਹਿਬਜ਼ਾਦੇ ਬਣਾਏ, ਤੇ ਉਹ ਗੁਰੂ ਦੇ ਅੰਮ੍ਰਿਤ ਦੀ ਗੱਲ ਨੂੰ ਨਿਖਿਧ ਕੀਤਾ। ਇਸੇ ਤਰ੍ਹਾਂ ਹੀ ਸੋਧੇ ਸਾਧ ਨੇ ਕੀਤਾ। ਲੇਕਿਨ ਸੋਧੇ ਸਾਧ ਨੂੰ ਜਿਹੜੀ ਮਾਫੀ ਦਿੱਤੀ ਗਈ ਹੈ, ਉਹ ਜ਼ੋਰ ਜਬਰੀ ਦਿੱਤੀ ਗਈ ਹੈ। ਔਰ ਜਥੇਦਾਰਾਂ ਦੇ ਬਿਆਨ ਆਏ ਨੇ, ਗੁਰਮੁਖ ਸਿੰਘ ਦੇ ਬਿਆਨ ਆਏ ਨੇ, ਪਟਨਾ ਸਾਹਿਬ ਦੇ ਕਪਾਲ ਸਿੰਘ ਦੇ ਬਿਆਨ ਆਏ ਨੇ, ਉਹਨਾਂ ਦੀਆਂ ਇੰਟਰਵਿਊਆਂ ਨੇ, ਵੀਡੀਓ ਨੇ, ਔਰ ਜਿਨ੍ਹਾਂ ਨੇ ਕੋਲੋਂ ਮਾਫੀ ਮੰਗਾਈ ਉਹ ਆਪ ਮੰਨੇ ਨੇ। ਇੱਕ ਮਿੰਟ ਜੀ, ਇੱਥੇ ਰੁਕਿਓ ਜੀ। ਹਾਂਜੀ, ਕਿਰਨਦੀਪ ਸਿੰਘ ਜੀ ਇਹ ਕਹਿ ਰਹੇ ਨੇ ਕਿ ਬਕਾਇਦਾ ਉਹਨਾਂ ਦੇ ਬਿਆਨ ਆਏ ਨੇ ਅਖਬਾਰਾਂ ਦੇ ਵਿੱਚ ਕਿ ਜਿਹੜੀ ਮਾਫੀ ਗੁਰਮੀਤ ਰਾਮ ਰਹੀਮ ਨੂੰ ਮੰਗਵਾਈ ਗਈ ਹੈ, ਉਹ ਬਾਦਲਾਂ ਵੱਲੋਂ ਕਹਿ ਕੇ ਮੰਗਵਾਈ ਗਈ ਹੈ। ਤੁਸੀਂ ਕੀ ਕਹਿਣਾ ਚਾਹੋਗੇ ਇੱਥੇ? ਬਿਲਕੁਲ ਇੱਕਦਮ ਜਾਂਦੀ ਉਹੀ ਵੀ ਗੱਲ ਆ ਵੀ ਇਹੀ ਗੱਲਾਂ ਤਾਂ ਤੁਸੀਂ ਕਹਿ ਹਟੇ ਆ ਪਹਿਲਾਂ ਕਿ ਵੀ ਹਾਂ ਇਹ ਫਲਾਨਾ ਬਿਆਨ ਆਇਆ, ਇਹਨੇ ਆਹ ਕਿਹਾ, ਉਹਨੇ ਉਹ ਕਿਹਾ। ਮੈਂ ਤੁਹਾਨੂੰ ਉਦੋਂ ਵੀ ਇੱਕ ਟੁੱਕ ਇਹੀ ਜਵਾਬ ਦਿੱਤਾ ਸੀ ਕਿ ਉਹੀ ਭਾਈ ਸਾਹਿਬ ਮੁੱਕਰ ਵੀ ਗਏ ਆ ਬਾਅਦ ਚ। ਉਹ ਆਪਣੀ ਉਹਨਾਂ ਗੱਲਾਂ ਤੇ ਉਹ ਖਰੇ ਰਹੇ ਨਹੀਂ। ਇੱਕੋ ਹੀ ਬੰਦੇ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਸੀ, ਉਹ ਮੁੱਕਰ ਗਿਆ। ਔਰ ਅਸੀਂ ਇਹਨੂੰ
ਰਟਣ ਨੂੰ ਜਿੰਨਾ ਮਰਜ਼ੀ ਰੱਟੀ ਜਾਈਏ। ਹੁਣ ਸਰਦਾਰ ਸਾਹਿਬ ਇੱਕ ਮਿੰਟ ਦਿਓ ਸਰਦਾਰ ਜੀ। ਤੁਸੀਂ ਆਪਾਂ ਪਹਿਲਾਂ ਨਾ ਜਦੋਂ ਹੁਣ ਗੱਲ ਕਰਦੇ ਸੀਗੇ ਤੇ ਤੁਸੀਂ ਹੁਣ ਜਿਵੇਂ ਕਰਦਿਆਂ ਨੇ ਕਹਿਤਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ, ਇਹਨਾਂ ਨੇ ਤਾਂ ਆਪਣੀ ਸਪੋਰਟ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਦੀ, ਤੇ ਵੀ ਇੱਕ ਸਿੱਖ ਹੋਣ ਦੇ ਨਾਂ ਤੇ ਤੁਹਾਨੂੰ ਲੱਗਾ। ਮੈਂ ਕਹਿੰਦਾ ਸਰਦਾਰ ਸਾਹਿਬ ਤੁਸੀਂ ਆਪਣੇ ਆਪ ਨੂੰ ਤਾਂ ਏਦਾਂ ਰੱਖ ਲਿਆ ਕਿ ਵੀ ਮੈਂ ਤਾਂ ਸਿੱਖ ਹਾਂ, ਮੇਰਾ ਤਾਂ ਵੀ ਹਿਰਦਾ ਏਦਾਂ ਹੋਇਆ ਕਿ ਇਹ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਬੰਦਾ ਤੇ ਇਹਨੇ ਤਾਂ ਉਹਨਾਂ ਦੀ ਸਪੋਰਟ ਕਰਨੀ ਹੈ। ਤੁਸੀਂ ਮੈਨੂੰ ਦੱਸਿਓ ਸਰਦਾਰ ਜੀ ਵੀ ਨਹੀਂ ਇੱਕ ਮਿੰਟ ਸਰਦਾਰ ਜੀ, ਪਹਿਲਾਂ ਸੁਣ ਲਓ ਉਹਨਾਂ ਦੀ ਗੱਲ ਸੁਣ ਲਓ। ਗੱਲ ਨੂੰ ਕੋਈ ਮੈਂ ਉਹ ਨਹੀਂ ਕੋਈ ਗੁੱਸੇ ਵਾਲੇ ਪਾਸੇ ਜਾਂ ਕੋਈ ਬੁਰੀ ਨਹੀਂ, ਮੈਨੂੰ ਪਤਾ ਵੀ ਸਮਝਦਾ ਵੀ ਕਈ ਵਾਰੀ ਗੱਲ ਨਿਕਲ ਜਾਂਦੀ ਫਲੋ 'ਚ, ਪਰ ਮੈਂ ਤਾਂ ਵੈਸੇ ਗੱਲ ਕਰਦਾ। ਸਰਦਾਰ ਸਾਹਿਬ ਤੁਸੀਂ ਦੱਸ ਦਿਓ ਵੀ ਤੁਸੀਂ ਆਹ ਮਸਲਾ ਹੋਣ ਤੋਂ ਪਹਿਲਾਂ, ਬੇਅਦਬੀ ਤੋਂ ਪਹਿਲਾਂ, ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਪੋਰਟ 'ਚ ਸੀ? ਹਾਂਜੀ, ਬਹੁਤ ਧੰਨਵਾਦ ਜੀ। ਇੱਕ ਮਿੰਟ ਹੋਲਡ ਕਰਿਓ ਜੀ। ਅੱਛਾ, ਜਿਹੜਾ ਇਹਨਾਂ ਦਾ ਸਵਾਲ ਹੈ ਕਿ ਤੁਸੀਂ ਇਹਨਾਂ ਦੀ ਸਪੋਰਟ ਦੇ ਵਿੱਚ ਸੀ ਪਹਿਲਾਂ, ਕਿਉਂਕਿ ਸਰਦਾਰ ਇੱਕ ਮਿੰਟ ਪਹਿਲਾਂ ਮੇਰੀ ਸੁਣ ਲਓ, ਇੱਕ ਬੇਨਤੀ ਸੁਣ ਲਓ ਸਰਦਾਰ ਸਾਹਿਬ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਘਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਬੀਬੀ ਹਰਸਿਮਰਤ ਕੌਰ ਦੇ ਘਰੇ ਦਿੱਲੀ ਵਾਲੀ ਕੋਠੀ ਦੇ ਵਿੱਚ ਪ੍ਰਕਾਸ਼ ਹੈ। ਉਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਆਪ ਮੰਨਣ ਵਾਲੇ ਨੇ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਵੇਂ ਕਰਵਾ ਸਕਦੇ ਆ? ਥੋੜ੍ਹਾ ਜਿਹਾ ਕਰੋ ਕਲੀਅਰ। ਪਹਿਲਾਂ ਕਦੇ ਇਹੋ ਜਿਹਾ ਇੰਸੀਡੈਂਟ ਨਹੀਂ ਹੋਇਆ? ਮੈਨੂੰ ਸਾਰਾ ਪਤਾ ਜੀ। ਲੰਬੀ ਨਾ ਸਰਦਾਰ ਸਾਹਿਬ ਗੱਲ ਨੂੰ ਖਿੱਚਿਓ ਤੇ ਇੱਕ ਮਿੰਟ ਹਾਂਜੀ, ਮੈਂ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਕਿਰਨਦੀਪ ਹੁਣ ਚੁੱਪ ਕਰਿਓ ਸੀ। ਹਾਂਜੀ ਕਿਰਨਦੀਪ ਜੀ, ਇਹਨਾਂ ਦੇ ਤਾਂ ਅੱਖਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੇ ਛੱਡੋ ਤੁਸੀਂ। ਕੋਈ ਜਿਹੜਾ ਗੁਰੂ ਨਾਨਕ ਸਾਹਿਬ ਡੇਰਾ ਹੈਗਾ 24 ਘੰਟੇ ਉੱਥੇ ਇਹਨਾਂ ਦੇ ਬਾਣੀ ਦੇ ਅਖੰਡ ਪਾਠ ਸਾਹਿਬ ਜਾਰੀ ਰਹਿੰਦੇ ਨੇ, ਮੈਨੂੰ ਨੌਲੇਜ ਹੈ। ਆਪਾਂ ਗੱਲ ਕਰੀਏ, ਚਲੋ ਜਿੱਦਾਂ ਤੁਸੀਂ ਕਹਿੰਦੇ ਵੀ ਗੁਰਮੁਖ ਸਿੰਘ ਆਇਆ, ਉਹਨੇ ਬਿਆਨ ਦਿੱਤੇ, ਉਹ ਮੁੱਕਰ ਗਿਆ, ਲੇਕਿਨ ਇਹ ਮੈਨੂੰ ਦੱਸੋ ਵੀ ਜਦੋਂ ਸਿੱਖਾਂ ਦਾ ਵਿਰੋਧ ਵਧਿਆ ਤੇ ਜਦੋਂ ਫਿਰ ਬਰਗਾੜੀ ਦੇ ਵਿੱਚ ਕਾਂਡ ਹੋ ਗਿਆ, 14 ਤਰੀਕ ਨੂੰ ਇਹ ਪਾੜ ਕੇ ਸੁੱਟੇ ਗਏ, ਔਰ ਮੇਰੇ ਖਿਆਲ 15 ਤਰੀਕ ਨੂੰ ਗੋਲੀ ਚੱਲ ਗਈ, ਵਿਦਰੋਹ ਹੋਰ ਵਧਿਆ। ਇਹੀ ਹੁਕਮਨਾਮਾ, ਵਾਫੀ ਵਾਲਾ ਹੁਕਮਨਾਮਾ, ਜੇ ਆਪਾਂ ਮੰਨ ਲਈਏ, ਤੁਹਾਡੀ ਗੱਲ ਮੰਨੀਏ, ਮੈਂ ਤੁਹਾਡੀ ਹਾਂ ਜਾਂ ਕਰਦੇ ਹਾਂ ਤਾਂ ਕਿ ਤੁਸੀਂ ਨੌਜਵਾਨੋ ਇੱਕ ਗੱਲ ਨੂੰ ਫੋਲੋ ਕਰੋ ਕਿ ਜੇ ਤੁਹਾਡੀ ਮੰਨ ਕੇ ਮੈਂ ਕਹਾਂ ਵੀ ਗੁਰਮੁਖ ਸਿੰਘ ਮੁਨੱਕਰ ਗਿਆ ਸੀ, ਜਥੇਦਾਰਾਂ ਨੇ 16 ਅਕਤੂਬਰ ਨੂੰ ਆਪਣਾ ਮੁਆਫੀ ਵਾਲਾ ਬਿਆਨ ਵਾਪਸ ਲਿਆ, ਨਹੀਂ ਲਿਆ? ਔਰ ਮੈਂ ਤੇ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਸ਼੍ਰੋਮਣੀ ਕਮੇਟੀ ਨੇ ਇਹ ਪੈਸਾ ਸੰਗਤ ਦਾ ਹੈ, ਤੁਸੀਂ ਵੀ 10-20 ਰੁਪਏ 50-100 ਮੱਥਾ ਟੇਕਦੇ ਹੋ, ਮੈਂ ਵੀ 10-20-150 ਮੱਥਾ ਟੇਕਦੇ ਆ। ਸਾਰਾ ਸੰਸਾਰ ਦਰਬਾਰ ਸਾਹਿਬ ਦੇ ਵਿੱਚ ਆਪਣਾ ਦਸਵੰਧ ਭੇਜਦਾ, ਜਿੱਥੇ ਮਰਜ਼ੀ ਬੈਠਾ, ਉਹ ਧੁਰਾ ਹੈ ਨਾ ਸਾਡਾ, ਇਸ ਕਰਕੇ ਜੁੜਿਆ ਹਰ ਸਿੱਖ। 90 ਲੱਖ ਰੁਪਏ ਦੇ ਇਸ਼ਤਿਹਾਰ ਸਿਰਫ ਮੁਆਫੀਨਾਮੇ ਨੂੰ ਸੱਚ ਸਾਬਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤੇ। ਉਹਨਾਂ 90 ਲੱਖ ਦਾ ਕੀ ਬਣਿਆ ਕਿ 16 ਤਰੀਕ ਨੂੰ ਜਥੇਦਾਰਾਂ ਪੰਜਾਂ ਨੇ ਕਹਿਤਾ ਵੀ ਅਸੀਂ ਮਾਫੀਨਾਮਾ ਹੁਕਮਨਾਮਾ ਜਿਹੜਾ ਉਹ ਵਾਪਸ ਲੈਣੇ ਆ ਜੀ। ਚਲੋ ਆਪਾਂ ਤੁਹਾਡੀ ਮੰਨ ਲੈਣੀ ਹੈ, ਪ੍ਰਕਾਸ਼ ਸਿੰਘ ਬਾਦਲ ਨੇ ਨਹੀਂ ਜ਼ੋਰ ਲਾਇਆ ਮੁਆਫੀ ਦੇਣ ਤੇ, ਜਥੇਦਾਰਾਂ ਨੇ ਵਾਪਸ ਤੇ ਲੈ ਲਿਆ ਨਾ ਜੀ। ਉਹ ਕਿਉਂ ਵਾਪਸ? ਇਹਦੇ ਬਾਰੇ ਕੀ ਕੋਈ ਹੁਕਮਨਾਮਾ ਜਾਰੀ ਹੋ ਜਾਏ ਕਿਰਨਦੀਪ ਜੀ, ਅਕਾਲ ਤਖਤ ਸਾਹਿਬ ਤੋਂ ਵਾਪਸ ਨਹੀਂ ਜੀ ਹੁੰਦਾ। ਇਹ ਸੰਗਤਾਂ ਦਾ ਵਿਰੋਧ ਸੀ, ਸੱਚ ਸੀਗਾ, ਇਸ ਕਰਕੇ ਉਹਨਾਂ ਜਥੇਦਾਰਾਂ ਨੂੰ ਵਿਰੋਧ ਦਾ ਸਾਹਮਣਾ ਕਰਨ ਦੇ ਲਈ ਉਹਨਾਂ ਨੂੰ ਇਹ ਕੰਮ ਕਰਨਾ ਪਿਆ। ਉਹਨਾਂ ਨੇ ਵਾਪਸ ਲਿਆ ਇਹ ਹੁਕਮਨਾਮਾ 16 ਅਕਤੂਬਰ ਨੂੰ ਵਾਪਸ ਲਿਆ। ਹਾਂਜੀ, ਹੁਣ ਕਿਰਨਦੀਪ ਸਿੰਘ 2 ਮਿੰਟ ਦੇ। ਕੋਈ ਨਹੀਂ, ਆਪਾਂ ਸਰਦਾਰ ਸਾਹਿਬ ਆਇਆ ਨਾ, ਹੈ ਤਾਂ ਮਸਲਾ ਇਹ ਭਾਵਨਾਤਮਕ ਹੀ ਆ, ਅਸੀਂ ਹੋ ਜਾਂਦੇ ਆ ਭਾਵਨਾ ਚ ਵਹਿ ਜਾਂਦੇ ਆ ਅਸੀਂ ਵੀ ਕੋਈ ਨਹੀਂ। ਆਪਾਂ ਚੰਗਾ ਆ ਕਿ ਵੀ ਆਪਾਂ ਨਾ ਥੋੜਾ ਗੱਲ ਨੂੰ ਆਪਾਂ ਸਮੇਟ ਕੇ ਰੱਖੀਏ। ਆਪਾਂ ਨਹੀਂ ਸਮੇਟੀ ਹੈ ਜੀ। ਤੁਸੀਂ ਕਿਰਨਦੀਪ ਸਿੰਘ ਇੰਨਾ ਦੱਸੋ ਕਿ ਜਥੇਦਾਰਾਂ ਨੇ ਜਿਹੜਾ ਫੈਸਲਾ ਲਿਆ ਠੀਕ ਸੀ ਜਾਂ ਗਲਤ ਸੀ ਜੀ? ਨਹੀਂ ਸਰਦਾਰ ਸਾਹਿਬ, ਮੈਂ ਤੁਹਾਨੂੰ ਪਹਿਲਾਂ ਵੀ ਕਹਿ ਹਟਿਆ ਕਿ ਇਹ ਉਹਨਾਂ ਦਾ ਹੈਗਾ, ਉਹਨਾਂ ਨੇ ਕੀ ਕਰਨਾ ਆ, ਉਹਨਾਂ ਨੇ ਕਿਹੜੀ ਗੱਲ ਨੂੰ ਆਧਾਰ ਰੱਖ ਕੇ ਉਹਨਾਂ ਨੇ ਇਹ ਕੰਮ ਕੀਤਾ। ਉਹਨਾਂ ਨੂੰ ਲੱਗਾ ਕੌਮ ਵਿਰੋਧ ਕਰ ਰਹੀ ਆ, ਉਹਨਾਂ ਨੇ ਵਾਪਸ ਲੈ ਲਿਆ, ਕੌਮ ਦੇ ਉਲਟ ਨਹੀਂ ਖੜੇ ਹੋਏ, ਉਹਨਾਂ ਨੇ ਬਿਲਕੁਲ ਕੌਮ ਦੇ ਨਾਲ ਜਿਵੇਂ ਧੋਖਾ ਕੀਤਾ ਉਹਨਾਂ ਨੂੰ ਲੱਗਾ, ਉਹਨਾਂ ਨੇ ਉਸ ਗੱਲ ਨੂੰ ਮੰਨ ਲਿਆ। ਉਹਨਾਂ ਨੇ ਮੰਨਿਆ ਕਿ ਕੌਮ ਨਾਲ ਧੋਖਾ ਕੀਤਾ। ਨਹੀਂ, ਕੌਮ ਨਾਲ ਧੋਖਾ ਕਹਿ ਲਓ ਜਾਂ ਹਰੇਕ, ਜਦੋਂ ਅਸੀਂ ਨਾ ਕੁਝ ਵੀ ਅਸੀਂ ਵੀ ਕਰਦੇ ਹਾਂ ਲਾਈਫ ਦੇ ਵਿੱਚ ਵੀ ਥੋੜਾ ਜਿਹਾ ਇੰਨੀ ਸਾਨੂੰ ਵਿੰਡੋ ਖੁੱਲੀ ਰੱਖਣੀ ਚਾਹੀਦੀ ਆ ਵੀ ਇੰਨਾ ਨਾ ਜਾਂ ਐ ਤੰਗ ਕਰੋ ਕੰਮ ਕਿ ਜਿਵੇਂ ਉਹ ਸਰਦਾਰ ਸਾਹਿਬ ਕਹੀ ਜਾਂਦੇ ਕਿ ਵੀ ਹਾਂ ਇਹ ਕੰਮ ਇਹ ਐਂ ਹੀ ਹੋਇਆ। ਇਹ ਤੁਸੀਂ ਜਦੋਂ ਸਾਨੂੰ ਗੱਲਾਂ ਨਹੀਂ ਹਜੇ ਕਲੀਅਰ ਹੈਗੀਆਂ ਤਾਂ ਹੁਣ ਮੈਂ ਪਹਿਲਾਂ ਗੱਲ ਪੁੱਛੀ ਸੀ ਨਾ, ਮੈਨੂੰ ਇਹ ਗੱਲ ਕਲੀਅਰ ਹੈਗੀ ਸੀ
ਕਿ ਤੁਸੀਂ ਪਹਿਲਾਂ ਵੀ ਸਪੋਰਟ ਨਹੀਂ ਸੀ ਕਰਦੇ। ਜਦੋਂ ਅਸੀਂ ਇਦਾਂ ਕਹਿੰਦੇ ਆ ਕਿ ਵੀ ਤੂੰ ਤਾਂ ਅਕਾਲੀ ਦਲ ਦੇ ਨਾਲ ਆ ਨਾ, ਵੀ ਮੈਂ ਤਾਂ ਸਿੱਖ ਆ, ਹੁਣ ਤੁਸੀਂ ਪਹਿਲਾਂ ਵੀ ਵਿਰੋਧ 'ਚ ਹੀ ਸੀ ਸਰਦਾਰ ਜੀ, ਤੁਸੀਂ ਇਹਦੇ ਕਰਕੇ ਉਲਟ ਨਹੀਂ ਸੀ ਹੋਏ। ਜਦੋਂ ਸਾਡੀ ਵਿਚਾਰਧਾਰਾ ਇੱਕ ਮਿੰਟ ਵੀਰ ਜੀ, ਸੁਣ ਲਓ ਕਿਰਨਦੀਪ ਸਿੰਘ ਦੀ ਗੱਲ ਸੁਣ ਲਓ ਜੀ। ਹਾਂਜੀ ਇੱਕ ਮਿੰਟ ਸਰਦਾਰ ਜੀ, ਤੁਸੀਂ ਤਾਂ ਪਹਿਲਾਂ ਵੀ ਕਿਰਨਦੀਪ ਟਾਈਮ ਭੁੱਲ ਗਏ ਆ। ਮੈਂ ਇੱਕ ਮਿੰਟ ਕਿਰਨਦੀਪ ਸਿੰਘ ਦੀ ਇੱਕ ਮਿੰਟ ਗੱਲ ਸੁਣ ਲਓ, ਫਿਰ ਤੁਸੀਂ ਜਵਾਬ ਦਿਓ ਜੀ। ਜੀ ਮੈਂ ਇਸ ਗੱਲ ਨੂੰ ਨਾ ਬਾਹਲਾ ਕੋਈ ਉਵੇਂ ਹੀਟਡ ਆਰਗੂਮੈਂਟ ਚ ਨਹੀਂ ਲੈ ਕੇ ਜਾਣਾ। ਨਹੀਂ ਚਾਹੀਦਾ ਵੀ ਨਹੀਂ ਜੀ, ਪਿਆਰ ਨਾਲ ਹਾਂ ਏਦਾਂ ਸੋਹਣੀ ਗੱਲਬਾਤ ਕਰਦੇ ਆ ਪਿਆਰ ਨਾਲ ਜੀ। ਮੈਂ ਤਾਂ ਇੰਨੀ ਕੀ ਕਹਿਣਾ ਸਰਦਾਰ ਜੀ ਗੱਲ ਵੀ ਆਪਣੀ ਵਿਚਾਰਧਾਰਾ 'ਚ ਫਰਕ ਹੁੰਦਾ ਆ, ਆਪਾਂ ਨੂੰ ਉਹ ਬੰਦਾ ਆਟੋਮੈਟਿਕਲੀ ਕੁਲਦੀਪ ਸਿੰਘ ਜੀ ਗਵਾਹ ਬੈਠੇ ਆ, ਇਹਨਾਂ ਦੇ ਨਾਲ ਪਤਾ ਨਹੀਂ ਵੀ ਇਹਨਾਂ ਨੇ ਵੀ ਮੈਨੂੰ ਬਥੇਰਾ ਕੁਝ ਕਹਿ ਚੁੱਕੇ ਆ, ਤੇ ਮੈਂ ਵੀ ਇਹਨਾਂ ਨੂੰ ਜੰਡੀ ਵੀ ਪੋਸਟ ਵੀ ਲਿਖੀ, ਪਰ ਹਾਲਾਂਕਿ ਮੈਂ ਤਾਂ ਸਿਰਫ ਗੱਲਾਂ ਦਾ ਉੱਤੇ ਵਿਰੋਧ ਹੀ ਕੀਤਾ ਸੀ। ਮੈਂ ਪਰਸਨਲ ਤਾਂ ਨਹੀਂ, ਇਹਨਾਂ ਨੇ ਪਰਸਨਲ ਵੀ ਕੁਝ ਕਹਿ ਲਿਆ ਪਰ ਮੈਥੋਂ ਵੱਡੇ ਆ। ਮੈਂ ਫੇਰ ਵੀ ਇਹ ਕਹਿਣਾ ਕਿ ਵੀ ਇੱਕ ਦੂਜੇ ਨੂੰ ਸਤਿਕਾਰ ਦੇ ਨਾਲ ਸਾਡਾ ਇੰਨਾ ਕੁ ਹੱਕ ਰੱਖਣਾ ਸਾਡਾ ਬਣਦਾ ਆ। ਇਹਦਾ ਲਾਈਨ ਨਾ ਖਿੱਚੋ ਕਿ ਵੀ ਹਾਂ ਵੀ ਉਹਨਾਂ ਨੇ ਐਂ ਕੀਤਾ ਤੇ ਉਹਨਾਂ ਨੇ ਗਲਤੀ ਕੀਤਾ। ਤੁਸੀਂ ਕਿਤੇ ਨਾ ਕਿਤੇ ਇਹ ਵੀ ਪੱਖ ਸਮਝਣ ਦੀ ਕੋਸ਼ਿਸ਼ ਕਰੋ ਕਿ ਹੋ ਸਕਦਾ ਕਿ ਕੀ ਕਾਰਨ ਬਣੇ ਹੋਣ, ਕਿਤੇ ਨਾ ਕਿਤੇ ਉਹਨਾਂ ਨੂੰ ਹੋਵੇ ਕਿ ਵੀ ਚੰਗਾ ਕਰੀਏ। ਕੋਈ ਨਾ ਕੋਈ ਕੰਮ, ਹਰ ਕੰਮ ਕਿਤੇ ਨਾ ਕਿਤੇ ਸਮੇਂ ਪਹਿਲੀ ਵਾਰੀ ਹੁੰਦਾ ਹੀ ਆ, ਇਹ ਨਹੀਂ ਕੋਈ ਗੱਲ ਵੀ ਪਹਿਲਾਂ ਨਹੀਂ ਹੋਇਆ ਤੇ ਹੁਣ ਨਹੀਂ ਹੋਇਆ। ਹਾਂਜੀ ਅੱਛਾ ਚਲੋ ਇਸ ਗੱਲ ਨੂੰ ਛੱਡੋ ਜੀ, ਤੁਸੀਂ ਦੱਸੋ ਸਰਦਾਰ ਚਰਨਜੀਤ ਸਿੰਘ ਜੀ, ਕਦੇ ਪਹਿਲਾਂ ਚਲੋ ਮੰਨ ਲਿਆ ਕਿਉਂਕਿ ਪਹਿਲਾਂ ਜਿਹੜੇ ਅਕਾਲੀ ਦਲ ਬਾਦਲ ਹੈ, ਜਿਹੜਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪੰਥਕ ਸੀ, ਉਹਨਾਂ ਨੇ ਤੁਹਾਨੂੰ ਯਾਦ ਹੋਏਗਾ ਮੋਗੇ ਜਿਹੜੀ ਰੈਲੀ ਹੋਈ ਸੀ ਉਹ 'ਚ ਕਹਿਤਾ ਸੀ ਕਿ ਅਸੀਂ ਪੰਜਾਬੀ ਪਾਰਟੀ ਹਾਂ, ਕਿਉਂਕਿ ਜਦੋਂ ਭਾਜਪਾ ਨਾਲ ਦੋਸਤੀ ਪਈ ਸੀ, ਅੱਜ ਕੱਲ੍ਹ ਭਾਜਪਾ ਨਾਲ ਹੈ ਨਹੀਂ ਹੈ, ਇਸ ਵੇਲੇ ਉਹ ਪੰਜਾਬੀ ਪਾਰਟੀ ਹੈ। ਪੰਜਾਬੀ ਪਾਰਟੀ ਹੋਣ ਦੇ ਨਾਤੇ ਪਹਿਲਾਂ ਕਦੇ 5 ਵਾਰੀ ਮੁੱਖ ਮੰਤਰੀ ਰਹੇ ਨੇ, ਪਹਿਲਾਂ ਕਦੇ ਇਹੋ ਜਿਹੀ ਕੋਈ ਗੱਲਬਾਤ ਹੋਈ ਆਪਣੇ ਸਮਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਕਦੇ ਪਹਿਲਾਂ ਵੀ? ਮੈਂ ਚਰਨਜੀਤ ਸਿੰਘ ਛੋਟੇ ਵੀਰ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਪਹਿਲੀ ਗੱਲ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧੀ ਨਹੀਂ, ਇੱਕ ਨੰਬਰ, ਕਿਉਂਕਿ ਜਦੋਂ 97 ਦੀ ਸਰਕਾਰ ਸੀ ਅਸੀਂ ਘੱਟੋ ਘੱਟ 20 ਸਾਲ ਬਾਅਦ ਪੰਥਕ ਸਰਕਾਰ ਦੇਖਣੀ ਸੀ। ਉਸ ਵੇਲੇ ਮੈਂ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਵਿਦਿਆਰਥੀ ਸੀ ਔਰ ਮੇਰਾ ਸਭ ਤੋਂ ਪਹਿਲਾ ਬਿਆਨ ਸੀਗਾ ਅੰਮ੍ਰਿਤਸਰ ਦੇ ਵਿੱਚ ਕਿ ਆਉਣ ਵਾਲੀ ਪੰਥਕ ਸਰਕਾਰ ਦੇ ਰਾਹ ਦੇ ਵਿੱਚ ਕੋਈ ਰੋੜਾ ਨਹੀਂ ਡਾਊਗਾ। ਔਰ ਸਾਡੀਆਂ ਕਈ ਗੱਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਹੋਈਆਂ ਵੀ ਆਹ ਕੰਮ ਅਸੀਂ ਕਰਨੇ ਆ। ਹੁਣ ਗੱਲ ਜਿਹੜੀ ਕੁਲਦੀਪ ਸਿੰਘ ਦੀ ਰਹਿੰਦੀ ਹੈ ਜੀ ਕਿ ਬਾਦਲ ਸਰਕਾਰ ਵੇਲੇ ਪਹਿਲਾਂ ਵੀ ਕਦੀ ਇਸ ਤਰ੍ਹਾਂ ਹੋਇਆ। ਮੈਂ ਤੁਹਾਨੂੰ ਇੱਕ ਫਾਰ ਐਗਜ਼ਾਮਪਲ ਗੱਲ ਕਰਦਾ, ਇੱਕ ਭਾਨੂ ਮੂਰਤੀ ਨਾਂ ਦਾ ਬੰਦਾ 1997 ਦੇ ਵਿੱਚ ਉਹਨੇ ਇੱਕ ਦਿੱਲੀ ਕਮੇਟੀ 'ਚ ਪ੍ਰੋਜੈਕਟ ਸ਼ੁਰੂ ਕੀਤਾ। ਜੀ ਉਹਨੇ ਪ੍ਰੋਜੈਕਟ ਸ਼ੁਰੂ ਕੀਤਾ 1997 ਦੇ ਵਿੱਚ ਵੀ ਸਰਲ ਗੁਰਬਾਣੀ, ਸਰਲ ਭਾਸ਼ਾ 'ਚ ਕਿੱਦਾਂ ਬੋਲੀ ਜਾ ਸਕਦੀ ਹੈ, ਪੜ੍ਹੀ ਜਾ ਸਕਦੀ। ਲੇਕਿਨ ਉਹ ਗੁਰਬਾਣੀ ਜਿਹੜੀ ਹੈ ਵਿਆਕਰਣ ਦੇ ਹਿਸਾਬ ਤੇ ਪੜ੍ਹੀ ਜਾ ਸਕਦੀ ਹੈ। ਉਹ ਚਾਹੇ ਔਖੀ ਹੋਵੇ, ਜਿਹਨੂੰ ਔਖੀ ਲੱਗੇ ਉਹ ਸੰਥਿਆ ਲੈ ਲਵੇ ਤੇ ਸੌਖੇ ਤਰੀਕੇ ਨਾਲ ਪੜ੍ਹ ਲਵੇ, ਪਰ ਉਹਦਾ ਮਤਲਬ ਇਹ ਨਹੀਂ ਵੀ ਸਿਹਾਰੀਆਂ ਤੇ ਔਂਕੜ ਤੇ ਦਲੰਕੜ ਲਾ ਕੇ ਤੇ ਉਹਨੂੰ ਸਿੱਧਾ ਕੀਤਾ ਜਾਵੇ। ਇਹ ਕਿਸੇ ਨੂੰ ਇੱਕ ਅੱਖਰ ਵੀ ਵਾਧ ਘਾਟ ਦਾ ਰਾਈਟ ਨਹੀਂ ਹੈ। ਕਿਰਨ ਜੀ, ਭਾਨੂ ਮੂਰਤੀ ਨੇ ਸ਼ੁਰੂ ਕੀਤਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਦੇ ਥੱਲੇ, ਦਿੱਲੀ ਦੇ ਵਿੱਚ ਭਾਈਵਾਲ ਦੀ ਸਰਕਾਰ ਭਾਜਪਾ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦੀ, ਔਰ ਦਿੱਲੀ ਕਮੇਟੀ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਬਾਦਲ ਕੋਲ ਸੀ ਉਸ ਵੇਲੇ 1997 ਚ। ਸਰਦਾਰ ਅਵਤਾਰ ਸਿੰਘ ਹਿੱਤ ਜਥੇਦਾਰ ਸਨ ਉਸ ਵੇਲੇ, ਅਕਾਲੀ ਦਲ ਦੇ ਪ੍ਰਧਾਨ ਵੀ ਤੇ ਸ਼੍ਰੋਮਣੀ ਦਿੱਲੀ ਕਮੇਟੀ ਦੇ ਪ੍ਰਧਾਨ ਵੀ। ਉਸ ਵੇਲੇ ਕੁਲਦੀਪ ਸਿੰਘ ਜੀ ਇੱਕ ਪ੍ਰੋਜੈਕਟ ਸ਼ੁਰੂ ਹੋਇਆ ਸਰਲ ਭਾਸ਼ਾ 'ਚ। ਮੈਨੂੰ ਚੇਤੇ ਆ ਗਿਆ ਜੀ, ਮੈਨੂੰ ਚੇਤੇ ਆ ਗਿਆ, ਮੇਰੇ ਕੋਲ ਅਜੇ ਵੀ ਪਈਆਂ ਕਾਪੀਆਂ। ਹਾਂਜੀ ਕੋਈ ਨਹੀਂ ਗੱਲ ਪੰਨੇ ਮੇਰੇ ਕੋਲ ਨੇ ਜੀ, 730 ਪੰਨੇ ਗੁਰੂ ਗ੍ਰੰਥ ਸਾਹਿਬ ਦੇ ਮੇਰੇ ਕੋਲ ਨੇ। ਇਹਦੇ ਵਿੱਚ ਦੇਖੋ ਅੱਖਰ ਕਿਰਨਦੀਪ ਜੀ, ਇੱਕ ਗੁਰਬਾਣੀ ਚੋਂ ਸਿਹਾਰੀ ਪਿਆਰੀ ਔਂਕੜ ਲਾ ਦਈਏ ਨਾ ਜੀ, ਅਰਥਾਂ ਦੇ ਨਰਥ ਬਣ ਜਾਂਦੇ ਆ। ਸਮਾਂ ਬੜਾ ਐਗਜ਼ਾਮਪਲ ਇੱਕ ਹੀ ਗੱਲ ਕਰਾਂਗਾ। ਇੱਕ ਠਾਕਰ ਲਫ਼ਜ਼ ਹੈ, ਠਾਕਰ ਉਹ ਹੁੰਦਾ ਪੱਥਰ, ਔਂਕੜ ਦੇ ਨਾਲ ਬੋਲ ਦਈਏ ਠਾਕੁਰ ਤੇ ਉਹ ਬਣ ਜਾਂਦਾ ਅਕਾਲ ਪੁਰਖ। ਹੁਣ ਲੱਥਿਆ ਦੇ ਕਿਰਨਦੀਪ ਜੀ ਸਿਰਫ ਔਂਕੜ ਇੰਨਾ ਕੁ ਹੁੰਦਾ ਛੋਟਾ ਜਿਹਾ, ਤੇ ਬਣ ਕੀ ਗਿਆ, ਇੱਕ ਪੈਰਾਂ 'ਚ ਰੁਲਦਾ ਪੱਥਰ ਹੈ ਤੇ ਦੂਜਾ ਸਾਰੀ ਕਾਇਨਾਤ ਨੂੰ ਪਾਲਣ ਵਾਲਾ ਅਕਾਲ ਪੁਰਖ ਹੈ। ਉਹ ਠਾਕੁਰ ਹੈ, ਠਾਕਰ ਹੈ। ਪੱਥਰ ਤੇ ਅਕਾਲ ਪੁਰਖ 'ਚ ਫਰਕ ਪੈ ਗਿਆ ਇੱਕ ਔਂਕੜ ਨਾਲ। ਤੇ ਇਸ ਬੰਦੇ ਨੇ
ਪੂਰਾ ਪ੍ਰੋਜੈਕਟ ਲਿਖਿਆ ਵੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਨੂੰ ਸਰਲ ਭਾਸ਼ਾ 'ਚ ਪੜ੍ਹਾਉਣ ਲਈ ਅੰਕੜ ਦਲੰਕੜ ਸਿਹਾਰੀਆਂ ਬਿਆਰੀਆਂ ਉੱਠੀਆਂ ਪੁੱਠੀਆਂ ਸਭ ਲਾਤੀਆਂ ਜੀ। ਚਲੋ ਇੱਕ ਤਾਂ ਇਹ ਹੋ ਗਿਆ। ਹਾਂਜੀ ਬੇਨਤੀ ਮੇਰੀ, ਹਾਂਜੀ ਪ੍ਰੋਜੈਕਟ ਕਦੋਂ ਸ਼ੁਰੂ ਹੋਇਆ? ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ, ਸ਼੍ਰੋਮਣੀ ਕਮੇਟੀ ਅਕਾਲੀ ਦਲ ਬਾਦਲ ਕੋਲ, ਸੈਂਟਰ 'ਚ ਸਰਕਾਰ ਭਾਈਵਾਲ ਬਾਦਲ ਦੀ, ਔਰ ਦਿੱਲੀ 'ਚ ਕਮੇਟੀ। ਔਰ ਆਹ ਦੇਖੋ ਵੱਡੀ ਗੱਲ, ਉਸ ਭਾਨੀ ਮੂਰਤੀ ਨੂੰ ਆ ਸਰਦਾਰ ਅਵਤਾਰ ਸਿੰਘ ਜੀ ਹਿੱਤ ਨੇ, ਜਿਹੜੇ ਭੋਗਲ ਸਾਹਿਬ ਨੇ, ਇਹ ਭਾਨੂ ਮੂਰਤੀ ਨੂੰ ਸਨਮਾਨਿਤ ਕਰਨੇ। ਇਸ ਪ੍ਰੋਜੈਕਟ ਦੇ ਬਦਲੇ ਪੋਥੀ ਤਿਆਰ ਹੋ ਗਈ, ਜਪਜੀ ਸਾਹਿਬ ਦੀ ਹੱਥ 'ਚ ਫੜੀ ਹੋਈ ਹੈ। ਆ ਹੈਗੇ ਨੇ ਸਰਦਾਰ ਸ਼ਮਸ਼ੇਰ ਸਿੰਘ ਸੰਧੂ। ਥੋੜਾ ਜਿਹਾ ਸੱਜੇ ਪਾਸੇ ਕਰੋ, ਤੁਸੀਂ ਆਪਣੇ ਖੱਬੇ ਪਾਸੇ ਕਰੋ ਜੀ ਥੋੜਾ ਜਿਹਾ ਹੋਰ ਇਹਨੂੰ। ਹਾਂਜੀ ਇੱਥੇ ਹਾਂ ਤੇ ਹੋਰ ਇੱਧਰ ਕਰੋ ਜੀ, ਦੂਸਰੇ ਪਾਸੇ ਨਹੀਂ, ਦੂਸਰੇ ਪਾਸੇ ਹਾਂਜੀ ਇੱਥੇ। ਹਾਂਜੀ ਚੰਗੀ ਤਰ੍ਹਾਂ ਹਾਂਜੀ ਉਹਨੇ ਫੋਟੋ ਦੇਖੀ। ਹਾਂਜੀ ਦੇਖ ਕੀ ਫੋਟੋ। ਠੀਕ ਹੈ ਜੀ। ਆ ਸਰਦਾਰ ਅਵਤਾਰ ਸਿੰਘ ਹਿੱਤ ਨੇ ਜੀ ਜੀ। ਫੋਟੋ ਦੇਖੀ, ਹੁਣ ਜੋ ਮਰਜ਼ੀ ਕਹਿ ਦਿਓ ਇਹਦੇ। ਹਾਂਜੀ ਜੀ। ਇਹ ਪ੍ਰੋਜੈਕਟ ਇਹ ਸ਼ੁਰੂ ਇਹਨਾਂ ਦੀ ਰਹਿਨਮਾਈ ਦੇ ਥੱਲੇ ਹੁੰਦਾ ਹੈ ਤੇ 7 ਮਹੀਨੇ ਚੱਲਦਾ ਹੈ। 7 ਮਹੀਨਿਆਂ ਬਾਅਦ ਇੰਨਾ ਮਤਲਬ ਕਿ ਵੀ ਅੱਜ ਕੱਲ ਯੁੱਗ ਕਿਹੜਾ ਚੱਲ ਰਿਹਾ ਸੀ ਜੀ, ਔਰ 1 ਸੈਕਿੰਡ ਤੋਂ ਪਹਿਲਾਂ ਅੰਦਰ ਪਤਾ ਲੱਗ ਜਾਂਦਾ ਵੀ ਕੀ ਹੋ ਰਿਹਾ, ਔਰ ਇੰਨਾ ਵੱਡਾ ਗੁਰੂ ਸਾਹਿਬ ਦੀ ਬੇਦਬੀ ਹੋ ਰਹੀ ਹੈ। ਅਗਰ ਜੇ ਉਸ ਤੋਂ ਪਹਿਲਾਂ ਤੁਸੀਂ ਆ ਜਾਓ 1978 ਦੇ ਵਿੱਚ ਨਿਰੰਕਾਰੀ ਆਏ। ਸਰਦਾਰ ਸਾਹਿਬ ਇਦਾਂ ਨਾ ਕਹਾਣੀਆਂ। ਇੱਕ ਮਿੰਟ ਚਲੋ ਇਹ ਗੱਲ ਹੋਈ। ਇੱਕ ਮਿੰਟ ਕਿਰਨਦੀਪ ਜੀ, ਇਹ ਤਾਂ ਹੋ ਗਿਆ। ਯੈਸ, ਉਹਨਾਂ ਦੇ ਟਾਈਮ ਹੋਰ ਕੀ ਹੋਇਆ? ਟਾਈਮ ਥੋੜਾ ਹੈ, ਗੱਲ ਕਰਦਾ ਤਾਂ ਸਮਾਂ ਰਹਿੰਦਾ ਹੈ ਨਾ, ਕਿਉਂਕਿ ਇਹਦਾ ਕੋਈ ਪ੍ਰੂਫ ਕੋਈ। ਇੱਕ ਮਿੰਟ ਕਿਰਨਦੀਪ ਜੀ, ਇੱਕ ਮਿੰਟ ਚੁੱਪ ਕਰਿਓ ਜਰਾ। ਸਿੰਘ ਜੀ ਦਾ ਸਵਾਲ ਸੀ ਪਹਿਲਾਂ ਵੀ ਕੋਈ ਗੱਲ ਹੋਈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਜੀ 1978 ਤੇ ਕੌਣ ਦੀ ਸਰਕਾਰ ਦੀ? ਤੁਹਾਡੀ ਗੱਲ ਹੋਈ ਵੀ ਆਪਸ ਵਿੱਚ 1978 ਚ ਇਨਸੀਡੈਂਟ ਦੱਸ ਦਿਓ, ਕੋਈ ਗੱਲ ਨਹੀਂ, ਸਿੰਪਲ ਦੱਸ ਦਿਓ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ 1978 ਸਰਕਾਰ ਸੀ। 13 ਬੰਦੇ ਨਰਕਧਾਰੀਆਂ ਨੇ ਆ ਕੇ ਮਾਰੇ ਇੱਥੇ ਅੰਮ੍ਰਿਤਸਰ ਦੇ ਵਿੱਚ, ਔਰ ਉਸ ਵੇਲੇ ਦੇ ਅਕਾਲੀ ਦਲ ਦੇ ਪ੍ਰਧਾਨ ਜੀ ਚਰਨ ਸਿੰਘ ਟੋੜਾ, ਇਹਨਾਂ ਨੇ ਬਾਦਲ ਦੀਆਂ ਮਿੰਨਤਾਂ ਕੀਤੀਆਂ ਵੀ ਇਹ ਨਰਕਧਾਰੀ ਲੋਕ ਜਿਹੜੇ ਸਿੱਖਾਂ ਦੇ ਖਿਲਾਫ ਬੋਲਣਗੇ, ਸਿੱਖ ਭਾਵਨਾ ਭੜਕੇਗੀ। ਇਹਨਾਂ ਨੇ ਇੱਕ ਮਿੰਟ ਕਿਰਨਦੀਪ ਜੀ ਬੋਲੋ ਨਾ ਪਲੀਜ਼। ਕਿਰਨਦੀਪ ਜੀ ਪਲੀਜ਼ ਬੋਲਿਓ ਨਾ, ਪਹਿਲਾਂ ਸੁਣ ਲਓ ਫਿਰ ਜਵਾਬ ਬਾਅਦ ਚ ਦਿਓ। ਹਾਂਜੀ ਗੱਲ ਕਰ ਰਹੇ ਆ ਵੀ ਮੈਨੂੰ ਜਵਾਬ ਤਾਂ ਦੇਣ ਦਿਓ ਨਾ ਜਿਹੜੀ ਗੱਲ ਆ। ਇੱਕ ਪਹਿਲਾਂ ਸੁਣ ਲਓ, ਤੁਸੀਂ ਨੋਟ ਕਰ ਲਿਓ, ਬਾਅਦ ਚ ਦੇ ਦਿਓ। ਹਾਂਜੀ 20 ਸਾਲ ਬਾਅਦ 97 ਚ ਸਰਕਾਰ ਆਂਦੀ ਹੈ। ਕਿਰਨਦੀਪ ਜੀ ਭੰਡਿਆਰੇ ਵਾਲਾ ਉੱਠਦਾ, 13 ਗ੍ਰੰਥ ਸਾੜਦਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ। 2007 ਤੇ 2012 ਸਰਕਾਰ ਆਂਦੀ ਹੈ ਪ੍ਰਕਾਸ਼ ਸਿੰਘ ਬਾਦਲ ਦੀ, ਤੇ ਇਹ ਸੌਦਾ ਸਾਧ ਉੱਠਦਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਜਿੰਨੀਆਂ ਵੀ ਹੋਈਆਂ ਉਹ ਬਾਦਲ ਦੇ ਰਾਜ ਦੇ ਵਿੱਚ ਹੋਈਆਂ। ਤੇ ਵੱਡੀ ਗੱਲ ਇਹ ਨਹੀਂ ਕਿ ਅੱਜ ਅਮਰਿੰਦਰ ਦੇ ਰਾਜ ਵਿੱਚ ਬੇਅਦਬੀਆਂ ਨਹੀਂ ਹੋ ਰਹੀਆਂ। ਸਮੱਸਿਆ ਇਹ ਹੈ ਬੇਅਦਬੀਆਂ ਕਰਨ ਵਾਲਿਆਂ ਦਾ ਪੈਰ ਵੀ ਕੀਤੀ ਜਾਂਦੀ ਹੈ। ਨਹੀਂ ਹੁੰਦੀ, ਬਿਲਕੁਲ ਨਹੀਂ ਹੁੰਦੀ ਜੀ, ਇਹਨਾਂ ਦੇ ਰਾਜ 'ਚ ਨਹੀਂ ਹੁੰਦੀ, ਕਾਂਗਰਸ ਦੇ ਰਾਜ 'ਚ। ਬਠਿੰਡੇ ਦੇ ਵਿੱਚ ਸਿੱਧੂ ਨਾਂ ਦਾ ਇਨਸਾਨ ਹੈ, ਤੁਹਾਡੇ ਵਰਗਾ ਨੌਜਵਾਨ ਹੈ, ਉਸ ਬੰਦੇ ਨੇ ਸੌਦਾ ਸਾਧ ਦੇ ਸਾਰੇ ਪ੍ਰੂਫ ਇਕੱਠੇ ਕਰਕੇ ਕੋਰਟ ਦੇ ਵਿੱਚ ਕੇਸ ਕਰਤਾ। ਰਜਿੰਦਰ ਸਿੰਘ ਸਿੱਧੂ ਉਸ ਬੰਦੇ ਦਾ ਲਟਕਾ ਦਿੰਦੀ ਆ ਜੇ ਕੋਈ ਏਦਾਂ ਹੋਵੇ ਤਾਂ। ਪਰ ਬਾਦਲ ਨੇ FIR ਦਰਜ ਕੀਤੀਆਂ, ਉਸ ਬੰਦੇ ਦਾ ਕਾਰੋਬਾਰ ਬੰਦ ਕਰਾਇਆ। ਜਦ ਤੱਕ ਉਹਨੇ ਕੇਸ ਨਹੀਂ ਵਾਪਸ ਲਿਆ, ਉਹਦੀ ਜਾਨ ਨਹੀਂ ਛੱਡੀ ਇਹਨਾਂ ਨੇ। ਕਿਉਂ? ਵਜ੍ਹਾ ਬਾਦਲ ਦੇ ਉੱਤੇ ਤੇ ਨਹੀਂ, ਬਾਦਲ ਨਹੀਂ ਜੀ, ਦੁਨੀਆ ਮੰਨਦੀ ਹੈ। ਰੁਕੋ ਜੀ, ਹੁਣ ਰੁਕਿਓ ਜੀ, ਚਰਨਜੀਤ ਸਿੰਘ ਚੰਨੀ ਜੀ ਰੁਕਿਓ ਪਲੀਜ਼। ਹਾਂਜੀ ਕਿਰਨਦੀਪ ਸਿੰਘ ਜੀ, 1978 ਦੇ ਵਿੱਚ ਕੋਈ ਥੋੜਾ ਕੋਈ ਆਰਾਮ ਕਰੋ, 2 ਮਿੰਟ ਦਿਓ ਮੈਨੂੰ ਸਮਾਂ। ਹਾਂਜੀ ਚੰਨੀ ਸਾਹਿਬ ਰੁਕਿਓ। ਹੁਣ ਤੁਸੀਂ ਇਹ ਦੇਖੋ ਵੀ ਸਰਦਾਰ ਸਾਹਿਬ, ਅਸੀਂ ਹੋਸ਼ ਹਵਾਸ ਨਾਲ ਗੱਲਾਂ ਕਰਦੇ ਆ ਜੀ, ਫਿਰ ਵੀ ਸਾਨੂੰ ਇਹ ਭੁੱਲ ਜਾਂਦੀਆਂ ਆ ਕਿ ਵੀ 97 ਵਿੱਚ ਤਾਂ ਤੁਸੀਂ ਸਪੋਰਟ ਕਰਦੇ ਸੀ। ਹਾਂ ਬਿਲਕੁਲ। ਤੁਸੀਂ 78 ਦੀਆਂ ਗੱਲਾਂ ਸੁਣਾਈ ਜਾਂਦੇ ਆ ਮੈਨੂੰ, ਜੀ 97 ਦਾ ਭਨਿਆਰਾ ਸੁਣਾਈ ਜਾਂਦੇ ਆ, ਉਹਦੇ ਬਾਵਜੂਦ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਪੋਰਟ ਕਰੀ ਜਾਂਦੇ ਆ। ਉਦੋਂ ਬਾਅਦ ਸਰਦਾਰ ਸਾਹਿਬ ਪਤਾ ਗੱਲ ਕੀ ਆ ਜੀ, ਪਤਾ ਗੱਲ ਕੀ ਆ, ਦੇਖੋ ਇਹ ਕਹਾਣੀਆਂ ਨਾ ਉਦਾਂ ਹੀ ਐਵੇਂ ਬਣੀਆਂ ਹੋਈਆਂ ਆ। ਇੱਕ ਮਿੰਟ ਕਿਰਨਦੀਪ ਜੀ, ਇੱਥੇ ਰੁਕੋ। 1978 ਵਾਲੀ ਕਹਾਣੀ ਉਹੀ ਨਹੀਂ ਬਣੀ ਹੋਈ। 13 ਸਿੰਘਾਂ ਦੇ ਕਾਤਲਾਂ ਨੂੰ, ਇੱਕ ਮਿੰਟ ਪਹਿਲਾਂ ਸੁਣੋ ਜੀ। 13 ਸਿੰਘਾਂ ਦਾ ਕਾਤਲ ਨਿਰੰਕਾਰੀ ਸੀ, ਉਹਨੂੰ ਪ੍ਰਕਾਸ਼ ਸਿੰਘ ਬਾਦਲ ਗੱਡੀ ਦੇ ਵਿੱਚ ਪਰਮਿਸ਼ਨ ਦੇ ਕੇ ਤੋਂ ਛੱਡਿਆ ਪੰਜਾਬ ਦੇ ਵਿੱਚੋਂ ਹਰਿਆਣੇ, ਕੇਸ ਟ੍ਰਾਂਸਫਰ ਕਰਵਾਇਆ ਕਿ ਨਹੀਂ ਕਰਵਾਇਆ ਜੀ? ਇਹ ਗੱਲਾਂ ਹੀ ਬਣੀਆਂ ਹੋਈਆਂ ਵੀ ਇਹਨੇ ਕਹਿਦਾ ਮੈਂ ਦੇਖਿਆ। ਹੁਣ ਮੇਰੀ ਗੱਲ ਸੁਣੋ ਕੁਲਦੀਪ ਸਿੰਘ ਜੀ, ਮੈਂ ਕਹਿ ਦਿੰਦਾ ਆ ਕਿ ਹੁਣ ਕੁਲਦੀਪ ਸਿੰਘ ਜੀ ਆਹ ਕਰੀ ਜਾਂਦੇ ਆ ਉੱਥੇ ਬੈਠੇ, ਤੇ ਨਹੀਂ ਉਹ ਤਾਂ ਟੀਵੀ ਤੇ ਬੈਠੇ ਆ, ਟੀਵੀ ਤੇ ਦਿਖੀ ਜਾਂਦੇ ਆ।
ਜਿਹੜਾ ਕੇਸ ਅੰਮ੍ਰਿਤਸਰ ਦੇ ਵਿੱਚ ਲੱਗਾ ਸੀ, ਅੰਮ੍ਰਿਤਸਰੋਂ ਕੇਸ ਹਰਿਆਣੇ ਦੇ ਵਿੱਚ ਟ੍ਰਾਂਸਫਰ ਕਰਾਇਆ ਤਾਂ ਕੇਸ ਲੱਗੇ ਦਿਖਦੇ ਨੇ। ਤੁਸੀਂ ਉੱਥੇ ਦੇਖ ਗੱਲ ਪਹੁੰਚ ਗਈ ਹੈ। ਹੁਣ ਗੱਲ ਆ ਦੇਖਿਆ, ਹੁਣ ਇੱਕ ਦੱਸ ਆਹ ਤਰੀਕਾ ਤਾਂ ਹੈ ਨਹੀਂ ਗੱਲ ਕਰਨ ਦਾ ਨਾ ਜੀ। ਦੱਸੋ ਨਹੀਂ, ਮੇਰੀ ਬੇਨਤੀ ਸੁਣੋ, ਤੁਸੀਂ ਛੋਟੇ ਭਾਈਓ, ਮੈਂ ਇਸੇ ਕਰਕੇ ਚੁੱਪ ਬੈਠਾ ਸੀ ਕਿ ਘੱਟੋ ਘੱਟ ਮੈਨੂੰ ਬੋਲਣ ਦਾ ਸਮਾਂ ਤਾਂ ਹੁਣ ਮੈਨੂੰ ਤਾਂ ਮੈਂ ਤਾਂ ਜੇ ਸਟਾਰਟ ਤੁਸੀਂ ਕਿਰਨਦੀਪ ਜੀ, ਮੈਂ ਸਿਰਫ ਤੁਹਾਨੂੰ ਇੱਕੋ ਸਵਾਲ ਪੁੱਛਿਆ, ਦੋਨੇ ਹੀ ਚੁੱਪ ਰਹੋ ਪਲੀਜ਼, ਦੋਨੇ ਚੁੱਪ ਰਹੋ। ਕੀ 1978 ਦੇ ਵਿੱਚ ਜਿਹੜੇ 13 ਸਿੰਘ ਕਤਲ ਹੋਏ ਨੇ ਨਿਰੰਕਾਰੀਆਂ ਨੂੰ ਬਚਾਉਣ ਦੇ ਲਈ ਜੀ, ਬਾਦਲ ਸਾਹਿਬ ਦਾ ਕੋਈ ਹੱਥ ਸੀ ਜਾਂ ਨਹੀਂ ਸੀ? ਬਸ ਗੱਲ ਕਹਾਣੀ ਖਤਮ। ਜਿਹੜੀਆਂ ਸਟੋਰੀਆਂ ਸੁਣਾਈਆਂ ਜਾਂਦੀਆਂ ਕਿ ਕਾਰ 'ਚ ਬਿਠਾ ਕੇ ਲੈ ਗਏ, ਬਿਲਕੁਲ ਝੂਠੀ ਗੱਲ ਆ। ਹਾਂ, ਨਹੀਂ, ਬਚਾਉਣ ਦੇ ਵਿੱਚ ਹੱਥ ਸੀ ਕਿ ਨਹੀਂ? ਮੇਰੀ ਗੱਲ ਸੁਣੋ, ਇੱਕ ਮਿੰਟ ਸਰਦਾਰ ਜੀ, ਸਾਨੂੰ ਸਾਰਾ ਕੁਝ ਹੀ ਜ਼ਿੰਮੇਵਾਰੀ ਦੇ ਨਾਲ ਸੋਚਣਾ ਪੈਂਦਾ। ਐਜ਼ ਅ ਸੀਐਮ ਇਹ ਹੋ ਸਕਦਾ ਕਿ ਵੀ ਹਾਂ ਉਹਨਾਂ ਨੇ ਇਹ ਕੀਤਾ ਹੋਵੇ ਕਿ ਭਾਈ ਦੰਗੇ ਜਾਂ ਹਾਲਾਤ ਨਾ ਭੜਕਣ, ਮਸਲਾ ਨਾ ਵਧੇ, ਵੀ ਸੇਫਟੀ ਦਾ ਮਾਹੌਲ ਰਵੇ, ਵੀ ਹਾਂ ਵੀ ਉਹ ਸੁਰੱਖਿਆ ਦੇ ਨਾਲ ਇੱਥੋਂ ਚਲੇ ਜਾਣ। ਉਹੀ ਕਹਿ ਰਹੇ ਆ ਨਾ, ਉਹਨਾਂ ਦੀ ਇਜਾਜ਼ਤ ਦੇ ਨਾਲ ਉਹਨਾਂ ਨੂੰ ਬਾਹਰ ਭੇਜਿਆ ਗਿਆ, ਜਦੋਂ ਕਿ ਉਹਨਾਂ ਦੇ ਕਤਲ ਦਾ ਮੁਕੱਦਮਾ ਦਰਜ ਕਰਕੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਉੱਥੇ ਰੋਕਣਾ ਚਾਹੀਦਾ ਸੀ। ਦੂਜੀ ਗੱਲ, ਭਨਿਆਰੇ ਵਾਲੀ ਗੱਲ, ਕੀ ਭਨਿਆਰੇ ਵਾਲੇ ਕੇਸ ਦੇ ਵਿੱਚ ਸਰਦਾਰ ਸਾਹਿਬ ਆਪਾਂ ਆਈ ਕਰਨਾ ਤਾਂ ਹੁਣ ਮੈਂ ਵੀ ਕਰ ਲੈਣਾ ਫਿਰ ਗੱਲਾਂ ਕਲੀਅਰ ਕੁਛ। ਹਾਂਜੀ ਕਰੋ। ਮੈਂ ਕਿਰਨ ਜੀ ਦੀ ਗੱਲਾਂ ਸਮਝਦਾ ਵੀ ਦੰਗੇ ਭੜਕਣ ਦੀ ਖਾਤਰ ਉਹਨਾਂ ਨੂੰ ਕੱਢ ਦਿੱਤਾ ਹੋਊਗਾ, ਲੇਕਿਨ ਜਦੋਂ ਬਰੀ ਹੋਇਆ ਕਰਨਾਲ ਦੀ ਉੱਤੇ ਪਾਣੀਪਤ ਦੀ ਅਦਾਲਤ ਦੇ ਵਿੱਚ ਤੇ 60 ਦਿਨ ਦੇ ਅੰਦਰ ਅੰਦਰ ਪਟੀਸ਼ਨ ਪਾ ਦਿੰਦੇ ਬਾਦਲ ਸਾਹਿਬ, ਫਿਰ ਤਾਂ ਕੋਈ ਦੰਗੇ ਨਹੀਂ ਸੀ ਭੜਕਣੇ। ਉਹ ਪਟੀਸ਼ਨ ਵੀ ਨਹੀਂ ਪਾਈ, ਫਾਈਲ ਦੱਬ ਕੇ ਦੱਬੀ ਰੱਖੀ ਤੇ ਉਹ ਬਰੀ ਹੋ ਕੇ ਘਰ ਚਲਾ ਗਿਆ। ਉਹ ਕਹਾਣੀਆਂ ਨਹੀਂ, ਛੋਟੀ ਹੈ। ਹੋਰ ਕੋਈ ਗੱਲ? ਤੁਸੀਂ ਵੀ ਸਿੱਖ ਸੀ, ਸਾਨੂੰ ਤੁਹਾਨੂੰ ਵੀ ਦੁੱਖ ਸੀ। ਮੈਂ ਤਾਂ ਛੋਟਾ ਸੀ ਉਦੋਂ, ਮੇਰਾ ਜਨਮ ਨਹੀਂ ਸੀ ਹੋਇਆ। ਤੁਸੀਂ ਕਿਉਂ ਨਾ ਭਾਈ? ਮੈਂ ਤਾਂ ਇਹ ਗੱਲ ਕਹਿੰਦਾ ਸਰਦਾਰ ਜੀ, ਇੱਕ ਮਿੰਟ, ਤੁਸੀਂ ਉਹਦੇ ਬਾਵਜੂਦ ਤੁਸੀਂ 97 ਚ ਸਪੋਰਟ ਕੀਤੀ ਆ, ਉਹ ਗੱਲਾਂ ਹੋਣ ਦੇ ਬਾਅਦ। ਹਾਂਜੀ ਤੁਸੀਂ, ਹਾਂ ਬਿਲਕੁਲ ਸਹੀ ਗੱਲ ਹੈ ਚੰਨੀ ਸਾਹਿਬ, ਤੁਹਾਨੂੰ ਪਤਾ ਸੀ 1978 ਦੇ ਵਿੱਚ ਉਹਨਾਂ ਨੇ ਇਹ ਗਲਤੀ ਕੀਤੀ ਹੈ, 97 ਤੁਸੀਂ ਉਹਨਾਂ ਦੀ ਸਪੋਰਟ ਕਿਉਂ ਕੀਤੀ? ਨਹੀਂ 1978 ਦਾ ਜਿੰਨਾ ਕਾਂਡ ਵਾਪਰਿਆ, ਅਸੀਂ ਉਸ ਵੇਲੇ, ਮੇਰੀ 60 ਦਾ ਬਰਥ ਹੈ ਤੇ 18 ਸਾਲ ਦਾ ਹੋਵਾਂਗੇ, ਜਿੱਦਾਂ ਅੱਜ ਕੱਲ ਇਹ ਨੇ ਕਿਰਨਦੀਪ ਜੀ, ਠੀਕ ਹੈ ਕਿ ਨਹੀਂ? 97 ਦੇ ਵਿੱਚ 70 ਤੇ 84 ਤੋਂ 94 ਜਿੰਨਾ ਕੋ ਕਤਲੋ ਗਾਰਤ ਹੋਇਆ, ਇੱਕ ਅਕਾਲੀ ਦਲ ਦੀ ਸਰਕਾਰ ਆਉਣ ਦੇ ਲਈ ਕਿਹਾ ਗਿਆ ਵੀ ਅਕਾਲੀ ਦਲ ਦੀ ਸਰਕਾਰ ਆ ਲੈਣ ਦਿਓ। ਪ੍ਰਕਾਸ਼ ਸਿੰਘ ਬਾਦਲ ਦਾ ਨਹੀਂ ਪਤਾ ਸੀ ਵੀ ਉਹ ਇਸ ਤਰ੍ਹਾਂ ਦਾ ਨਿਕਲੂਗਾ। ਇਹ ਓਕੇ, ਵੀ ਪੰਥਕ ਸਰਕਾਰ ਆ ਜਾਵੇ ਫਿਰ ਆਪਾਂ ਮਦਦ ਕਰਾਂਗੇ। ਸਪੋਰਟ ਕੀਤੀ ਨਾ ਫਿਰ, ਬਿਲਕੁਲ ਜੀ। ਅਸੀਂ ਹੰਬੇ ਪਏ ਸੀ ਭਾਜੀ, ਕਿਰਨ ਜੀ, ਅਸੀਂ ਹੰਬੇ ਪਏ ਸੀ। ਮੇਰੇ ਵੀਰ ਮੇਰੀ ਬੇਨਤੀ ਨੂੰ ਸੁਣੋ। ਸਾਹਿਬ ਹੁਣ ਤੁਸੀਂ ਇਹ ਸੋਚੋ, ਹੁਣ ਇਹ ਸੋਚੋ ਵੀ ਕਾਂਗਰਸ ਨੇ ਜਿਹੜੀ ਅਸੀਂ ਵਾਰੀ-ਵਾਰੀ ਇਹ ਗੱਲ ਕਰ ਰਹੇ ਹਾਂ, ਕਦੋਂ ਦੇ, ਇੱਕ ਸੈਕਿੰਡ, ਕਿ ਅੱਛਾ ਅਕਾਲੀ ਦਲ ਵੇਲੇ ਉਦੋਂ ਆ ਹੋ ਗਿਆ, ਉਦੋਂ ਆ ਹੋ ਗਿਆ, ਉਦੋਂ ਆ ਹੋ ਗਿਆ। ਹੁਣ 5 ਵਾਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਸੀਂ ਕਹਿੰਦੇ ਆ, 97 ਤੋਂ ਲੈ ਕੇ 2002 ਤੋਂ ਫਿਰ ਕਾਂਗਰਸ ਸਰਕਾਰ ਬਣੀ 2007 ਚ, 7 ਤੋਂ 17 ਤੱਕ ਅਕਾਲੀ ਦਲ ਬਣੇ, 15 ਸਾਲ ਆ ਹੋ ਗਏ, 2017 ਤੱਕ, ਇੱਕ ਮਿੰਟ ਸੁਣ ਲਿਓ, 15 ਸਾਲ ਇਹ ਹੋਏ ਤੇ 47 ਤੋਂ 97 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਟੋਟਲ ਜਿਹੜਾ ਰਾਜ ਆ ਜਾਂ ਉਹਨਾਂ ਦੀ ਸਰਕਾਰ ਬਣਨ ਦੇ ਸਾਰੇ 7-8 ਸਾਲ, ਟੋਟਲ 6-7 ਸਾਲ ਬਣਦੇ ਆ, ਕਿਤੇ 6 ਮਹੀਨੇ, ਕਿਤੇ 1.5 ਸਾਲ, ਕਿਤੇ ਕਿੰਨਾ 50 ਸਾਲ ਦੇਸ਼ ਨੂੰ ਆਜ਼ਾਦ ਹੋਏ ਨੂੰ ਹੋ ਗਏ ਸੀ। ਕਾਂਗਰਸ ਦਾ ਰਾਜ ਰਿਹਾ, ਕਾਂਗਰਸ ਨੇ ਸਾਨੂੰ ਕੁੱਟਿਆ, ਮਾਰਿਆ, ਸਾਨੂੰ ਉਹਨਾਂ ਦਾ, ਤੁਸੀਂ ਇਹ ਉਹਨਾਂ ਦੀ ਪ੍ਰਸ਼ੰਸਾ ਕਰ ਰਹੇ ਆ ਕਿ ਵੀ ਉਹ ਨਹੀਂ ਜੀ ਏਦਾਂ ਕਰਕੇ ਨਹੀਂ। ਸਰਦਾਰ ਜੀ ਇੱਕ ਮਿੰਟ, ਉਹਨੇ ਪ੍ਰਸ਼ੰਸਾ, ਕਿਰਨਦੀਪ ਸਿੰਘ ਇੱਕ ਮਿੰਟ, ਉਹਨਾਂ ਨੇ ਕੋਈ ਪ੍ਰਸ਼ੰਸਾ ਨਹੀਂ ਕੀਤੀ, ਉਹਨਾਂ ਨੇ ਕਾਂਗਰਸ ਦੀ ਕੋਈ ਪ੍ਰਸ਼ੰਸਾ ਨਹੀਂ ਕੀਤੀ। ਬਿਲਕੁਲ ਤੁਸੀਂ ਗਲਤ ਕਹਿ ਰਹੇ ਹੋ। ਮੈਂ ਗੱਲ ਚੰਨੀ ਕਹਿ ਰਿਹਾ ਆ, ਤੁਹਾਡੀ ਨਹੀਂ ਕੁਲਦੀਪ ਸਿੰਘ ਜੀ, ਤੁਸੀਂ ਕਾਂਗਰਸ ਦੁਸ਼ਮਣ ਪਾਰਟੀ ਹੈ, ਇਹ ਅਕਾਲੀ ਦਲ ਸਾਡੀ ਸਿੱਖ ਪਾਰਟੀ ਹੈ। ਕਾਂਗਰਸ ਨੇ ਦੁਸ਼ਮਣੀ ਸਾਡੇ ਨਾਲ। ਸਮਝੋ ਨਾ ਇਸ ਗੱਲ ਨੂੰ, ਇਹ ਸਮਝੋ ਨਾ ਕਿ ਕਾਂਗਰਸ ਹਰ ਕੋਸ਼ਿਸ਼ ਕਰੂਗੀ ਕਿ ਅਕਾਲੀ ਦਲ ਦੀ, ਅਸੀਂ ਸਿੱਖ ਆ ਜਿਹੜਾ ਇੱਕੋ ਇੱਕ ਜਿਹੜਾ ਅਕਾਲੀ ਦਲ ਦਾ ਸਪੋਰਟਰ ਆ ਵੱਡਾ, ਜਿਹੜੀ ਅਕਾਲੀ ਦਲ ਹਮੇਸ਼ਾ ਜੀ ਤੇ ਸਿੱਖ ਕੌਮ ਦੇ ਨਾਲ ਖੜਦਾ, ਪੰਥਕ ਮਸਲਿਆਂ ਲਈ ਅੱਗੇ ਹੋ ਕੇ ਲੜਦਾ, ਕਿ ਸਿੱਖ ਉਹਦੀ ਵਿਰੋਧ ਤਾਂ ਆਪੇ ਅਕਾਲੀ ਦਲ ਖਤਮ ਨਹੀਂ ਕਰ ਚੰਨੀ ਸਾਹਿਬ ਇੱਕ ਮਿੰਟ ਜੀ, ਚੰਨੀ ਸਾਹਿਬ ਤੇ ਇੱਕ ਮਿੰਟ ਜੀ, ਕਿਰਨਦੀਪ ਦੋਨੇ ਇੱਕ ਮਿੰਟ ਬੰਦ ਰਹੋ।
ਇੱਕ ਮਿੰਟ ਚੁੱਪ ਰਹੋ ਜੀ। ਕਿਰਨਦੀਪ ਜੀ, ਮੇਰਾ ਇੱਕ ਸਵਾਲ ਹੈ। ਇੱਕ ਮਿੰਟ ਜੀ, ਇੱਕ ਮਿੰਟ ਪਲੀਜ਼। ਹੈਲੋ, ਕੋਈ ਨਹੀਂ ਸਰਦਾਰ ਜੀ, ਕੱਲੇ ਕੱਲੇ ਦੀ ਆਵਾਜ਼ ਹੀ ਹੋਣੀ ਹੈ। ਓਕੇ, ਇੱਕ ਮਿੰਟ ਬੇਨਤੀ ਹੈ ਜੀ। ਇੱਕ ਮਿੰਟ ਚਰਨਜੀਤ ਸਿੰਘ ਜੀ, ਇੱਕ ਮਿੰਟ ਚੁੱਪ ਰਹੋ। ਕਿਰਨਦੀਪ ਜੀ, ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਪੁਲਿਸ ਕਤਲ ਕਰਦੀ ਹੈ, ਉਹਦੀ ਇਨਕੁਆਰੀ ADGP ਤਿਵਾੜੀ ਲੈ ਕੇ ਆਉਂਦਾ ਹੈ, ਬਾਦਲ ਸਾਹਿਬ ਦੀ ਟੇਬਲ ਤੇ ਪਈ ਹੁੰਦੀ ਹੈ। ਤੁਸੀਂ ਹੁਣੇ ਜ਼ਿਕਰ ਕੀਤਾ ਸੀ ਕਿ ਅਕਾਲ ਤਖਤ ਦਾ ਜਥੇਦਾਰ ਸੁਪਰੀਮ ਹੈ, ਸੁਪਰੀਮ ਦੀ ਕਤਲ ਹੁੰਦਾ ਹੈ। ਜਿਹੜੇ ਲੋਕ ਕਤਲ ਕਰਦੇ ਨੇ ਉਹਨਾਂ ਨੂੰ ਬਾਅਦ ਦੇ ਵਿੱਚ ਗੱਦੀਆਂ ਦਿੱਤੀਆਂ ਜਾਂਦੀਆਂ ਨੇ। ਉਹਦੇ ਕਤਲ ਦੇ ਲਈ ਬਾਦਲ ਸਾਹਿਬ ਦੀ ਟੇਬਲ ਦੇ ਉੱਤੇ ਉਹ ਫਾਈਲ ਪਈ ਰਹਿੰਦੀ ਹੈ। ਇੰਨਾ ਟਾਈਮ ਅਜੇ ਤੱਕ ਕਿਉਂ ਲੱਗ ਗਿਆ 20 ਸਾਲ ਕਿ ਉਹਦੇ ਕਾਤਲਾਂ ਨੂੰ ਨਾ ਲੱਭ ਸਕੇ? ਫਾਈਲ ਇਨਵੈਸਟੀਗੇਸ਼ਨ ਹੋ ਕੇ ਆ ਗਈ। ਇੱਕ ਮਿੰਟ, ਨੰਬਰ 1। ਦੂਜਾ ਸਵਾਲ, 5 ਕਮਿਸ਼ਨ ਬੈਠ ਗਏ, 5 ਸਿੱਟਾਂ ਬੈਠ ਗਈਆਂ, ਬਾਦਲ ਸਾਹਿਬ ਨੂੰ ਕਿਹੜੀ ਸਿੱਟ ਮਨਜ਼ੂਰ ਹੈ 5 ਚੋਂ? ਓਕੇ, ਹੁਣ ਮੇਰੀ ਸੁਣਿਓ ਬਸ ਬੋਲਿਓ ਨਾ ਤੁਸੀਂ ਜੀ। ਚਰਨਜੀਤ ਸਿੰਘ ਤੁਸੀਂ ਨਾ ਬੋਲਿਓ। ਹਾਂਜੀ, ਗੱਲ ਕਰਦੇ ਆ ਜੀ। ਜਥੇਦਾਰ ਸਾਹਿਬ ਦੇ ਪਰਿਵਾਰਕ ਮੈਂਬਰ, ਆਪਾਂ ਪ੍ਰੋਗਰਾਮ ਖਤਮ ਹੋ ਲੈਣ ਦਿਓ, ਆਪਾਂ ਫੋਨ ਤੇ ਲੈ ਲੈਣਾ, ਮੈਂ ਕਾਨਫਰੰਸ ਚ ਕਾਲ ਪਾ ਲੈਣਾ। ਜੇ ਉਹ ਕਹਿ ਦੇਣ ਕਿ ਸਰਦਾਰ ਬਾਦਲ ਨੇ ਹਰ ਸੰਭਵ ਕੋਸ਼ਿਸ਼ ਕੀਤੀ ਆ, ਯਤਨ ਕੀਤਾ ਸਪੋਰਟ ਕਰਨ ਲਈ, ਫਿਰ ਮੈਨੂੰ ਦੱਸਿਓ ਵੀ ਤੁਸੀਂ ਇਹ ਟੀਵੀ ਦੇ ਉੱਤੇ ਆ ਕੇ ਕੱਲ ਨੂੰ ਪ੍ਰੋਗਰਾਮ ਚ ਦੱਸੋਗੇ ਇਹ ਗੱਲ ਕਿ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਸਹਿਮਤ ਆ। ਤੁਸੀਂ ਉਹਦੇ ਜਵਾਈ ਦੀ ਗੱਲ ਤਾਂ ਨਹੀਂ ਕਰ ਰਹੇ ਕਿਤੇ? ਇੱਕ ਮਿੰਟ, ਜਿਹੜਾ ਅਮਰੀਕਾ 'ਚ ਬੈਠਾ ਉਹਦਾ ਜਵਾਈ, ਉਹਦੀ ਗੱਲ ਤਾਂ ਨਹੀਂ ਕਰ ਰਹੇ? ਮੈਂ ਤਾਂ ਇਹ ਹੈਰਾਨ ਆ ਕਿ ਸਰਦਾਰ ਜੀ ਤੁਹਾਡਾ ਪ੍ਰੋਗਰਾਮ ਆ, ਤੁਸੀਂ ਨਹੀਂ ਤੁਹਾਡਾ ਹੈ ਵੀਰ ਜੀ, ਸਾਂਝਾ ਹੈ। ਮੈਂ ਤਾਂ ਤੁਹਾਨੂੰ ਤਾਂ ਹੀ ਲੈ ਕੇ ਆਇਆ। ਹੁਣ ਮੈਨੂੰ ਸਮਾਂ ਤਾਂ ਦਿਓ ਬੋਲਣ ਦਾ ਨਾ। ਹੁਣ ਬੋਲੋ। ਮੈਂ ਤੁਹਾਨੂੰ ਗੱਲ ਦੱਸਦਾ ਵੀ ਸਾਰੇ ਇਕੱਠੇ ਹੋ ਕੇ ਇਹਨਾਂ ਦੀ ਮਰਜ਼ੀ ਸੀਗੀ ਕਿ ਵੀ ਕਿਹਨੂੰ ਕੌਣ ਤਿਆਰ ਕਰੇ, ਇਹਦਾ ਜਾਂਚ ਕੌਣ ਕਰੇ। ਸਾਰਾ ਤੱਕ ਤੁਹਾਡਾ ਇਕੱਠਾ ਹੋ ਕੇ ਗਿਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਨੂੰ ਪੁੱਛਿਆ, ਇਹਨਾਂ ਨੇ ਕਿਹਾ ਤਿਵਾੜੀ ਇਹਨੂੰ ਜਾਂਚ ਦਿੱਤੀ ਗਈ, ਔਰ ਜਾਂਚ ਉਹਦੀ ਰਿਪੋਰਟ ਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਇਹਨੇ ਮਾਰਿਆ ਉਹਨੇ ਮਾਰਿਆ। ਉਹਨਾਂ ਨੇ ਤਾਂ ਗੁੰਮਸ਼ੁਦਾ ਹੀ ਕਿਹਾ ਜਥੇਦਾਰ ਸਾਹਿਬ ਨੂੰ ਰਿਪੋਰਟ ਦੇ ਵਿੱਚ। ਉਹਨਾਂ ਨੇ ਕਤਲ ਦੀ ਤਾਂ ਗੱਲ ਹੀ ਨਹੀਂ ਕੀਤੀ ਪੁਲਿਸ ਨੇ। ਓਕੇ, ਬਾਦਲ ਸਾਹਿਬ ਕਿਹਨੂੰ ਫੜ ਕੇ ਕਿਹਨੂੰ ਟੰਗ ਦੇਣ? ਠੀਕ ਹੈ। 5 ਸਿੱਟਾਂ ਦੀ ਗੱਲ ਕਰਦੇ ਆ ਨਾ, ਕਿਹੜੀ ਪਸੰਦ ਆ? ਹੁਣ ਤੁਸੀਂ ਉਹ ਦੱਸਿਓ ਵੀ ਕੁੰਵਰ ਵਿਜੇ ਪ੍ਰਤਾਪ, ਪਹਿਲਾਂ ਇੱਕ ਕਿਡਨੀ ਵਾਲਾ ਕੇਸ ਹੋਇਆ, ਫਿਰ ਇੱਕ ਉਹ ਸੈਕਸ ਸਕੈਂਡਲ ਦਾ ਸੀਗਾ, ਉਹਦੇ ਚ ਮੈਂ ਕਿਹਾ ਜੀ ਉਹ ਤਾਂ ਮਾਫੀ ਮੰਗ ਗਿਆ, ਉਹ ਮੰਗ ਗਿਆ ਕੰਵਰ ਵਿਜੇ ਪ੍ਰਤਾਪ। ਬਾਦਲ ਸਾਹਿਬ ਕਦੋਂ ਮਾਫੀ ਮੰਗਣਗੇ ਕਿ ਮੇਰੇ ਰਾਜਕਾਲ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਮੇਰੇ ਰਾਜਕਾਲ ਦੇ ਵਿੱਚ ਪੁਲਿਸ ਝੂਠੇ ਮੁਕਾਬਲੇ ਪਹਿਲੀ ਵਾਰੀ ਬਣੇ, ਮੇਰੇ ਰਾਜਕਾਲ ਦੇ ਦੌਰਾਨ ਸਾਰਾ ਕੁਝ ਹੋਇਆ? ਇਹ ਕਦੋਂ ਮਾਫੀ ਮੰਗਣਗੇ? ਮਾਫੀ ਮੰਗੀ ਸਰਦਾਰ ਸਾਹਿਬ, ਉਹਨਾਂ ਨੇ ਮਾਫੀ ਮੰਗੀ ਆ। ਸ਼੍ਰੋਮਣੀ ਅਕਾਲੀ ਦਲ ਦਾ ਸਾਰਾ ਵਫਦ ਜਾ ਕੇ ਮਾਫੀ ਮੰਗ ਕੇ ਆਇਆ। ਕਿਤੋਂ? ਉਸ ਗੱਲ ਲਈ ਮਾਫੀ ਗੁਰਮੀਤ ਰਾਮ ਰਹੀਮ ਤੋਂ ਮੰਗੀ ਆ, ਸਿੱਖ ਕੌਮ ਤੋਂ ਤਾਂ ਮੰਗੀ ਨਹੀਂ। ਮੈਂ ਕਹਿੰਦਾ ਅੱਜ ਵੀ ਪ੍ਰੋਗਰਾਮ ਚੱਲਦੇ ਚ ਮੈਂ ਐਜ਼ ਅ ਸ਼੍ਰੋਮਣੀ ਅਕਾਲੀ ਦਲ ਦਾ ਸਪੋਰਟਰ ਹੋਣ ਦੇ ਨਾਂ ਤੇ ਮੈਂ ਉਹਨਾਂ ਦੀ ਤਾਂ ਨਹੀਂ, ਮੈਂ ਸਾਡੇ ਨਾਲੋਂ ਤਾਂ ਵੱਡੇ ਆ, ਉਹ ਫਖਰੇ ਕੌਮ ਆ, ਫਿਰ ਵੀ ਬਿਲਕੁਲ ਮੈਂ ਇਹ ਗੱਲ ਕਹਿਣਾ ਹੈ ਕਿ ਵੀ ਉਹ ਤਾਂ ਮਾਫੀ ਮੰਗ ਚੁੱਕੇ ਆ, ਉਹਨਾਂ ਨੂੰ ਤਾਂ ਇਸ ਗੱਲ ਦਾ ਦਰਦ ਹੈ। ਮੈਂ ਤਾਂ ਹੁਣ ਵੀ ਪ੍ਰੋਗਰਾਮ 'ਚ ਕਹਿ ਕੇ ਹਟਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹਦਾ ਭੁਗਤਾਨ ਭੁਗਤਿਆ ਵੀ ਆ ਤੇ ਹਜੇ ਵੀ ਭੁਗਤ ਰਹੀ ਆ। ਤੁਹਾਡੀਆਂ ਆਹ ਗੱਲਾਂ ਸੁਣਨ ਦੀ ਲੋੜ ਨਹੀਂ ਸੀ ਪੈਣੀ। ਜੀ ਬਿਲਕੁਲ ਇਸ ਗੱਲ ਨੂੰ ਕਿਤੇ ਉਦੋਂ ਦੋਸ਼ੀਆਂ ਨੂੰ ਫੜ ਲੈਂਦਾ ਤਾਂ ਜੀ। ਅੱਛਾ, ਹੁਣ ਕੁਲਦੀਪ ਜੀ ਮੈਨੂੰ ਟਾਈਮ ਦਿਓ ਥੋੜਾ। ਹਾਂ ਜੀ, ਹੁਣ ਤੁਸੀਂ ਇੱਕ ਮਿੰਟ, ਪੂਰੇ 5 ਮਿੰਟ ਨੇ ਤੁਹਾਡੇ ਕੋਲ ਆਖਰੀ ਜੀ। ਆਪਣਾ ਚੰਨੀ ਜੀ, ਤੁਸੀਂ ਵਿੱਚ ਨਾ ਬੋਲਿਓ ਪਲੀਜ਼। ਜਿਹੜੀ ਇਨਕੁਆਰੀ ਹੁੰਦੀ ਹੈ ਉਹਦੇ ਚ ਕਿਸੇ ਨੂੰ ਦੋਸ਼ੀ ਪਾਇਆ ਨਹੀਂ ਪਾਇਆ, ਗੱਲ ਤੇ ਚੱਲ ਰਹੀ ਸੀ ਵੀ ਇਨਕੁਆਰੀ ਜਿਹੜੀ ਗੁਰਦੇਵ ਸਿੰਘ ਕੌਂਕੇ ਸਾਹਿਬ ਦੀ ਇਨਕੁਆਰੀ ਜਿਹੜੀ ਆ ਉਹ ਆ ਗਈ ਟੇਬਲ ਦੇ ਉੱਤੇ ਮੁੱਖ ਮੰਤਰੀ ਦੇ। 97 ਸਰਕਾਰ ਹਟ ਗਈ, 2007 ਵਾਲੀ ਹਟ ਗਈ, 2012 15 ਸਾਲ ਪੂਰਾ ਰਾਜ ਰਿਹਾ। ਉਸ ਰਿਪੋਰਟ ਨੂੰ ਨਸ਼ਰ ਕੀਤਾ, ਰਹਿ ਗਈ ਗੱਲ ਮੰਨਣ ਦੀ। ਕਿਸੇ ਵੀ ਮੇਰੀ ਬੇਨਤੀ ਸੁਣੋ, ਇੱਕ ਮਿੰਟ, ਦੋ ਮਿੰਟ ਬੋਲਿਓ ਨਾ ਹੁਣ ਪਲੀਜ਼, ਉਹ ਪਹਿਲਾਂ ਬੋਲੇ ਨਹੀਂ। ਇਹ ਕੱਲੀ ਬਾਦਲ ਦੀ ਇਹ ਇਨਕੁਆਰੀ ਦੀ ਗੱਲ ਨਹੀਂ ਹੈ ਜੀ। ਸਨ 1970-71 ਦੇ ਵਿੱਚ ਜਦੋਂ ਤਰਲੋਚਨ ਸਿੰਘ ਰਿਆਸਤੀ ਨੇ ਕੁਲਦੀਪ ਸਿੰਘ ਜੀ ਇੱਕ ਦੋਸ਼ ਲਾਇਆ ਕਿ ਅਧਿਆਪਕਾਂ ਦੀ ਭਰਤੀ ਦੇ ਵਿੱਚ ਬਾਦਲ ਪੈਸੇ ਖਾ ਗਿਆ, ਬਾਦਲ ਨੇ ਛਿਗਾਨੀ ਕਮਿਸ਼ਨ ਬਿਠਾਤਾ। ਛਿਗਾਨੀ ਕਮਿਸ਼ਨ ਨੇ 7 ਮੰਤਰੀਆਂ ਤੇ ਬਾਦਲ ਸਮੇਤ 30 ਦੋਸ਼ ਲਾਏ, ਮੇਰੇ ਕੋਲ ਔਨ ਰਿਕਾਰਡ ਹੈ। ਉਹਨੇ ਕਿਹਾ ਜੀ ਆ ਬੰਦੇ ਆ ਜਿਹਨੇ ਭ੍ਰਿਸ਼ਟਾਚਾਰ ਕੀਤਾ ਵਿਦ ਬਾਦਲ ਨੇ ਉਹ ਰਿਪੋਰਟ ਨਹੀਂ ਮੰਨੀ। ਉਸ ਤੋਂ ਬਾਅਦ ਆ ਗਏ ਜੀ
ਆਪਣਾ ਜਿਹੜੇ 1971 ਦੇ ਵਿੱਚ 72 ਦੇ ਵਿੱਚ 1.5 ਪੌਣਾ 200 ਜਿਹੜੀ ਇਹ ਸਰਕਾਰ ਦਾ ਜ਼ਿਕਰ ਕਰਦੇ ਆ, ਉਹਦੇ 'ਚ 38 ਨਕਸਲਾਈਟ ਮਰੇ। ਉਹਦੇ 'ਚ ਜਸਟਿਸ ਤਾਰ ਕੁੰਡੇ ਦੀ ਮਤਲਬ ਕਿ ਵੀ ਇਨਕੁਆਇਰੀ ਹੋਈ। ਉਹਨਾਂ ਨੇ ਕਿਹਾ ਵੀ ਇਹ 38 ਕਤਲ ਨੇ, 38 ਕਤਲ ਨੇ, ਇਹ ਮੁਕਾਬਲੇ ਨਹੀਂ। ਉਹਦੇ 'ਚ ਵਿਧਾਨ ਸਭਾ 'ਚ ਕੁਐਸਚਨ ਪੁੱਟ ਅਪ ਕਰਦੇ ਆ ਸਰਦਾਰ ਆਪਣਾ ਸਤਪਾਲ ਡਾਂਗ ਜੀ, ਉਹਨਾਂ ਨੇ ਕਿਹਾ ਬਾਕੀ ਆ ਤੁਹਾਡਾ ਬਣਾਇਆ ਕਮਿਸ਼ਨ ਤਾਰ ਕੁੰਡੇ, ਇਹਨੇ ਰਿਪੋਰਟ ਕੀਤੀ ਵੀ ਇਹ ਮੁਕਾਬਲੇ ਨਹੀਂ ਕਤਲ ਨੇ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਨ ਰਿਕਾਰਡ ਵਿਧਾਨ ਸਭਾ ਕਾਰਵਾਈ ਦੱਸ ਰਿਹਾ ਤੁਹਾਨੂੰ ਮੈਂ, ਪੜ੍ਹਾ ਲਓ ਬੇਸ਼ੱਕ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਜੀ ਜੋ ਅਸੀਂ ਕੀਤਾ ਉਹ ਸੈਂਟਰ ਸਰਕਾਰ ਦੇ ਕਹਿ ਤੇ ਕੀਤਾ ਤੇ ਠੀਕ ਕੀਤਾ। ਇਹ ਉਹਨਾਂ ਦਾ ਜਵਾਬ ਹੈ। ਔਨ ਰਿਕਾਰਡ ਗੱਲ ਰਹਿ ਗਈ, ਹਾਂਜੀ ਔਨ ਰਿਕਾਰਡ ਵਿਧਾਨ ਸਭਾ ਕਢਾ ਸਕਦੇ ਤੁਸੀਂ, ਵਿਧਾਨ ਸਭਾ ਦੀ ਕਈ ਮੁੱਖ ਮੰਤਰੀ ਦੀ ਗੱਲ ਕਿਤੇ ਨਹੀਂ ਮੰਨੀ, ਬਿਲਕੁਲ ਹਾਂ ਬਿਲਕੁਲ ਕਢਾ ਸਕਦੇ ਹਾਂ, ਇਹਨਾਂ ਮਾਈਨਸ ਹੋ ਸਕਦੀ ਹੈ। ਉਸ ਤੋਂ ਬਾਅਦ ਤੀਜੀ ਇਨਕੁਆਇਰੀ, ਜੇ ਆਪਾਂ ਚਲੋ ਹੁਣ ਪਰਸਨਲ ਆ ਲਿਆ ਗੁਰੂ ਗ੍ਰੰਥ ਸਾਹਿਬ ਦੀ ਇਨਕੁਆਇਰੀ, ਸਰਦਾਰ ਖੱਟੜਾ ਜੀ ਕੌਣ ਸਨ? ਸਰਦਾਰ ਪ੍ਰਕਾਸ਼ ਸਿੰਘ ਦੇ ਬਾਦਲ ਦੇ ਚਹੇਤੇ ਅਫਸਰ ਰਹੇ ਨੇ ਖੱਟੜਾ ਸਾਹਿਬ, ਚਲੋ ਠੀਕ ਹੈ, ਬਹੁਤ ਅੱਛੇ ਇਨਸਾਨ ਨੇ। ਮੈਂ ਖੁਦ ਹੰਡਾਇਆ ਉਹਨਾਂ ਨੂੰ ਸਰ ਦੇ ਵਿੱਚ, ਜਦੋਂ ਨੂਰ ਮਹਿਲੀਆ ਦੇ ਪ੍ਰੋਗਰਾਮ 'ਚ ਮੈਨੂੰ 3 ਗੋਲੀਆਂ ਵੱਜੀਆਂ ਸੀ ਤੇ ਖੱਟੜਾ ਸਾਹਿਬ ਵੀ ਮੈਨੂੰ ਹਸਪਤਾਲ ਲੈ ਕੇ ਗਏ ਸੀਗੇ, ਠੀਕ ਹੈ ਜੀ। ਤੇ ਉਹਨਾਂ ਨੇ ਕਿਹਾ ਸੀ ਵੀ ਪੁਲਿਸ ਦੀਆਂ ਗੋਲੀਆਂ ਨਹੀਂ ਵੱਜੀਆਂ ਸਰਦਾਰ ਜੀ, ਆਪਾਂ ਇਨਕੁਆਇਰੀ ਕਰਕੇ ਦੇਖ ਲੈਂਦੇ। ਮੈਂ ਕਿਹਾ ਠੀਕ ਹੈ ਜੀ, ਚਲੋ ਖੈਰ। ਖੱਟੜਾ ਸਾਹਿਬ ਨੇ ਰਿਪੋਰਟ ਕੀਤੀ ਗੁਰੂ ਗ੍ਰੰਥ ਸਾਹਿਬ ਦੀ, ਮੰਨ ਲਈ ਬਾਦਲ ਸਾਹਿਬ ਨੇ। ਉਸ ਤੋਂ ਬਾਅਦ ਜੋਰਾ ਸਿੰਘ ਨੂੰ ਕਿਹਨੇ ਬਣਾਇਆ? ਬਾਦਲ ਸਾਹਿਬ ਨੇ। ਇੱਕ ਮਿੰਟ ਕਿਰਨਦੀਪ, ਇੱਕ ਮਿੰਟ ਚੁੱਪ, ਇੱਕ ਮਿੰਟ ਜੀ। ਫਿਰ ਜੋਰਾ ਸਿੰਘ ਕਮਿਸ਼ਨ ਬੈਠਾ, ਜੋਰਾ ਸਿੰਘ ਨੇ ਰਿਪੋਰਟ ਦਿੱਤੀ। ਜੋਰਾ ਸਿੰਘ ਜਦੋਂ ਰਿਪੋਰਟ ਦੇਣ ਗਿਆ, ਬਾਹਰ ਬੈਂਚ ਤੇ ਬੈਠਾ ਰਿਹਾ। ਉਹ ਜਿਸ ਤਰ੍ਹਾਂ ਅਰਥੀ ਬੈਠਦੇ ਨਾ, ਜਿੱਦਾਂ ਰਾਮੂ ਬਿਠਾਇਆ ਹੁੰਦਾ ਘਰ ਦੇ ਬਾਹਰ, ਇਸ ਤਰ੍ਹਾਂ ਬੈਠਾ ਰਿਹਾ। ਅਖੀਰ ਉਹ ਟੇਬਲ ਦੇ ਉੱਤੇ ਰਿਪੋਰਟ ਰੱਖ ਕੇ ਆ ਗਿਆ। ਕੀ ਮੰਨ ਲਈ ਬਾਦਲ ਨੇ? ਕੋਈ ਰਿਪੋਰਟਾਂ ਅੱਜ ਤੱਕ ਦਾ ਰਿਕਾਰਡ ਹੈ ਕਿਸੇ ਕਮਿਸ਼ਨ ਦੀ, ਕਿਸੇ ਇਨਕੁਆਇਰੀ ਦੀ ਇਹ ਰਿਪੋਰਟ ਬਿਲਕੁਲ ਨਹੀਂ ਮੰਨਦੇ। ਜੇ ਮੰਨਦੇ ਹੁੰਦੇ ਤੇ ਮਤਲਬ ਕਿ ਇਹ ਨਰਕਧਾਰੀਆਂ ਤੋਂ ਬਾਅਦ ਘਮਸਾਨ ਹੀ ਸੀ ਨਹੀਂ ਮਚਣਾ, ਪੰਜਾਬ ਵਸਦਾ ਰਸਦਾ ਰਹਿਣਾ ਸੀ। ਜੀ ਬਹੁਤ ਬਹੁਤ ਧੰਨਵਾਦ ਜੀ। ਪੂਰੇ 4 ਮਿੰਟ ਤੁਹਾਡੇ ਕੋਲ ਨੇ ਕਿਰਨਦੀਪ ਜੀ। ਅਖੀਰ ਦੇ ਵਿੱਚ ਜਿਹੜੀ ਸਾਰੀ ਗੱਲਬਾਤ ਹੋਈ ਹੈ, ਇਹਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿਹੜੀ ਰਿਪੋਰਟ ਨੂੰ ਮੰਨਣ ਲਈ ਤਿਆਰ ਨੇ ਕਿ ਯੈਸ ਇਹ ਰਿਪੋਰਟ ਠੀਕ ਹੈ, ਇਸ ਮੁਤਾਬਕ ਜਿਹੜੀ ਮਰਜ਼ੀ ਸਜ਼ਾ ਦਿਓ, ਜਿਹੜਾ ਬਣਦਾ ਦੋਸ਼ੀ ਉਹਨੂੰ ਦੇਣੀ ਚਾਹੀਦੀ ਹੈ? ਨਹੀਂ ਸਰਦਾਰ ਜੀ, ਪਤਾ ਗੱਲ ਕੀ ਆ, ਅਸੀਂ ਸਾਡੇ ਮਸਲੇ ਬਣ ਜਾਂਦੇ ਆ ਵੀ ਅਸੀਂ ਇਹ ਵਿਰੋਧ ਹੀ ਕਰਨਾ ਆ ਤੇ ਅਸੀਂ ਤਾਂ ਹੁਣ ਉਲਟ ਚੱਲਾਂਗੇ। ਨਹੀਂ ਉਹ ਤਾਂ ਕਹਿ ਰਹੇ ਰਿਕਾਰਡ, ਉਹ ਤਾਂ ਰਿਕਾਰਡ ਦੀ ਗੱਲ ਕਰ ਰਹੇ ਨੇ, ਰਿਕਾਰਡ ਦੇ ਵਿੱਚ ਨੇ। ਬੋਲੋ। ਸ਼ੁਰੂ ਹੀ ਕਰਦਾ ਦੱਸ, ਮੈਂ ਤੁਹਾਨੂੰ ਬਾਈ ਫੈਕਚੁਅਲ ਤੁਹਾਨੂੰ ਜਵਾਬ ਦਿੰਨਾ। ਜਿਹੜੀ ਤੁਸੀਂ ਗੱਲ ਕਰਦੇ ਆ, ਦੇਖੋ ਲੈ ਹੁਣ ਦੱਸੋ, ਆ ਮੈਨੂੰ ਕਾਗਜ਼ ਕੱਢ ਦਿਖਾਈ ਜਾਂਦੇ ਆ, ਇਹ ਆਪਣਾ ਦਿਖਾਈ ਜਾਂਦਾ, ਕੋਈ ਮਤਲਬ ਹੈ ਸਰਦਾਰ ਜੀ? ਇੱਕ ਮਿੰਟ ਸਰਦਾਰ ਸਾਹਿਬ, ਪੇਪਰ ਰਹਿਣ ਦਿਓ, ਜੇ ਪੇਪਰਾਂ ਦੀ ਲੋੜ ਨਹੀਂ, ਮੈਂ ਇਹਨਾਂ ਨੂੰ ਭੇਜ ਦਾਂਗਾ ਸਾਰੇ ਡਾਕੂਮੈਂਟ, ਪੇਪਰ ਭੇਜਾਂਗਾ ਮੈਂ ਇਹਨਾਂ ਨੂੰ। ਹਾਂਜੀ ਤੁਸੀਂ ਮੈਨੂੰ ਭੇਜ ਦਿਓ, ਮੈਂ ਇਹਨਾਂ ਨੂੰ ਭੇਜ ਦਿਆਂਗਾ ਜੀ। ਸਾਹਿਬ ਦੀ ਰਿਪੋਰਟ ਆ ਨਾ ਜਿਹੜੀ, ਉਹ ਤਾਂ ਕਦੋਂ ਦੀ ਜਨਤਕ ਆ? ਦੱਸ ਉਹ ਕਿਹਨੇ ਨਹੀਂ ਜਨਤਕ ਕੀਤੀ? ਤੁਸੀਂ ਕਹੀ ਜਾਂਦੇ ਆ ਸਰਕਾਰ ਲੰਘੀ, ਮੇਰੇ ਫੋਨ 'ਚ ਹੈਗੀ ਆ, ਮੈਂ ਭੇਜ ਦੇਣਾ ਤੁਹਾਨੂੰ। ਓਕੇ ਕੋਈ ਨਹੀਂ, ਅੱਛਾ ਹਾਂਜੀ ਅੱਗੇ ਚੱਲੋ। ਗੱਲਾਂ ਸਾਨੂੰ ਏਦਾਂ ਵੀ ਉਹੀ ਬਣੀਆਂ ਹੋਈਆਂ ਵੀ ਆ ਨਹੀਂ ਕੀਤੀ ਰਿਪੋਰਟ। ਹੁਣ ਗੱਲ ਸੁਣੋ, ਪਿਆਰ ਨਾਲ ਸੁਣੋ ਗੱਲ ਮੇਰੀ। ਗਾਂ ਵਾਲੀ ਜਿਹੜੀ ਰਿਪੋਰਟ ਤੁਸੀਂ ਕਰ ਰਹੇ ਆ, ਚੰਨੀ ਸਾਹਿਬ ਪਲੀਜ਼ ਬੋਲਿਓ ਨਾ, ਪਲੀਜ਼ ਮੈਂ ਸੁਣ ਲੈਣ ਦੇ ਮੈਨੂੰ। ਹਾਂਜੀ ਖੱਟੜਾ ਸਾਹਿਬ ਦੀ ਗੱਲ ਆ ਜਿਹੜੀ, ਹਾਂਜੀ ਖੱਟੜਾ ਸਾਹਿਬ ਨੂੰ ਤਾਂ ਹਾਈ ਕੋਰਟ ਨੇ ਬਦਲ ਹੀ ਦਿੱਤਾ। ਉਹਨਾਂ ਦੀ ਰਿਪੋਰਟ ਕੀ ਨਹੀਂ ਮੰਨਣੀ ਸੀ? ਉਹ ਤਾਂ ਹਜੇ ਵੀ ਚੱਲ ਰਹੀ ਹੈ ਉਹਨਾਂ ਦੀ SIT। ਆਹੀ ਦਾ ਰੌਲੇ ਆ ਸਰਦਾਰ ਜੀ, ਆਹੀ ਦਾ ਰੌਲੇ ਆ ਵੀ ਸਾਨੂੰ ਪ੍ਰੋਪੋਗੰਡੇ ਦੇ ਵਿੱਚ ਸਾਨੂੰ ਗੱਲਾਂ ਹੀ ਦੱਸੀਆਂ ਜਾਂਦੀਆਂ। ਉਹਨਾਂ ਦਾ ਮੁੰਡਾ ਲੈ ਦੱਸੋ ਯਾਰ, ਜੋਰਾ ਸਿੰਘ ਤੁਹਾਨੂੰ ਪਤਾ? ਜੋਰਾ ਸਿੰਘ ਤੁਹਾਨੂੰ ਪਤਾ ਆ? ਜੋਰਾ ਸਿੰਘ ਮੇਰੇ ਪਿੰਡ ਦਾ ਆ, ਜੋਰਾ ਸਿੰਘ ਢੁੱਡੀ ਕਿਆਂ ਦਾ। ਤੁਹਾਨੂੰ ਇੱਕ ਸੈਕਿੰਡ ਮੈਂ ਗੱਲ ਗਾਂ ਲਈ ਦੱਸਦਾ ਕਿ ਹੁਣ ਉਹ ਅਕਾਲੀ ਦਲ ਦੇ ਨਾਲ ਪਹਿਲਾਂ ਸੰਬੰਧ ਉਹਨਾਂ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਵਧੀਆ ਸੀ, ਬਹੁਤ ਵਧੀਆ ਸੀ। ਕਿੰਨਾ ਟਾਈਮ ਬਾਅਦ ਨਹੀਂ ਰਹਿ ਸਕਦੇ? ਨਹੀਂ ਯਾਰ, ਮੈਂ ਕਿਉਂ ਨਹੀਂ ਲਈ? ਗੁਰੂ ਗ੍ਰੰਥ ਸਾਹਿਬ ਦਾ ਮਸਲਾ ਸੀਗਾ, ਮੁੱਖ ਮੰਤਰੀ ਨੇ ਜੋ ਆਪੇ ਲਾਇਆ, ਆਪੇ ਰਿਪੋਰਟ ਲੈਣ ਤੋਂ ਇਨਕਾਰ ਕੀਤਾ। ਆਖਰ ਉਹ ਕਮਿਸ਼ਨ ਸੀਗਾ, ਕੋਈ ਪਾਵਰ ਰੱਖਦਾ, ਕੋਈ ਪਰਸਨੈਲਿਟੀ ਸੀ, ਘੱਟੋ ਘੱਟ ਅਦਬ ਨਾ ਲੈਂਦੇ, ਅਦਬ ਸਤਿਕਾਰ ਉਹਨੂੰ ਬਿਠਾ ਦੇ ਲੈਂਦੇ ਅੰਦਰ। ਜੀ ਤੁਸੀਂ ਹੁਣ ਮਾੜਾ ਜਿਹਾ ਕੰਟਰੋਲ ਨਹੀਂ ਕਰ ਸਕਦੇ ਵੀ ਜੀ? ਹਾਂਜੀ ਤੁਸੀਂ ਚੁੱਪ ਕਰਿਓ ਜੀ। ਮੈਂ ਬੇਨਤੀ ਕਰਾਂਗਾ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕਿ ਕਿਰਪਾ ਕਰਕੇ ਬੋਲਿਓ ਨਾ। ਮੈਂ ਉਹਨਾਂ ਨੂੰ ਸਿਰਫ 2 ਮਿੰਟ ਦਿੱਤੇ ਨੇ, 2 ਮਿੰਟਾਂ 'ਚ ਆਪਣੀ ਸਾਰੀ ਗੱਲਬਾਤ ਖਤਮ ਕਰੋ ਜੀ। ਜੀ ਗੱਲ ਖਤਮ ਵੀ ਕਰਦਾ ਸਰਦਾਰ ਜੀ। ਦੇਖੋ ਕਲੋਜ਼ਿੰਗ ਰਿਮਾਰਕ ਜੋ ਵੀ ਤੁਸੀਂ ਜਿਵੇਂ ਵੀ ਕਰਨੇ ਹੋਏ
ਕਰਿਓ। ਪਰ ਮੈਂ ਸਿਰਫ ਇਹ ਗੱਲ ਕਹਿਣਾ ਵੀ ਕਿਤੇ ਨਾ ਸਰਦਾਰ ਜੀ ਸਾਡੇ ਤੋਂ ਕਈ ਵਾਰੀ ਗੱਲਾਂ ਨਾ ਇਦਾਂ ਟੀਵੀ ਤੇ ਜ਼ਿੰਮੇਵਾਰੀ ਆ ਸਾਡੀ ਸੱਚ ਲੋਕਾਂ ਤੱਕ ਬਿਲਕੁਲ ਸੱਚ। ਹਾਂਜੀ ਹੁਣ ਗੱਲ ਜਿਵੇਂ ਕਹਿੰਦੇ ਇੱਕ ਦਿਨ ਤੁਸੀਂ ਕਹਿਤਾ ਤੁਰਨ ਦੇ ਦਾ ਵੀ ਅਡਾਨੀਆਂ ਨੂੰ ਨਾ ਜੀ ਇਹਨਾਂ ਨੇ ਜ਼ਮੀਨ ਦੇਤੀ ਬਾਦਲਾਂ ਨੇ ਫ੍ਰੀ ਦੇ ਵਿੱਚ। ਜ਼ਮੀਨ ਨਹੀਂ ਦਿੱਤੀ ਜੀ। ਮੈਂ ਇੱਕ ਮਿੰਟ ਸੁਣ ਲਓ, ਪਹਿਲਾਂ ਰੁਕ ਜਾਓ। ਮੈਂ ਨਹੀਂ ਕਿਹਾ ਜ਼ਮੀਨ ਦਿੱਤੀ, ਮੈਂ ਕਿਹਾ ਕਿ ਰਜਿਸਟਰੀ ਫ੍ਰੀ ਕਰਵਾਈ ਸੀ। ਹੁਣ ਦੇਖੋ ਤੁਸੀਂ ਬੋਲਣ ਨਹੀਂ ਦਿੰਦੇ, ਤੁਸੀਂ ਉੱਥੇ ਨਾਲ ਦੀ ਨਾਲ ਜਵਾਬ ਦਿੰਦੇ ਆ। ਇਸੇ ਕਰਕੇ ਕਹਿੰਦਾ ਸੀ ਵੀ ਚੰਨੀ ਸਾਹਿਬ ਭਾਸ਼ਣ ਦਿੰਦੇ ਆ ਐਡਾ ਲੰਬਾ। ਚਲੋ ਬੋਲੋ। ਹਾਂ ਬੋਲੋ ਚਲੋ। ਹਾਂਜੀ ਹੁਣ ਰਜਿਸਟਰੀਆਂ ਦੀ ਗੱਲ ਕਹੀ ਸੀ ਨਾ, ਹੁਣ ਰਜਿਸਟਰੀਆਂ ਉਹਨਾਂ ਦੇ ਸੈਲੋ ਮੋਗੇ 'ਚ ਵੀ ਲੱਗਾ ਹਨਾ। ਹੁਣ ਜਿਹੜੀ ਉਹਦੇ ਟੈਂਡਰ ਜਿਹੜੇ ਹੋਏ ਆ 2003 ਦੇ ਵਿੱਚ ਟੈਂਡਰ ਹੋਏ ਆ, 2005 ਦੇ ਵਿੱਚ ਸੈਲੋ ਸਟਾਰਟ ਹੁੰਦਾ, 2007 ਤੱਕ ਕਾਂਗਰਸ ਦੀ ਸਰਕਾਰ ਆ, 2002 ਤੋਂ 2003 ਨੂੰ FCI 2003 ਚ FCI ਦੇ ਟੈਂਡਰ ਨਿਕਲੇ ਆ। ਆਨਲਾਈਨ ਜਾ ਕੇ ਦੇਖ ਲਓ, FCI ਸਰਕਾਰੀ ਮਹਿਕਮਾ, ਕੇਂਦਰ ਦਾ ਮਹਿਕਮਾ, ਉਹਨਾਂ ਨੇ ਟੈਂਡਰ ਕੱਢੇ ਆ। ਉਸ ਤੋਂ ਬਾਅਦ ਚ ਜ਼ਮੀਨਾਂ ਖਰੀਦ ਹੁੰਦੀਆਂ, ਇਹਨਾਂ ਨੇ ਟੈਂਡਰ ਭਰੇ, ਇਹਨਾਂ ਨੂੰ ਟੈਂਡਰ ਮਿਲੇ ਆ। ਹੁਣ ਅਕਾਲੀ ਦਲ ਦਾ ਵਿੱਚ ਮਸਲਾ ਕਿੱਧਰੋਂ ਆ ਗਿਆ? ਮਤਲਬ ਅਸੀਂ ਗੱਲਾਂ ਨਾ ਕਈ ਇੱਕ ਮਿੰਟ ਸਰਦਾਰ ਜੀ ਕੋਈ ਨਹੀਂ ਏਦਾਂ ਨਾ ਕਰੋ। ਹਾਂਜੀ ਬੋਲੋ। ਗੱਲਾਂ ਸਾਡੀਆਂ ਕੀ ਹੁੰਦੀਆਂ ਆ, ਤੁਸੀਂ ਵੀ ਇੱਥੇ ਰਹਿਣਾ, ਅਸੀਂ ਵੀ ਇੱਕੋ ਭਾਈਚਾਰੇ ਚ ਸਾਰੇ ਰਹਿੰਦੇ ਆ। ਅਸੀਂ ਕੋਈ ਵਿਰੋਧਤਾ ਨਹੀਂ, ਤੁਸੀਂ ਇੱਥੇ ਮੇਰੇ ਕੋਲ ਦੀ ਲੰਘਦੇ ਆ, ਕੋਈ ਏਦਾਂ ਥੋੜੀ ਵੀ ਡਾਂਗਾਂ ਚੱਕੀ ਫਿਰਦੇ ਲੜਦੇ ਫਿਰਦੇ ਆ। ਅਸੀਂ ਸਾਡੇ ਵਿਚਾਰ ਹੋ ਸਕਦੇ ਆ, ਵਿਚਾਰਧਾਰਾ ਹੈ। ਬਿਲਕੁਲ ਹਾਂ, ਪਰ ਘੱਟੋ ਘੱਟ ਅਸੀਂ ਇੰਨਾ ਕੁ ਰੱਖੀਏ ਵੀ ਇੰਨੀ ਕੜਵਾਹਟ ਨਾ ਆਵੇ ਵੀ ਅਸੀਂ ਇਹੋ ਜਿਹੀ ਕਿਸੇ ਨੇ ਇੱਕ ਨੇ ਕਹਿਤਾ। ਹੁਣ ਕਾਂਗਰਸ ਕਿਉਂ ਨਾ ਚਾਹੂਗੀ ਵੀ ਅਕਾਲੀ ਦਲ ਦਾ ਵਿਰੋਧ ਹੋਵੇ? ਬੇਅਦਬੀਆਂ ਹੋਈਆਂ, ਅਕਾਲੀ ਦਲ ਦਾ ਵਿਰੋਧ ਹੋ ਰਿਹਾ, ਸਿੱਖ ਜਿਹੜੇ ਨਾਲ ਖੜੇ ਸੀ ਅਕਾਲੀ ਦਲ ਦੇ ਉਹ ਵਿਰੋਧ ਕਰ ਰਹੇ ਆ, ਤੇ ਫਾਇਦਾ ਕਿਹਨੇ ਲਿਆ? ਫਾਇਦਾ ਲਿਆ ਕਾਂਗਰਸ ਨੇ। ਕਿਤੇ ਨਾ ਕਿਤੇ ਅਸੀਂ ਮਾੜਾ ਜਿਹਾ ਥੋੜਾ ਜਿਹਾ ਟਨਕਾ ਕੇ ਦੇਖੀਏ ਕਿ ਕਿਤੇ ਯਾਰ ਇਹ ਕੋਈ ਬੰਦਾ ਫਾਇਦਾ ਲੈਣ ਵਾਲਾ ਤਾਂ ਨਹੀਂ। ਚੋਰਾ ਸਿੰਘ ਜਦੋਂ ਥੋੜੇ ਦਿਨਾਂ ਬਾਅਦ ਆਮ ਆਦਮੀ ਪਾਰਟੀ ਚ ਉਹ ਜੁਆਇਨ ਹੋ ਜਾਂਦੇ ਆ, ਤੇ ਫਿਰ ਕਿਤੇ ਸਾਨੂੰ ਲੱਗਦੀ ਨੀ, ਗੱਲ ਦਿੰਦੀ ਨੀ ਵੀ ਇਹ ਜੋਰਾ ਸਿੰਘ ਕਰ ਰਹੇ ਹੋਣਗੇ ਸਹੀ ਕਿਤੇ ਉਹਦੀ ਜਾਣਕਾਰੀ। ਔਰ ਦੂਜੀ ਗੱਲ, ਹਾਂਜੀ ਟੇਬਲ ਤੇ ਕੀ ਰੱਖ ਗਿਆ ਇਹ ਜੋਰਾ ਸਿੰਘ ਦੀ ਵੀਡੀਓ ਮੈਂ ਤੁਹਾਨੂੰ ਭੇਜ ਦਿੰਨਾ ਜੀ। ਉਹ ਕਿਹਨੂੰ ਫੜਾ ਕੇ ਆਏ ਆ? ਉਹ ਚੀਫ ਸੈਕਟਰੀ ਨਹੀਂ ਸੀ, ਉਹਨਾਂ ਨੇ ਨਹੀਂ, ਚੀਫ ਸੈਕਟਰੀ ਨੇ ਨਹੀਂ ਲਈ, ਪਰ ਅਫਸਰ ਨੇ ਲਈ ਆ ਦਫ਼ਤਰ ਦੇ ਨੇ। ਇਹ ਗੱਲ ਹੁਣ ਉਹੀ ਝੂਠ ਇਹ ਬਣਾਇਆ ਹੋਇਆ। ਜੋਰਾ ਸਿੰਘ ਦੇ ਜਵਾਨੀ ਦਾ ਤੁਹਾਨੂੰ ਮੈਂ ਵੀਡੀਓ ਭੇਜ ਦਿੰਦਾ। ਜੋਰਾ ਸਿੰਘ ਨਾਲ ਨਹੀਂ, ਵੀਡੀਓ ਨਹੀਂ ਜੀ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਜੋਰਾ ਸਿੰਘ ਉਹਨਾਂ ਨੂੰ ਮੈਂ ਟੀਵੀ ਤੇ ਲੈ ਕੇ ਆਵਾਂਗੇ, ਉਹਨਾਂ ਨੂੰ ਪੁੱਛਾਂਗੇ ਸੱਚ। ਵੀਡੀਓ ਨਾਲ ਇਤਬਾਰ ਨਹੀਂ ਆਉਣਾ। ਨਹੀਂ, ਵੀਡੀਓ ਨਾਲ ਇਤਬਾਰ ਨਹੀਂ ਆਉਣਾ ਜੀ। ਗੱਲਾਂ ਤੁਸੀਂ, ਮੈਂ ਕਹਿੰਦਾ ਮੈਂ 8-10 ਗੱਲਾਂ ਮੈਂ ਆਏ ਚੁਟਕੀਆਂ ਚ ਗਿਣਾ ਦਿੰਦਾ ਵੀ ਜਿਹੜੀਆਂ ਕਿਤੇ ਨਾ ਵੀ ਉਹੀ ਸਾਡੀਆਂ ਬਣੀਆਂ ਖੈਰ ਤੁਹਾਡਾ, ਹਾਂਜੀ ਕਿਰਨਦੀਪ ਜੀ, ਤੁਹਾਡਾ ਤਹਿ ਦਿਲੋਂ ਧੰਨਵਾਦ, ਤੁਸੀਂ ਸਮਾਂ ਕੱਢਿਆ। ਪਰ ਇੱਕ ਗੱਲ ਚੇਤੇ, ਇੱਕ ਮਿੰਟ ਜੀ, ਤੁਸੀਂ ਇੱਥੋਂ ਗੱਲਾਂ ਹੋਈਆਂ ਆਪਾਂ ਕਲੀਅਰ ਕਰ ਲਈਆਂ। ਘੱਟੋ ਘੱਟ ਸਮਾਂ ਤੁਸੀਂ ਦਿੱਤਾ ਇਸ ਗੱਲ ਲਈ, ਮੈਂ ਧੰਨਵਾਦ ਆ ਤੁਹਾਡਾ ਵੀ, ਚੈਨਲ ਦਾ, ਸਾਰੀ ਮੈਨੇਜਮੈਂਟ ਦਾ, ਜਿਨ੍ਹਾਂ ਨੇ ਕਿਤੇ ਨਾ ਕਿਤੇ ਮੈਨੂੰ ਇਹ ਸੀਗਾ ਰੰਜ ਜ਼ਰੂਰ ਸੀਗਾ। ਨਹੀਂ, ਤੁਹਾਡਾ ਆਪਣਾ ਹੈ ਜੀ, ਤੁਹਾਡਾ ਆਪਣਾ ਮੰਚ ਹੈ। ਦੇਖੋ ਤੁਹਾਡਾ ਆਪਣਾ ਮੰਚ ਹੈ, ਆਏ ਹੋ ਤੁਸੀਂ, ਤੁਹਾਨੂੰ ਪੂਰਾ ਮੌਕਾ ਦਿੱਤਾ ਹੈ, ਤੁਸੀਂ ਆਪਣੀ ਪਾਰਟੀ ਦੀ ਗੱਲਬਾਤ ਰੱਖੀ ਹੈ, ਤੇ ਤੁਹਾਡਾ ਤਹਿ ਦਿਲੋਂ ਧੰਨਵਾਦ। ਸਾਡੀਆਂ ਸ਼ੁਭੇੱਛਾਵਾਂ ਜੀ। ਮਿਹਰਬਾਨੀ। ਓਕੇ, ਹਾਂਜੀ। ਜਾਂਦੇ ਸਿਰਫ 2 ਮਿੰਟ ਤੁਹਾਡੇ ਕੋਲ ਨੇ। ਸਰਦਾਰ ਚਰਨਜੀਤ ਸਿੰਘ ਚੰਨੀ ਜੀ, ਕੀ ਕਹਿਣਾ ਚਾਹੋਗੇ ਸਾਰੀ ਗੱਲਬਾਤ ਦੇ ਵਿੱਚ? ਸਿਰਫ 2 ਮਿੰਟ ਜੀ। ਦੇਖੋ, ਦੇ ਵਿੱਚ ਤਾਂ ਮੈਂ ਇਹੀ ਕਹਾਂਗਾ ਕਿ ਇੱਕ ਬੱਲਾਂ ਵਾਲਾ ਕਾਂਡ ਹੋਇਆ ਸੀਗਾ ਆਸਟਰੀਆ ਦੇ ਵਿੱਚ। ਉਹ ਜਿਹੜਾ ਗੱਦੀ ਨਸ਼ੀਨ ਸਾਧ ਸੀਗਾ, ਉਹ ਪੈਰਾਂ ਤੇ ਰੁਮਾਲਾ ਲਾ ਕੇ ਤੇ ਗੁਰੂ ਗ੍ਰੰਥ ਸਾਹਿਬ ਤੇ ਚੜਾਉਂਦਾ ਸੀ। ਕੁਝ ਨੌਜਵਾਨ ਸਨ, ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ, ਕਿਉਂਕਿ ਸਿੱਖ ਹੈ ਜਿਹੜਾ, ਮੈਂ ਪਹਿਲੇ ਕਿਹਾ ਵੀ ਜਿਹੜਾ ਸਿੱਖ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਸਾੜ ਸਕਦਾ ਜੀ। ਉਹਨਾਂ ਵਿਰੋਧ ਕੀਤਾ, ਉੱਥੇ ਝਗੜਾ ਹੋਇਆ। ਜਿਹੜਾ ਗੱਦੀ ਨਸ਼ੀਨ ਸੀ, ਗਲਤੀ ਉਹ ਕਰ ਰਿਹਾ ਸੀ, ਮਰਿਆ ਉਹ ਜਿਹਨੇ ਅੱਗੋਂ ਗੱਦੀ ਲੈਣੀ ਸੀਗੀ। ਇੱਕ ਬੰਦਾ ਫੱਟੜ ਹੋ ਗਿਆ, ਗੁਰੂ ਗ੍ਰੰਥ ਸਾਹਿਬ ਉੱਥੇ ਰੁਲਦਾ ਰਹਿ ਗਿਆ। ਜਿਹੜੇ ਫੱਟੜ ਸਨ ਸਾਧ ਤੇ ਮਰ ਗਿਆ ਜਿਹੜਾ ਸਾਧ, ਉਹਨਾਂ ਦੋਨਾਂ ਨੂੰ ਇੱਥੋਂ ਪੰਜਾਬ ਗੌਰਮੈਂਟ ਨੇ, ਬਾਦਲ ਦੀ ਗੌਰਮੈਂਟ ਨੇ ਜਹਾਜ਼ ਭੇਜ ਕੇ ਉਹਨਾਂ ਦੋਨਾਂ ਨੂੰ ਲਿਆਂਦਾ। ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂ, ਅਕਾਲ ਤਖਤ ਸਾਹਿਬ ਤੇ ਕਿਸੇ ਦੂਸਰੇ ਬੰਦੇ ਦੀ ਅਰਦਾਸ ਨਹੀਂ ਹੁੰਦੀ, ਇਹ ਸਾਡਾ ਸਿਧਾਂਤ। ਲੇਕਿਨ ਅਕਾਲ ਤਖਤ ਸਾਹਿਬ ਤੇ ਪ੍ਰਕਾਸ਼ ਸਿੰਘ ਬਾਦਲ ਨੇ ਉਸ ਸਾਧ ਦੀ ਸਿਹਤ ਜਾਬੀ ਲਈ ਅਖੰਡ ਪਾਠ ਰਖਵਾਇਆ। ਜਦੋਂ ਅਖੰਡ ਪਾਠ ਰਖਵਾਇਆ ਤੇ ਗੁਰੂ ਗ੍ਰੰਥ ਸਾਹਿਬ ਦੀ ਨਾਲ ਆਪਣੇ ਚੂਲੇ ਦਾ ਮਤਲਬ ਕਿ ਕਹਿ ਕੇ ਕਿ ਮੇਰਾ ਚੂਲਾ ਖਰਾਬ ਹੈ ਤੇ ਮੈਂ ਮਤਲਬ ਕਿ ਵੀ ਬੈਠ ਨਹੀਂ ਸਕਦਾ ਥੱਲੇ, ਉੱਥੇ ਦੇਖੋ ਕੁਰਸੀ ਢਾ ਕੇ ਬੈਠੇ ਹੋਏ ਆ। ਇਹ ਆ
ਠੀਕ ਹੈ ਜੀ। ਜੀ ਤੇ ਉਸੇ ਦਿਨ ਜਦੋਂ ਸਾਧ ਦੀ ਸਿਹਤਯਾਬੀ ਦਾ ਹਾਲਚਾਲ ਪੁੱਛਣ ਜਾਂਦੇ ਆ, ਤੇ ਆਹ ਦੇਖੋ ਤੁਸੀਂ ਕਿ ਆਹ ਸਾਧ ਬੈਠਾ ਹੈ ਤੇ ਨਾਲ ਪ੍ਰਕਾਸ਼ ਸਿੰਘ ਬੈਠਾ ਥੱਲੇ ਬੈਠੇ ਨੇ। ਹੁਣ ਜਿੱਥੇ 2 ਜਹਾਨ ਦਾ ਵਾਲੀ ਗੁਰੂ ਗ੍ਰੰਥ ਸਾਹਿਬ ਹੋਵੇ ਉੱਥੇ ਚੂਲਾ ਦਰਦ ਹੁੰਦਾ ਹੈ, ਤੇ ਜਿੱਥੇ 2 ਟਕੇ ਦਾ ਸਾਧ ਹੋਵੇ ਤੇ ਉੱਥੇ ਭੁੰਜੇ ਬੈਠੇ ਸਾਧ ਦੇ ਕੋਲ। ਇਹ ਬੇਅਦਬੀ ਨਹੀਂ ਤੇ ਹੋਰ ਕੀ ਹੈ? ਇਹ ਬੜੀਆਂ ਫੋਰ ਐਗਜ਼ਾਮਪਲ ਨੇ ਕਿਰਨ ਜੀ। ਦੇਣੇ ਬਣਦੇ ਕਬੀਰ ਸਿੰਘ ਜੀ ਨਹੀਂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਚਰਨਜੀਤ ਸਿੰਘ ਜੀ। ਨਹੀਂ ਚਰਨਜੀਤ ਸਿੰਘ ਜੀ, ਤੁਹਾਡਾ ਤਹਿ ਦਿਲੋਂ ਧੰਨਵਾਦ। ਤੁਹਾਡਾ ਕਿਰਨਦੀਪ ਜੀ ਤਹਿ ਦਿਲੋਂ ਧੰਨਵਾਦ। ਸਾਡੀਆਂ ਸ਼ੁਭ ਇੱਛਾਵਾਂ। ਆਉਣ ਵਾਲੇ ਸਮੇਂ 'ਚ ਕਿਤੇ ਫੇਰ ਸਮਾਂ ਮਿਲਿਆ ਤੇ ਜ਼ਰੂਰ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।